ਇਹ ਫਤਿਹ ਸਾਡਾ ਹੋਣਾ ਤਾਂ ਹੋਣਾ ਹੀ ਹੈ, ਲਾਜ਼ਮੀ ਹੈ। ਇਹ ਤਾਂ ਜਿਹੜੇ ਹੋਰ ਧਰਮਾਂ ਦੇ ਮੇਰੇ ਵੀਰ ਭੈਣ ਭਰਾ ਹੈ ਉਹਨਾਂ ਨੂੰ ਵੀ ਪਤਾ ਕਿ ਜਿੱਥੇ ਖਾਲਸਾ ਖੜ ਗਿਆ ਫਿਰ ਖਾਲਸਾ ਤਾਂ ਫਿਰ ਹੱਕ ਲੈ ਕੇ ਹੀ ਜਾਂਦਾ ਹੈ ਆਪਣੇ, ਕਿਉਂਕਿ ਸਭ ਕੁਝ ਅੰਨਦਾਤਾ ਹੀ ਦੇ ਰਿਹਾ ਸਾਨੂੰ। ਕੋਈ ਬੰਦਾ ਇਹ ਗੱਲ ਕਹਿੰਦਾ ਕਿ ਹਾਂ ਜੀ ਅਸੀਂ ਪੈਸੇ ਲੈ ਕੇ ਅੰਨ ਖਰੀਦਦੇ ਹਾਂ, ਪੈਸੇ ਲੈ ਕੇ ਰੋਟੀ ਖਾਂਦੇ ਹਾਂ, ਬਾਕੀ ਦੇਖੋ ਜੇ ਅੰਨ ਹੋਏਗਾ ਤਾਂ ਹੀ ਰੋਟੀ ਮਿਲੇਗੀ, ਤਾਂ ਹੀ ਪੈਸਾ ਵਰਤੇ ਜਾਏਗਾ। ਉਹ ਵਾ ਮੋਦੀ ਦਾ ਇੰਨਾ ਕੁ ਮੈਂ ਮੁਰਦਾਬਾਦ ਨਹੀਂ ਕਹੂੰਗਾ, ਧੰਨਵਾਦ ਕਰੂੰਗਾ। ਉਹਨੇ ਜਿਹੜੇ ਸਿੱਖ ਸਾਡੇ ਟੁੱਟ ਚੁੱਕੇ ਸੀਗੇ ਉਹਨੇ ਇਹੋ ਜਿਹੇ ਏਜੰਡੇ ਪਾਸ ਕਰੇ ਸਾਰੇ ਫੇਰ ਜੋੜਦੇ ਨੇ, ਉਹ ਪਾਵਰਾਂ ਸਾਰੀਆਂ ਫੇਰ ਇਕੱਠੀਆਂ ਹੋ ਗਈਆਂ। ਹੁਣ ਉਹ ਸਰਕਾਰ ਕਿਤੇ ਤੱਕ ਭੱਜ ਸਕਦੀ ਹੈ ਤਾਂ ਭੱਜ ਲਵੇ। ਜਿੱਤ ਖਾਲਸੇ ਦੀ ਹੀ ਹੋਣੀ ਹੈ, ਜਿੱਤ ਕਿਸਾਨਾਂ ਦੀ ਹੀ ਹੋਣੀ ਹੈ, ਜਿੱਤ ਸਿੱਖਾਂ ਦੀ ਹੀ ਹੋਣੀ ਹੈ। ਇੱਕ ਦਿਨ 'ਚ ਲੋਕਡਾਊਨ ਲੱਗ ਸਕਦਾ ਆ, ਨੋਟਬੰਦੀ ਹੋ ਸਕਦੀ ਹੈ, 370 ਹਟਾਈ ਜਾ ਸਕਦੀ ਹੈ। ਇਹ ਸਭ ਜਲਦਬਾਜ਼ੀ ਵਿੱਚ ਫੈਸਲੇ ਲਏ ਹੋਏ ਆ। ਤੁਗਲਕਾਬਾਦ ਦਾ ਮੰਦਿਰ ਢਾਇਆ ਗਿਆ ਆਪਣਾ ਸ਼੍ਰੀ ਰਵਿਦਾਸ ਜੀ ਮਹਾਰਾਜ ਜੀ ਦਾ। ਉਸ ਤੋਂ ਬਾਅਦ SC ਐਂਡ ST ਐਕਟ ਇੱਕਦਮ ਪਾਸ ਕੀਤਾ ਗਿਆ ਆ, ਜੋ ਭੀਮ ਰਾਓ ਅੰਬੇਡਕਰ ਜੀ ਨੇ SC ਐਂਡ ST ਐਕਟ ਪਾਸ ਕੀਤਾ ਸੀਗਾ, ਉਹਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਆ। ਇਹ ਸਾਰੇ ਇੱਕਦਮ ਜਲਦਬਾਜ਼ੀ ਵਿੱਚ ਮੂਰਖਤਾ ਵਾਲੇ ਜਿਹੜੇ ਫੈਸਲੇ ਲਏ ਹੋਏ ਨੇ। ਸਰਕਾਰ ਇਹ ਕਰ ਸਕਦੀ ਆ, ਕ੍ਰਾਈਮ ਨਹੀਂ ਰੋਕ ਸਕਦੀ। 34,556 ਕਾਨੂੰਨ ਨੇ, ਐਡਾ ਬੜਾ ਗ੍ਰੰਥ ਹੈ ਜੀ। ਉਹ ਸਾਰੇ ਸਟੇਟਾਂ ਦੇ ਵਿੱਚ ਉਹਨਾਂ ਨੇ ਸੰਵਿਧਾਨ ਇਕੱਠਾ ਕਰਕੇ ਨਾ, ਸਾਰੇ ਸਟੇਟਾਂ ਦਾ ਉਹ ਸੰਵਿਧਾਨ ਇਹਨਾਂ ਨੇ ਉਹ ਇਕੱਠਾ ਕਰਿਆ ਜਿਹੜਾ ਮਤਲਬ ਕਿ ਗੁਲਾਮੀ ਦਾ ਹੈ। ਤਰੱਕੀ ਵਾਲਾ ਸੰਵਿਧਾਨ ਕੋਈ ਨਹੀਂ ਹੈ। ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਵਿਧਾਨ ਬਣਾਇਆ ਹੋਇਆ ਹੈ ਉਹ ਇਹ ਹੈ, पर बेटी को बेटी जाने पर स्त्री को मात बखाने, अपन स्त्री सोरत होई रहत मन गुरु का सिंह है सोई। ਜਿਹੜਾ ਇੰਡੀਪੈਂਡੈਂਟ ਸੰਵਿਧਾਨ ਬਣਾਇਆ ਹੋਇਆ ਇਹਨਾਂ ਨੇ ਉਹਦੇ ਵਿੱਚ ਇਹ ਬੋਲਿਆ ਗਿਆ ਹੈ ਤੁਸੀਂ ਆਪਣੀ ਵਾਈਫ ਤੋਂ ਇਲਾਵਾ ਕਿਸੇ ਹੋਰ ਗੱਲ ਵੀ ਰਿਲੇਸ਼ਨ ਬਣਾ ਸਕਦੇ ਹੋ ਕਾਨੂੰਨਨ ਤਰੀਕੇ ਨਾਲ। ਕਿਆ ਇਹ ਸੰਵਿਧਾਨ ਹੈ ਜੀ ਸਾਡਾ? क्या साडा संस्कार है? ये सारे ब्रिटिश लॉ है जी। क्योंकि ये जी पॉलिटिक्स जी डेमोक्रेसी चल रही है, मोदी की हिम्मत नहीं है कि वो बिल रद्द करवा सकता है। ये सब पिछों प्री प्लान है, सब उदा ही चल रहा है, उदा ही डिवाइड एंड रूल चल रहा है, हर चीज़ ने डिवाइड एंड रूल पा दिता है। सिख चैनल देख रहे सारे ही देश के दर्शकों का मैं हरजीत कौर स्वागत कर। दर्शकों ਅਸੀਂ TDI ਮੋਲ ਦੇ ਕੋਲ ਮੌਜੂਦ ਆ ਜਿੱਥੇ ਨਿਹੰਗ ਸਿੰਘਾਂ ਨੇ ਛਾਉਣੀ ਲਾਈ ਹੋਈ ਹੈ। ਤਾਂ ਕਈ ਨਿਹੰਗ ਸਿੰਘਾਂ ਵੱਲੋਂ ਇੱਥੇ ਮੋਰਚਾ ਜਿਹੜਾ ਉਹ ਸੰਭਾਲਿਆ ਹੋਇਆ। ਤਾਂ ਇੱਕ ਤੁਸੀਂ ਦੇਖਿਆ ਹੋਣਾ ਕਿ ਜਦੋਂ ਤੋਂ ਸ਼ੰਭੂ ਮੋਰਚਾ ਲੱਗਾ ਸੀ ਉਦੋਂ ਤੋਂ ਹੀ ਇੱਕ ਤੀਰ ਵਾਲੇ ਬਾਬਾ ਜੀ ਬੜੇ ਮਸ਼ਹੂਰ ਸੀਗੇ, ਕਿਉਂਕਿ ਉਹਨਾਂ ਨੇ ਇੱਦਾਂ ਦੀਆਂ ਸੰਵਿਧਾਨ ਦੇ ਅਨੁਸਾਰ ਗੱਲਾਂ ਬਤਾ ਦੱਸੀਆਂ ਜਿਹੜੀਆਂ ਕਿ ਅੱਜ ਵੀ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ। ਤਾਂ ਅੱਜ ਸਾਡੇ ਨਾਲ ਮੌਜੂਦ ਨੇ ਤੀਰ ਵਾਲੇ ਬਾਬਾ ਜੀ, ਇਸ ਕਿਸਾਨੀ ਅੰਦੋਲਨ ਦੇ ਵਿੱਚ ਆਪਣੇ ਫਰਜ਼ਾਂ ਨੂੰ ਸਮਝਦਿਆਂ ਹੋਇਆ ਹਾਜ਼ਰੀ ਲਵਾ ਰਹੇ ਨੇ। ਗੱਲਬਾਤ ਕਰਾਂਗੇ ਇਹਨਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਤੁਹਾਡੇ ਸਭ ਦੇ ਚਰਨਾਂ ਵਿੱਚ ਕਿ ਮੇਰਾ ਨਾਮ ਹੈ ਵੀਰ ਪ੍ਰਵੀਰ ਸਿੰਘ ਖਾਲਸਾ ਤੇ ਬਾਬਾ ਜੀ ਹਸਤੀ ਬਹੁਤ ਉੱਚੀ, ਬਾਬਾ ਜੀ ਦੀ ਹਸਤੀ ਬੜੀ ਉੱਚੀ ਹੁੰਦੀ ਹੈ। ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਬੁੱਢਾ ਸਾਹਿਬ ਜੀ ਹੋਏ ਨੇ। ਸਾਨੂੰ ਲੋਕ ਜਿਹੜੀ ਭੈਣਾਂ ਨੇ ਵੀਰ ਜੀ ਕਹਿ ਸਕਦੀਆਂ ਨੇ, ਮਾਵਾਂ ਪੁੱਤ ਕਹਿ ਸਕਦੇ ਨੇ, ਪਿਤਾ ਸਮਾਨ ਪੁੱਤ ਕਹਿ ਸਕਦੇ ਨੇ। ਜਿਹੜੇ ਮੇਰੇ ਹਮ ਉਮਰ ਦੇ ਨੇ ਉਹ ਮੇਰਾ ਨਾਂ ਲੈ ਸਕਦੇ ਨੇ, ਕੋਈ ਇਹਦੇ 'ਚ ਵੱਡੀ ਗੱਲ ਨਹੀਂ ਹੈ। ਬਟ ਇਹ ਹੈ ਕਿ ਬਾਬਾ ਜੀ ਦਾ ਅਹੁਦਾ ਬਹੁਤ ਉੱਚਾ ਆ। ਅਸੀਂ ਤਾਂ ਸਮਾਜ ਦੀ ਸੇਵਾ ਵਾਸਤੇ ਤਿਆਰ ਪਰ ਤਿਆਰ ਬੈਠੇ ਹਾਂ ਜੀ। ਜਿੱਥੇ ਕਿਤੇ ਵੀ ਕੋਈ ਜ਼ੁਲਮ ਹੋਏਗਾ ਅਸੀਂ ਉੱਥੇ ਖੜਾਂਗੇ ਜੀ। ਤੇ ਸਤਿਗੁਰ ਨੇ ਸਾਨੂੰ ਤਿਆਰ ਇਸੇ ਕੰਮ ਲਈ ਕੀਤਾ ਹੋਇਆ ਜੀ। ਵੀਰ ਜੀ ਕਿਸ ਤਰ੍ਹਾਂ ਦੇਖਦੇ ਅੱਜ ਕਿਸਾਨੀ ਅੰਦੋਲਨ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀ ਕਿ 26 ਤੋਂ ਬਾਅਦ ਜਿਹੜਾ ਮਾਹੌਲ ਉਹ ਠੰਡਾ ਪੈ ਗਿਆ, ਮੋਰਚਾ ਕਿਸੇ ਹੋਰ ਰਸਤੇ ਨੂੰ ਜਾ ਰਿਹਾ, ਕਿਸ ਤਰ੍ਹਾਂ ਲੱਗ ਰਿਹਾ? ਤੁਸੀਂ ਹੁਣ ਦੁਬਾਰਾ ਫੇਰ ਹਾਜ਼ਰੀ ਭਰਨ ਆਏ ਹੋ, ਹੁਣ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ? ਦੇਖੋ ਜਿਹੜਾ ਇਹ ਮਾਹੌਲ ਹੈ ਨਾ, ਇਹ ਮਾਹੌਲ ਦੇ ਵਿੱਚ ਜਿਹੜੇ ਅਸਲੀ ਯੋਧੇ ਨੇ ਉਹ ਟਿਕੇ ਹੋਏ ਨੇ। ਨਕਲੀ ਜਿਹੜੇ 26 ਤੋਂ ਪਹਿਲਾਂ ਹੁੱਲੜਬਾਜੀ ਸੀ ਜਿਹੜੇ ਮਤਲਬ ਕਿ ਟਰੈਕ ਨੂੰ ਗਲਤ ਟਰੈਕ ਤੇ ਮਤਲਬ ਕਿ ਪਬਲਿਕ ਨੂੰ, ਜਨਤਾ ਨੂੰ ਜਾਂ ਸਾਡੇ ਸਿੱਖ ਕੌਮ ਨੂੰ ਗਲਤ ਟਰੈਕ ਤੇ ਲੈ ਕੇ ਜਾਣਾ ਚਾਹੁੰਦੇ ਸੀ ਕਿ ਉਹਨਾਂ ਨੇ ਆਪਣਾ 26 ਤੋਂ ਪਹਿਲਾਂ ਸਾਰਾ ਜ਼ੋਰ ਲਾ ਲਿਆ। ਬਾਕੀ ਜ਼ੋਰ ਜਿਹੜਾ ਸੀਗਾ ਉਹ ਉਹਨਾਂ ਨੇ 26 ਨੂੰ ਲਾ ਲਿੱਤਾ। ਹੁਣ ਜਿਹੜੇ ਇੱਥੇ ਜਿਹੜੀ ਸੰਗਤਾਂ ਬੈਠੀਆਂ ਨੇ ਇਹ ਅਸਲੀ ਯੋਧੇ ਇਹ ਬੈਠੇ ਨੇ, ਬਾਕੀ ਨਕਲੀ ਜਿਹੜੇ ਹੈ ਉਹਨਾਂ ਦੀ ਜਗ੍ਹਾ ਖਤਮ ਹੋ ਗਈ ਹੈ। ਹੁਣ ਅੰਦੋਲਨ ਜਿਹੜਾ ਹੈ, ਅਸਲੀ ਅੰਦੋਲਨ ਹੁਣ ਸ਼ੁਰੂ ਹੋਇਆ ਆ। ਅਸਲੀ ਜੋ ਹੁਣ ਅੰਦੋਲਨ ਸ਼ੁਰੂ ਹੋਇਆ ਆ ਇਹਨੇ ਹੁਣ ਰਿਜ਼ਲਟ ਬਹੁਤ ਅੱਛਾ ਦੇਣਾ ਹੈ ਸਾਨੂੰ। ਬਾਕੀ ਇਹ 100% ਗਰੰਟੀ ਹੈ ਕਿ ਖਾਲਸੇ ਨੇ ਕੋਈ ਮੁਹਿੰਮ ਚਾਲੂ ਕੀਤੀ ਹੈ, ਉੱਥੇ ਉਹਨਾਂ ਨੇ ਫਤਿਹ ਪਾਈ ਹੈ। 552 ਸਾਲ ਦਾ ਸਾਡਾ ਇਤਿਹਾਸ ਹੈ। ਇਹ ਫਤਿਹ ਸਾਡਾ ਹੋਣਾ ਤਾਂ ਹੋਣਾ ਹੀ ਹੈ, ਲਾਜ਼ਮੀ ਹੈ। ਇਹ ਤਾਂ ਜਿਹੜੇ ਹੋਰ ਧਰਮਾਂ ਦੇ ਮੇਰੇ ਵੀਰ ਭੈਣ ਭਰਾ ਹੈ ਉਹਨਾਂ ਨੂੰ ਵੀ ਪਤਾ ਕਿ ਜਿੱਥੇ ਖਾਲਸਾ ਖੜ ਗਿਆ ਫਿਰ ਖਾਲਸਾ ਤਾਂ ਫਿਰ ਹੱਕ ਲੈ ਕੇ ਹੀ ਜਾਂਦਾ ਹੈ ਆਪਣੇ। ਨਾਲੇ ਸਾਡਾ ਹੱਕ ਹੈ, ਅਸੀਂ ਖੇਤੀਬਾੜੀ ਕੀਤੀ ਹੈ, ਲੋਕਾਂ ਨੂੰ ਅਸੀਂ ਪ੍ਰਸ਼ਾਦਾ ਪਾਣੀ ਛਕਾਇਆ, ਲੋਕਾਂ ਨੂੰ ਅਸੀਂ ਜਵਾਨ ਕੀਤਾ, ਸਾਡੇ ਅੰਨ ਖਾ ਕੇ, ਸਾਡੇ ਕਿਸਾਨਾਂ ਦੇ ਅੰਨ ਖਾ ਕੇ ਅੰਨਦਾਤਾ ਤੋਂ ਮਿਹਨਤ ਕਰਵਾਈ ਗਈ ਹੈ। ਉਹਨਾਂ ਨੂੰ ਉਹ ਜਿਹੜਾ ਸ਼ੁਰੂ ਤੋਂ
ਉਹ ਯੋਗਦਾਨ ਸਰਕਾਰ ਨੇ ਨਹੀਂ ਦਿੱਤਾ ਜਿਹੜਾ ਦੇਣਾ ਚਾਹੀਦਾ ਸੀਗਾ। ਅੱਜ ਕਿਸਾਨਾਂ ਨੂੰ ਇਹੀ ਚਾਹੀਦਾ ਹੈ ਕਿ ਉਹ ਕਿਸੇ ਗੱਲ ਤੋਂ ਘਬਰਾਉਣ ਨਾ। ਉਹਨਾਂ ਦੇ ਪਿੱਛੇ ਸੰਗਤ ਪਹਿਲੇ ਦਿਨ ਤੋਂ ਵੀ ਸੀ ਤੇ ਅੱਜ ਵੀ ਉਹਨਾਂ ਦੇ ਨਾਲ ਅਸੀਂ ਖੜੇ ਆ ਤੇ ਹਮੇਸ਼ਾ ਉਹਨਾਂ ਦੇ ਨਾਲ ਹੀ ਖੜਦੇ। ਜੇ ਉਹਨਾਂ ਦੇ ਨਾਲ ਨਹੀਂ ਖੜਾਂਗੇ ਫਿਰ ਭੁੱਖੇ ਮਰਾਂਗੇ, ਕਿਉਂਕਿ ਸਭ ਕੁਝ ਅੰਨਦਾਤਾ ਹੀ ਦੇ ਰਿਹਾ ਸਾਨੂੰ। ਕੋਈ ਬੰਦਾ ਇਹ ਗੱਲ ਕਹਿੰਦਾ ਕਿ ਹਾਂ ਜੀ ਅਸੀਂ ਪੈਸੇ ਲੈ ਕੇ ਅੰਨ ਖਰੀਦਦੇ ਆ, ਪੈਸੇ ਲੈ ਕੇ ਰੋਟੀ ਖਾਂਦੇ ਆ। ਬਾਕੀ ਦੇਖੋ ਜੇ ਅੰਨ ਹੋਏਗਾ ਤਾਂ ਹੀ ਰੋਟੀ ਮਿਲੇਗੀ, ਤਾਂ ਹੀ ਪੈਸਾ ਵਰਤੇ ਜਾਏਗਾ। ਸੋ ਇਸ ਕਰਕੇ ਕਿਸਾਨ ਜਿਹੜੇ ਹੈ ਉਹ ਸ਼ੁਰੂ ਤੋਂ ਮੁੱਖ ਨੇ। ਦੋ ਲੋਕਾਂ ਦਾ ਬੜਾ ਯੋਗਦਾਨ ਹੈ ਇਸ ਧਰਤੀ ਦੇ ਉੱਤੇ, ਇੱਕ ਪੈਦਾ ਕਰਨ ਵਾਲਾ, ਇੱਕ ਉਸ ਨੂੰ ਪਾਲਣ ਵਾਲਾ। ਤੇ ਜਿਵੇਂ ਕਿ ਬ੍ਰਹਮਾ ਨੇ ਧਰਤੀ ਬਣਾਈ ਹੈ ਤੇ ਵਿਸ਼ਨੂੰ ਜਿਹੜਾ ਹੈ ਉਹ ਰਿਜ਼ਕ ਵੰਡਦਾ ਹੈ ਤੇ ਸ਼ਿਵ ਜੀ ਹੈ ਉਹ ਮਾਰਦਾ ਇਨਸਾਨਾਂ ਨੂੰ। ਉਹ ਜਿਵੇਂ ਗੁਰਬਾਣੀ 'ਚ ਕਹਿੰਦੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਦੀਵਾਨ ਦਾ ਮਤਲਬ ਹੈ ਕਿ ਧਰਮ ਰਾਜੇ ਨੂੰ ਆਰਡਰ ਦੇਣ ਵਾਲਾ, ਪਰ ਸ਼ਿਵ ਜੀ ਨੇ ਵੀ ਇੱਕ ਦਿਨ ਮਰਨਾ ਹੀ ਹੁੰਦਾ ਹੈ, ਹਰ ਇੱਕ ਦੀ ਉਮਰ ਹੈ। ਤੇ ਜੋ ਕਿਸਾਨ ਹੈ, ਕਿਸਾਨਾਂ ਦਾ ਜਿਹੜਾ ਮੇਨ ਮੁੱਦਾ ਆ ਉਹ ਇਹੀ ਹੈ ਕਿ ਉਹ ਸਾਨੂੰ ਪਾਲਦੇ ਨੇ, ਅਸੀਂ ਉਹ ਸਾਡੇ ਲਈ ਹੀ ਬਣੇ ਹੋਏ ਨੇ। ਅਸੀਂ ਉਹਨਾਂ ਦੀ ਸਪੋਰਟ ਪਰ ਹਰ ਵੇਲੇ ਖੜੇ ਆ ਤੇ ਆਖਰੀ ਸਾਹ ਤੱਕ ਆਪਾਂ ਉਹਨਾਂ ਦੇ ਨਾਲ ਖੜੇ ਆ। ਤੇ ਇਹ ਮੋਰਚਾ ਤਾਂ ਵੈਸੇ ਜਿੱਤਿਆ ਗਿਆ ਆ ਜੀ, ਇਹ ਮੋਰਚਾ ਜਿੱਤਿਆ ਗਿਆ ਹੈ। ਹੁਣ ਇਹ ਤਾਂ ਇੱਕ ਸਰਕਾਰ ਪਖੰਡ ਕਰਦੀ ਆ, ਕਰੀ ਜਾਣ ਦਿਓ ਇਹਨਾਂ ਨੂੰ। ਬਾਕੀ ਜਿੱਤ ਤਾਂ ਸਾਡੀ ਹੋ ਚੁੱਕੀ ਹੈ। ਔਰ ਜਿਹੜੇ ਗਿਲੇ ਸ਼ਿਕਵੇ ਤੇ ਉਹ ਵਾ ਮੋਦੀ ਦਾ ਇੰਨਾ ਕਿ ਮੈਂ ਮੁਰਦਾਬਾਦ ਨਹੀਂ ਕਹੂੰਗਾ, ਧੰਨਵਾਦ ਕਰੂੰਗਾ। ਉਹਨੇ ਜਿਹੜੇ ਸਿੱਖ ਸਾਡੇ ਟੁੱਟ ਚੁੱਕੇ ਸੀਗੇ, ਉਹਨੇ ਇਹੋ ਜਿਹੇ ਏਜੰਡੇ ਪਾਸ ਕਰੇ ਸਾਰੇ ਫੇਰ ਜੋੜਦੇ ਨੇ। ਉਹ ਪਾਵਰਾਂ ਨੂੰ ਸਾਰੀਆਂ ਫੇਰ ਇਕੱਠੀਆਂ ਹੋ ਗਈਆਂ। ਹੁਣ ਉਹ ਸਰਕਾਰ ਕਿੱਥੇ ਤੱਕ ਭੱਜ ਸਕਦੀ ਤਾਂ ਭੱਜ ਲਵੇ। ਜਿੱਤ ਖਾਲਸੇ ਦੀ ਹੀ ਹੋਣੀ ਹੈ, ਜਿੱਤ ਕਿਸਾਨਾਂ ਦੀ ਹੀ ਹੋਣੀ ਹੈ, ਜਿੱਤ ਸਿੱਖਾਂ ਦੀ ਹੀ ਹੋਣੀ ਹੈ ਜੀ। ਜਿਸ ਤਰ੍ਹਾਂ ਸੰਵਿਧਾਨ ਦੀ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਵੀ ਸੰਵਿਧਾਨ ਦਾ ਫਲਸਫਾ ਲੈ ਕੇ ਚੱਲੇ, ਉਸ ਦੇ ਅਕੋਰਡਿੰਗ ਹੀ ਗੱਲ ਕਰਦੇ ਹੋ, ਤਾਂ ਤੁਹਾਨੂੰ ਕੀ ਲੱਗਦਾ ਕਿ ਜੇ ਕਾਨੂੰਨ ਬਣਾਏ ਜਾਂਦੇ ਨੇ ਤਾਂ ਸੰਵਿਧਾਨ ਦੇ ਅਨੁਸਾਰ ਉਹਨਾਂ ਨੂੰ ਤੋੜਿਆ ਨਹੀਂ ਜਾਂਦਾ, ਉਹਨਾਂ ਨੂੰ ਖਤਮ ਨਹੀਂ ਕੀਤਾ ਜਾਂਦਾ? ਦੇਖੋ, ਸੰਵਿਧਾਨ ਦੇ ਕਾਨੂੰਨਾਂ ਨੂੰ ਤੋੜਨ ਦੀ ਆਪਾਂ ਗੱਲ ਕਰੀਏ, 90% ਜਿਹੜਾ ਸੰਵਿਧਾਨ ਦੇ ਕਾਨੂੰਨ ਤੋੜਨ ਵਾਲੇ ਹੀ ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨ ਤੋੜ ਰਹੇ ਨੇ। ਤੁਸੀਂ ਦੇਖਣਾ ਕਿ ਹਰ ਥਾਣੇ ਦੇ ਅੰਦਰ, ਹੁਣ ਮੇਰੀ ਗੱਲ ਥੋੜੀ ਸੱਚੀ ਜੀ ਹੈ ਪਰ ਚੁਭਦੀ ਸਾਰੇ ਨੂੰ ਹੈ, ਪਰ ਸੱਚ ਹੈ। ਹੁਣ ਜਿਹੜੇ SHO ਹੈ, SHO ਦਾ ਤੁਸੀਂ ਥਾਣੇ ਦੇ ਅੰਦਰ ਜਾਓ, ਕਿਸੇ ਥਾਣੇ ਦਾ ਸਰਵੇ ਕਰੋ, ਉੱਥੇ ਦੇਖਣਾ ਕਿ ਜਦੋਂ ਨਵਾਂ SHO ਆਏਗਾ ਉਦੋਂ ਸਾਰੇ ਜਦੋਂ ਅਟੈਂਡੈਂਸ ਲਗਾਉਣ ਵਾਸਤੇ ਸਾਰੇ ਮੁਲਾਜ਼ਮ ਉੱਥੇ ਤੁਹਾਨੂੰ 50 ਤੋਂ 60 ਮੁਲਾਜ਼ਮ ਦਿਖਣਗੇ ਇੱਕ ਥਾਣੇ ਦੇ ਅੰਦਰ। ਚੌਂਕੀ ਦੇ ਅੰਦਰ ਥੋੜਾ ਘੱਟ ਦਿਖਣਗੇ। ਉਸ ਤੋਂ ਬਾਅਦ ਉਹੀ 10-15 ਡੇਲੀ ਰੂਟੀਨ 'ਚ ਤੁਹਾਨੂੰ ਉੱਥੇ ਮੁਲਾਜ਼ਮ ਦਿਖਣਗੇ। ਜਦੋਂ ਕੋਈ ਨਵਾਂ SHO ਆਉਂਦਾ ਸਾਰੇ ਉੱਥੋਂ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਮੁਲਾਜ਼ਮ, 50-60 ਮੁਲਾਜ਼ਮ ਦਿਖਦੇ ਨੇ। ਉਹ ਕਿਉਂ ਐਦਾਂ ਹੁੰਦਾ ਕਦੇ ਆਪਾਂ ਸੋਚਿਆ? ਕਿਉਂਕਿ ਜਿਹੜਾ SHO ਹੈ, ਕਈ SHO ਐਦਾਂ ਦੇ ਨੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਮੇਰੀ ਨਿਗਾਹ ਵਿੱਚ ਵੀ ਨੇ, ਤੇ ਉਹ ਐਦਾਂ ਦੇ ਨੇ ਜਿਹੜੇ ਬਾਹਰ ਦੀ ਵਾਰ ਅਟੈਂਡੈਂਸ ਲਗਵਾ ਦਿੰਦੇ ਨੇ। ਅਟੈਂਡੈਂਸ ਦੇ ਉਹ 10-10 ਹਜ਼ਾਰ ਰੁਪਏ ਲੈਂਦੇ ਨੇ। ਇਹ ਬਲੈਕ ਮਨੀ ਹੈ ਸਾਰੀ। ਇਹ ਹੁਣ ਕਾਨੂੰਨ ਨਹੀਂ ਤੋੜ ਰਹੇ ਨੇ ਕਿਆ? ਹੁਣ ਕਈ ਐਸੀ ਫੌਜ ਦੇ ਅੰਦਰ ਐਸੀ ਜਿਹੜੀਆਂ ਲੇਡੀਜ਼ ਪੁਲਿਸ ਨੇ, ਭੈਣਾਂ ਨੇ ਸਾਡੀਆਂ, ਉਹਨਾਂ ਨਾਲ ਸ਼ੋਸ਼ਣ ਹੋ ਰਿਹਾ ਆ, ਉਹ ਕਾਨੂੰਨ ਨਹੀਂ ਤੋੜ ਰਹੇ। ਹੁਣ ਕਿੰਨੇ ਤੁਸੀਂ ਦੇਖਦੇ ਵੀਡੀਓ ਵਾਇਰਲ ਹੁੰਦੀ ਆ, ਕੋਈ ਹੈਲਮਟ ਨਹੀਂ ਲੈ ਕੇ ਜਾ ਰਿਹਾ, ਆਪਣੀ ਮਰਜ਼ੀ ਨਾਲ ਮੁਲਾਜ਼ਮ ਤੁਰੀ ਜਾਂਦੇ ਨੇ, ਉਹ ਵੀ ਕਾਨੂੰਨ ਤੋੜ ਰਹੇ ਨੇ। ਹਰ ਕਾਨੂੰਨ ਨੂੰ ਤੋੜਿਆ ਜਾ ਰਿਹਾ ਹੈ। ਆ ਲਾਠੀ ਚਾਰਜ ਦਾ ਜਿਹੜਾ ਕਾਨੂੰਨ 1860 ਵਿੱਚ ਅੰਗਰੇਜ਼ਾਂ ਨੇ ਬਣਾਇਆ ਹੈ, ਅੱਜ ਉਹੀ ਚੱਲੀ ਜਾ ਰਿਹਾ ਹੈ। ਪੁਲਿਸ ਬਣਾਈ ਹੋਈ ਹੈ ਸਿਰਫ ਅਗਰ ਆਪਾਂ ਹੱਕ ਮੰਗਾਂਗੇ, ਪੁਲਿਸ ਦਾ ਕੰਮ ਹੈ ਲਾਠੀ ਚਾਰਜ ਕਰਨਾ। ਅਗਰ ਹੱਕ ਮੰਗਾਂਗੇ, ਸੱਚ ਬੋਲਾਂਗੇ ਤਾਂ ਪੁਲਿਸ ਦਾ ਕੰਮ ਹੈ ਲਾਠੀ ਚਾਰਜ ਕਰਨਾ। 1860 ਵਿੱਚ ਇਹ ਕਾਨੂੰਨ ਬਣਿਆ ਸੀ, ਇੰਡੀਅਨ ਪੁਲਿਸ ਐਕਟ ਬਣਿਆ ਸੀ, ਉਹ ਅੱਜ ਵੀ ਉਹੀ ਹੈ। ਉਹਦੇ 'ਚ ਕੋਈ ਚੇਂਜਿੰਗ ਨਹੀਂ ਆਈ, ਸਗੋਂ ਪਾਵਰ ਹੋਰ ਵਧਾ ਦਿੱਤੀ ਹੈ। ਹੁਣ ਰਹੀ ਗੱਲ ਪੁਲਿਸ ਦੀ, ਮੈਂ ਪਾਵਰ ਦੀ ਗੱਲ ਕਰਨ ਲੱਗਿਆ ਵਾਂ। ਪੁਲਿਸ ਦੇ ਅੰਦਰ ਇੰਨੀ ਸ਼ਕਤੀ ਹੈ, ਇੰਨੀ ਪਾਵਰ ਹੈ। 23 ਮਾਰਚ ਤੋਂ ਲੈ ਕੇ 31 ਮਾਰਚ ਤੱਕ ਤੁਸੀਂ ਲੋਕਡਾਊਨ ਲੱਗਿਆ ਸੀਗਾ। ਲੋਕਡਾਊਨ ਦੇ ਅੰਦਰ ਕੋਈ 23 ਮਾਰਚ ਤੋਂ ਲੈ ਕੇ 31 ਮਾਰਚ ਤੱਕ ਦਿਖਾਓ ਕਿਸੇ ਨੇ ਸੂਈ ਵੀ ਚੋਰੀ ਕੀਤੀ ਹੋਵੇ, ਕੋਈ ਥਾਣੇ 'ਚ ਕੰਪਲੇਂਟਾਂ ਗਈਆਂ ਹੋਣ, ਕੋਈ ਕ੍ਰਾਈਮ ਨਹੀਂ ਹੋਇਆ। ਲੋਕ ਆਪਣੇ ਘਰਾਂ 'ਚ ਜਿਹੜਾ 7-8 ਦਿਨ ਦੇ ਅੰਦਰ ਇਹ ਸਬੂਤ ਦੇ ਦਿੱਤਾ ਸਰਕਾਰ ਨੇ ਕਿ ਅਸੀਂ ਕ੍ਰਾਈਮ ਰੋਕ ਸਕਦੀਆਂ ਨੇ, ਸਾਡੇ ਕੋਲ ਪਾਵਰ ਹੈ। ਇੱਕ ਕੀੜੀ ਦੀ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਇਸ ਨਗਰ ਵਿੱਚ ਕੀੜੀ ਵਿੱਚ ਹੋਰ ਕੰਟਰੀ ਦੀ ਜਾਂ ਹੋਰ ਜ਼ਿਲ੍ਹੇ ਦੀ ਕੀੜੀ ਵੀ ਇਸ ਇੱਥੇ ਆ ਚੁੱਕੀ ਹੈ। ਇੰਨੀ ਇਹਨਾਂ ਨੂੰ ਪਕੜ ਹੁੰਦੀ ਹੈ ਇਹ ਪੁਲਿਸ ਮੁਲਾਜ਼ਮਾਂ ਨੂੰ, ਇਹ ਸਰਕਾਰ ਨੂੰ। ਪਰ ਉਹਨਾਂ ਨੇ ਉਹ 7 ਦਿਨਾਂ 'ਤੇ ਜਿਹੜਾ ਕਾਨੂੰਨ ਬੁਲਾਇਆ ਸੀਗਾ ਲੋਕਡਾਊਨ ਦਾ, ਉਹਦੇ 'ਚ ਕੋਈ ਕ੍ਰਾਈਮ ਨਹੀਂ ਹੋਇਆ। ਅਗਰ ਹਾਂ ਕੋਈ ਕੰਪਲੇਂਟਾਂ ਗਈਆਂ ਸੀ ਥਾਣੇ ਦੇ ਅੰਦਰ, ਉਹ ਮੀਆਂ ਬੀਬੀ ਦੀਆਂ ਸ਼ਿਕਾਇਤਾਂ, ਘਰੇਲੂ ਕੰਪਲੇਂਟਾਂ ਗਈਆਂ ਸੀਗੀਆਂ ਲੜਾਈ ਝਗੜੇ ਦੀਆਂ, ਕੋਈ ਜਿਹੜਾ ਕ੍ਰਿਮੀਨਲ ਕ੍ਰਾਈਮ ਨਹੀਂ ਹੋਇਆ ਸੀਗਾ, ਜੁਡੀਸ਼ੀਅਲ ਕ੍ਰਾਈਮ ਨਹੀਂ ਹੋਇਆ ਸੀਗਾ। ਨੋਰਮਲ ਜਿਹੜੇ ਘਰਾਂ 'ਚ ਲੜਾਈਆਂ ਹੁੰਦੀਆਂ ਉਹਦੀਆਂ ਕੰਪਲੇਂਟਾਂ ਗਈਆਂ ਸੀਗੀਆਂ। 23 ਮਾਰਚ ਤੋਂ ਲੈ ਕੇ 31 ਮਾਰਚ ਤੱਕ ਸਾਨੂੰ ਇਹ ਸਬੂਤ ਮਿਲ ਗਿਆ ਆ ਕਿ
ਅਗਰ ਸਰਕਾਰ ਚਾਹੇ ਤਾਂ 2 ਘੰਟੇ ਵਿੱਚ ਉਹ ਸਾਰਾ ਕਾਨੂੰਨ ਪਾਸ ਕਰਕੇ ਕ੍ਰਾਈਮ ਨੂੰ ਖਤਮ ਕਰ ਸਕਦੀ ਹੈ। ਜੇ ਉਹ ਨੋਟਬੰਦੀ ਕਰ ਸਕਦੀ ਹੈ ਤਾਂ ਕ੍ਰਾਈਮ ਵੀ ਖਤਮ ਕਰ ਹੀ ਸਕਦੀ ਹੈ ਜੀ। ਇੱਕ ਦਿਨ 'ਚ ਲੋਕਡਾਊਨ ਲੱਗ ਸਕਦਾ ਆ, ਨੋਟਬੰਦੀ ਹੋ ਸਕਦੀ ਹੈ, 370 ਹਟਾਈ ਜਾ ਸਕਦੀ ਹੈ। ਇਹ ਸਭ ਜਲਦਬਾਜ਼ੀ ਵਿੱਚ ਫੈਸਲੇ ਲਏ ਹੋਏ ਆ। ਤੁਗਲਕਾਬਾਦ ਦਾ ਮੰਦਿਰ ਢਾਇਆ ਗਿਆ ਆ ਆਪਣਾ ਸ਼੍ਰੀ ਰਵਿਦਾਸ ਜੀ ਮਹਾਰਾਜ ਜੀ ਦਾ। ਉਸ ਤੋਂ ਬਾਅਦ SC ਐਂਡ ST ਐਕਟ ਇੱਕਦਮ ਪਾਸ ਕੀਤਾ ਗਿਆ ਆ। ਜੋ ਭੀਮ ਰਾਓ ਅੰਬੇਡਕਰ ਜੀ ਨੇ SC ਐਂਡ ST ਐਕਟ ਪਾਸ ਕੀਤਾ ਸੀਗਾ, ਉਹਦੇ ਧੱਜੀਆਂ ਉਡਾ ਦਿੱਤੀਆਂ ਗਈਆਂ ਆ। ਇਹ ਸਾਰੇ ਇੱਕਦਮ ਜਲਦਬਾਜ਼ੀ ਵਿੱਚ ਮੂਰਖਤਾ ਵਾਲੇ ਜੇ ਫੈਸਲੇ ਲਏ ਹੋਏ ਨੇ। ਸਰਕਾਰ ਇਹ ਕਰ ਸਕਦੀ ਹੈ, ਕ੍ਰਾਈਮ ਨਹੀਂ ਰੋਕ ਸਕਦੀ। ਉਹ ਅਗਰ ਕ੍ਰਾਈਮ ਰੋਕ ਦੇਗੀ ਫਿਰ ਸਰਕਾਰ ਨੂੰ ਕਿਹੜਾ, ਸਰਕਾਰ ਕੋਲ ਕੀ ਕਰਨ ਜਾਏਗਾ ਕੋਈ। ਇਸ ਕਰਕੇ ਇਹ ਸੰਵਿਧਾਨ ਦੇ ਜੋ ਵੀ ਸੰਵਿਧਾਨ ਤੋੜਿਆ ਜਾ ਰਿਹਾ ਆ, ਉਹ ਆਮ ਪਬਲਿਕ ਦਾ ਵਿਚਾਰੀ ਡਰਦੀ ਬੜੀ ਹੈ। ਉਹ ਕਿਉਂ ਕ੍ਰਾਈਮ ਕਰਨਗੀਆਂ? ਕ੍ਰਾਈਮ ਕਰਨ ਵਾਲੇ ਜਿਹੜੇ ਹੁੰਦੇ ਨੇ IPS DIG SSP SHO, ਇਹਨਾਂ ਦੇ ਜਿਹੜੇ ਮੁੰਡੇ ਨੇ ਨਾ, ਕੁਝ ਚੱਜ ਦੇ ਹੋਣਗੇ ਪਰ 90% 70% ਇਹਨਾਂ ਦੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ। ਤੁਸੀਂ ਕਦੇ ਵੀ ਸਰਚ ਕਰਿਓ, ਕੋਈ ਬੈਂਕ ਲੁੱਟਿਆ ਗਿਆ, ਕੋਈ ATM ਲੁੱਟਿਆ ਗਿਆ, ਉਹ ਕੋਈ IPS ਦੀ ਟ੍ਰੇਨਿੰਗ ਲਿੱਤੀ ਹੋਈ ਹੈ, ਕਿਸੇ ਨੇ ਕੋਈ ਟ੍ਰੇਨਿੰਗ ਲਿੱਤੀ ਹੋਈ ਹੈ, ਕਿਸੇ ਨੇ ਨੇਵੀ ਦੀ ਟ੍ਰੇਨਿੰਗ ਲਿੱਤੀ ਹੋਈ, ਕਿਸੇ ਨੇ ਕੁਝ ਟ੍ਰੇਨਿੰਗ ਲਿੱਤੀਆਂ ਹੋਈਆਂ ਨੇ। ਉਹੀ ਕਾਨੂੰਨ ਤੋੜ ਰਹੇ ਨੇ। ਗਰੀਬ ਬੰਦਾ ਕੀ ਕਾਨੂੰਨ ਤੋੜੇਗਾ? ਉਹ ਤਾਂ ਵਿਚਾਰਾ ਜੇ ਕਿਤੇ ਗੁਰਦੁਆਰੇ ਵਿੱਚ ਵੀ ਜਾ ਰਿਹਾ, ਮੰਦਿਰ ਵਿੱਚ ਵੀ ਜਾ ਰਿਹਾ, ਉੱਥੇ ਪ੍ਰਬੰਧਕ ਕਮੇਟੀ ਨੂੰ ਇੱਕ ਵਾਰ ਲੰਗਰ ਖਿਲਾ ਦੇਗੀ, ਦੂਜੀ ਵਾਰ ਅੱਖਾਂ ਕੱਢਦੀ ਹੈ ਵੀ ਤੂੰ ਉਰੇ ਨਾ ਹੀ ਮੁੜ ਕੇ। ਸੋ ਇਸ ਕਰਕੇ ਜ਼ਿਆਦਾ ਕ੍ਰਾਈਮ ਜੋ ਕਰ ਰਹੇ ਨੇ ਉਹ ਖੁਦ ਮੁਲਾਜ਼ਮ ਕ੍ਰਾਈਮ ਕਰਦੇ ਨੇ। ਜਿਹੜੇ ਚੰਗੇ ਮੁਲਾਜ਼ਮ ਹੈ ਉਹਨਾਂ ਨੂੰ ਸਾਈਡ ਕਰ ਦਿੱਤਾ ਜਾਂਦਾ ਹੈ, ਤੇ ਜਿਹੜੇ ਭੂਚੜ ਮੁਲਾਜ਼ਮ ਨੇ, ਜਿਹੜੇ ਕਿਸੇ ਨਾਲ ਰਹਿਮ ਨਹੀਂ ਕਰਦੇ, ਇਹੋ ਜਿਹੇ ਲੋਕਾਂ ਨੂੰ ਤੁਸੀਂ ਸਟਾਰ ਲਗਾ ਦਿੰਦੇ ਹੋ। ਇਹ ਸਰਕਾਰ ਨੂੰ ਇਹੋ ਜਿਹੇ ਬੰਦੇ ਚਾਹੀਦੇ ਆ ਜਿਹੜੇ ਕ੍ਰਾਈਮ ਜ਼ਿਆਦਾ ਕਰਨ। ਜਿੰਨਾ ਕ੍ਰਾਈਮ ਵਧੇਗਾ ਇਸ ਦੇਸ਼ ਦੇ ਅੰਦਰ, ਉਨੀ ਸਰਕਾਰ ਦੀ ਵੈਲਿਊ ਵਧੇਗੀ। ਜਿੰਨਾ ਕ੍ਰਾਈਮ ਘਟੇਗਾ ਉਨੀ ਸਰਕਾਰ ਦੀ ਵੈਲਿਊ ਘਟੇਗੀ। ਸਰਕਾਰ ਨੂੰ ਗਰੀਬ ਤੋਂ ਕੋਈ ਮਤਲਬ ਨਹੀਂ ਹੈ, ਸਰਕਾਰ ਨੂੰ ਕਿਸੇ ਜਾਤੀ ਤੋਂ ਕੋਈ ਮਤਲਬ ਨਹੀਂ ਹੈ। ਇਹ ਜਿਹੜਾ ਸੰਵਿਧਾਨ ਬਣਾਇਆ ਗਿਆ ਹੈ ਇਹ ਸਿਰਫ ਗੁਲਾਮੀ ਦੀ ਇੱਕ ਨਿਸ਼ਾਨੀ ਹੈ। ਮੈਂ ਪੂਰੇ ਵਰਲਡ ਦੇ ਅੰਦਰ ਜਿਹਨੇ ਸੰਵਿਧਾਨ ਦੇ ਉੱਤੇ PhD ਕੀਤੀ ਹੋਈ ਹੈ, ਕੋਈ ਫਿਲਾਸਫਰ ਹੈ ਸੰਵਿਧਾਨ ਦਾ, ਕਿਸੇ ਨੇ ਕੋਈ ਵਿਸ਼ਲੇਸ਼ਣ ਕੀਤਾ ਹੋਇਆ ਹੈ, ਉਹ ਕਿਸੇ ਨੇ ਕੋਈ ਉਹਦਾ ਰਿਜ਼ਲਟ ਕੱਢੇ ਹੋਏ ਨੇ, ਮੇਰੇ ਕੋਲ ਬੈਠੋ। ਪਰ ਮੈਂ ਗੁਪਤ ਮੀਟਿੰਗਾਂ ਨਹੀਂ ਕਰੂੰਗਾ ਜੀ। ਹਾਂਜੀ ਬੰਦ ਕਮਰੇ ਦੇ ਅੰਦਰ ਮੀਟਿੰਗਾਂ ਕਰ ਲਿਆ ਜੀ, ਹਾਂ ਜੀ ਜਿੱਤ ਗਏ ਜੀ, ਹਾਰ ਗਏ, ਇਹ ਆਪਾਂ ਐਲਾਨ ਕਰਤਾ ਸੰਗਤ ਦੇ ਅੰਦਰ। ਐਦਾਂ ਨਹੀਂ, ਸੰਗਤ ਦੇ ਵਿੱਚ ਮੈਂ ਬੈਠਾਂਗਾ। ਸਾਰੀ ਸੰਗਤ ਇਕੱਠੀ ਕਰੋ। ਸੰਗਤ ਸਾਰੀ ਪੜ੍ਹੀ ਲਿਖੀ ਹੈ, ਸਭ ਇਹ ਸਰਕਾਰਾਂ ਨੇ ਸਭ ਨੂੰ ਜਾਗਰੂਕ ਕਰ ਦਿੱਤਾ ਆ, ਸਭ ਟ੍ਰੇਨਡ ਕਰ ਦਿੱਤੇ ਸਰਕਾਰਾਂ ਨੇ। ਸੰਗਤ ਦੇ ਵਿੱਚ ਬੈਠੋ। ਜਿੰਨੇ ਵੀ ਬੁੱਧੀਜੀਵ ਹੈ ਜੋ ਸਰਕਾਰਾਂ ਨੂੰ ਚੰਗੇ ਕਹਿੰਦੇ ਨੇ, ਸਰਕਾਰਾਂ ਨੂੰ ਵਧੀਆ ਕਹਿੰਦੇ ਨੇ, ਸੰਵਿਧਾਨ ਨੂੰ ਚੰਗਾ ਕਹਿੰਦੇ ਨੇ, ਮੇਰੇ ਕੋਲ ਬੈਠ ਜਾਣ। ਮੇਰੇ ਕੋਲ ਸੰਵਿਧਾਨ ਰੱਖ ਲਾਂਗੇ ਆਪਾਂ। ਕੱਲੇ ਐਕਟ ਦੇ ਉੱਤੇ, ਕੱਲੇ IPS ਦੇ ਉੱਤੇ ਆਪਾਂ ਡਿਬੇਟ ਕਰਦੇ ਹਾਂ। ਤੇ ਮੈਂ ਇਹ ਸਬੂਤ ਦਵਾਂਗਾ ਕਿ ਜਿੰਨੇ ਵੀ ਕਾਨੂੰਨ ਹੈ ਉਹ ਅੱਜ ਵੀ ਉਹੀ ਕਾਨੂੰਨ ਹੈ ਜਦੋਂ 1860 ਵਿੱਚ ਅੰਗਰੇਜ਼ਾਂ ਨੇ ਉਹਦੇ ਰਾਜ ਕਰਨ ਵੇਲੇ ਲਾਗੂ ਕੀਤੇ ਸੀਗੇ। ਇਹ ਅੱਜ ਵੀ ਉਹੀ ਹੈ। ਕਾਨੂੰਨ ਤੋੜਨ ਵਾਲੀ ਹੀ ਸਰਕਾਰ ਹੈ, ਸਰਕਾਰ ਹੀ ਕਾਨੂੰਨ ਤੋੜਦੀ ਹੈ। ਇਹ ਕਾਨੂੰਨ ਤੋੜੇ ਜਾ ਰਹੇ ਨੇ। ਫਿਰ ਤੁਹਾਨੂੰ ਕੀ ਲੱਗਦਾ ਕਿ ਅਜੇ ਵੀ ਸਾਡੇ ਮੰਤਰੀਆਂ ਵੱਲੋਂ, ਕ੍ਰਿਸ਼ੀ ਮੰਤਰੀ ਹੋ ਗਏ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਕਿਸਾਨਾਂ ਦਾ ਭਲਾ ਚਾਹੁੰਦੇ ਆ, ਜੇ ਤੁਹਾਡੇ ਲਈ ਇਹ ਬਿੱਲ ਬਣਾਇਆ ਅੱਜ ਤੁਹਾਨੂੰ ਨਹੀਂ ਸਮਝ ਆ ਰਿਹਾ, ਤੁਹਾਨੂੰ ਕਿਤੇ ਇਹ ਪਤਾ ਲੱਗੂਗਾ ਕਿ ਤੁਹਾਡੇ ਲਈ ਸਹੀ ਆ। ਤੁਹਾਨੂੰ ਕੀ ਲੱਗਦਾ ਕਿ ਇਦਾਂ ਦਾ ਕਹਿਣਾ, ਹੁਣ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਜੇ ਤੁਸੀਂ ਸਾਡੇ ਪ੍ਰਸਤਾਵ ਨੂੰ ਸਵੀਕਾਰ ਕਰਦੇ ਹੋ, 1.5 ਸਾਲ ਹੋਏ ਅਸੀਂ ਹੋਲਡ ਕਰ ਰਹੇ ਆ, ਜੇ ਮੰਨਦੇ ਹੋ ਤਾਂ ਸਾਡੇ ਨਾਲ ਮੀਟਿੰਗ ਕਰ ਸਕਦੇ ਹੋ। ਦੇਖੋ, ਆਪਾਂ ਜਿਹੜਾ ਕ੍ਰਿਸ਼ੀ ਮੰਤਰੀ ਦੀ ਆਪਾਂ ਗੱਲ ਕਰੀ ਹੈ, ਇਹ ਐਵੇਂ ਮਤਲਬ ਕਿ ਜਿਹੜਾ ਸਭ ਤੋਂ ਜ਼ਿਆਦਾ ਕ੍ਰਿਮੀਨਲ ਬੰਦਾ ਆ ਉਹਨੂੰ ਪੋਸਟਾਂ ਦੇ ਦਿੰਦੇ ਆ। ਹੁਣ ਆਪਾਂ ਅਮਿਤ ਸ਼ਾਹ ਦੀ ਬਾਇਓਗ੍ਰਾਫੀ ਚੈੱਕ ਕਰੀਏ, ਆਟੋਗ੍ਰਾਫੀ ਚੈੱਕ ਕਰੀਏ, ਉਹ ਕਿੱਡਾ ਕੁ ਬੜਾ ਕੋਈ ਬੜਾ ਬਹੁਤ ਸੰਨਿਆਸੀ ਇਨਸਾਨ ਸੀਗਾ ਕੋਈ ਉਹ। ਹੁਣ ਮੋਦੀ ਦੇ ਤੁਸੀਂ ਆਟੋਗ੍ਰਾਫੀ ਚੈੱਕ ਕਰੋ, ਨਰਿੰਦਰ ਮੋਦੀ ਦੀ, ਉਹ ਆਪਣੇ ਘਰ ਤੋਂ ਕਿਵੇਂ ਸੋਨਾ ਚੱਕੇ ਕਰਦਾ ਸੀਗਾ, ਕਿਵੇਂ ਆਪਣੇ ਬਾਪ ਨੂੰ ਫਸਾਇਆ ਉਹਨੇ ਕਿੰਨੀ ਵਾਰ, ਉਹ ਸਾਰੀ ਆਟੋਗ੍ਰਾਫੀ ਉਹਦੀ ਅੱਜ ਵੀ ਹੈ। ਤੇ ਉਸ ਤੋਂ ਬਾਅਦ ਜਿੰਨੇ ਵੀ ਯੋਗੀ ਹੈ, ਯੋਗੀ ਦੇ ਮੈਂ ਸ਼ਹਿਰ ਗਿਆ ਸੀਗਾ ਸੰਭਲ ਨਗਰੀ ਦੇ ਅੰਦਰ, ਉੱਥੇ ਜਦੋਂ ਮੈਂ ਸਪੀਚ ਕਰੀ ਸੀ ਉੱਥੇ ਗੋਲੀਆਂ ਚਲਾ ਕੇ ਸਾਨੂੰ ਡਰਾਉਣ ਲੱਗ ਗਿਆ ਯੋਗੀ। ਉਹ ਹੁਣ ਵੀ ਵੀਡੀਓ ਵਿੱਚ ਮੇਰੇ ਦਿਖਾਵਾਂਗਾ ਤੁਹਾਨੂੰ। ਉੱਥੇ ਜਦੋਂ CAA NRC ਐਕਟ ਹੋਇਆ ਸੀ, ਉੱਥੇ ਮੈਂ ਗਿਆ ਸਪੀਚ ਕਰੀ ਸੀਗੀ, ਤੇ ਉੱਥੇ ਮੈਨੂੰ ਡਰਾਇਆ। ਆਪਾਂ ਕਿਉਂ ਡਰਨਾ ਕਿਸੇ ਤੋਂ, ਸਾਨੂੰ ਕਿਹਾ ਗੋਲੀਆਂ ਅਸੀਂ ਦੇਖੀਆਂ ਨਹੀਂ ਹੈਗੀਆਂ। ਹੁਣ ਉੱਥੇ ਕਿਆ ਸਿਸਟਮ ਹੈ, ਇਹ ਜਿਹੜੀ ਕ੍ਰਿਸ਼ੀ ਮੰਤਰੀ ਦੀ ਆਪਾਂ ਗੱਲ ਕਰਦੇ, ਲੋਕ ਕ੍ਰਿਸ਼ੀ ਮੰਤਰੀ ਨੂੰ ਮੈਂ ਕ੍ਰਿਸ਼ੀ ਮੰਨ ਲੂੰਗਾ, ਉਹਨੂੰ ਕਹਿ ਦੋ ਇੱਕ ਵਾਰੀ ਹੱਲ ਚਲਾ ਕੇ ਦਿਖਾ ਦੇਵੇ, ਜਾਂ ਝੋਨਾ ਲਾ ਕੇ ਦਿਖਾ ਦੇਵੇ, ਨੱਕਾ ਮੋੜ ਕੇ ਦਿਖਾ ਦੇਵੇ, ਸੁਹਾਗਾ ਫੇਰ ਕੇ ਦਿਖਾ ਦੇਵੇ, ਕਰ ਹੀ ਨਹੀਂ ਸਕਦਾ ਉਹ। ਉਹਨੂੰ ਪੁੱਛ ਲਓ ਕਿ ਹਾਂ ਜੀ ਜਿਹੜੇ ਪੁਰਾਣੇ ਟਾਈਮ ਦੇ ਅੰਦਰ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀਗੇ, ਉਹ ਚਾਂਦੀ ਦੀ ਲੱਕੜ ਦਾ ਹਲ ਚਲਾਉਂਦੇ ਸੀਗੇ। ਕਈ ਜਿਹੜੇ ਬੜੇ ਰਾਜੇ ਹੁੰਦੇ ਸੀਗੇ ਉਹ ਹਲ ਦੇ ਉੱਪਰ ਸੋਨਾ ਲਾਉਂਦੇ ਹੁੰਦੇ ਸੀਗੇ। ਉਹ ਇਸ ਕਰਕੇ ਕਿ ਧਰਤੀ ਨੂੰ એનર્ਜੀ ਦੇਣੀ ਆ। ਇਹ ਜਿਹੜੇ ਕ੍ਰਿਸ਼ੀ ਮੰਤਰੀ ਹੈ, ਇਹਨਾਂ ਨੇ ਹਾਈਬ੍ਰਿਡ ਲਾਂਚ ਕਰ ਦਿੱਤਾ, ਪੈਸਟੀਸਾਈਡ ਲਾਂਚ ਕਰ ਦਿੱਤਾ, ਜੋ ਸਾਡੀ ਸਿਹਤ ਵਾਸਤੇ ਖਰਾਬ ਹੈ। ਹੁਣ ਸ਼ਕਤੀ ਵੀ ਘਟ ਗਈ, ਹੁਣ ਖਤਮ ਹੋ ਰਹੀ ਹੈ। ਹੁਣ ਜਿਹੜੇ ਹੱਲ ਆਪਾਂ ਚਲਾਉਂਦੇ ਨੇ ਨਾ, ਉਹ ਹੱਲ ਲੋਹੇ ਦੇ ਜਦੋਂ ਧਰਤੀ ਨਾਲ ਅਟੈਚ ਹੁੰਦੇ ਨਾ, ਕਿਉਂਕਿ ਧਰਤੀ ਅੰਦਰ ਆਇਰਨ ਹੈ, ਉਹ ਆਇਰਨ ਜਦੋਂ ਆਇਰਨ ਨਾਲ ਟਕਰਾਉਂਦਾ ਹੈ ਤਾਂ ਧਰਤੀ ਦੀ ਜਿਹੜੀ ਉਪਜ ਸ਼ਕਤੀ ਹੈ ਉਹ ਡੈਮੇਜ ਹੋ ਰਹੀ ਹੈ।
ਉਹ ਵੀਕ ਹੋ ਰਹੀ ਹੈ। ਇਸ ਕਰਕੇ ਸਾਨੂੰ ਪੈਸਟੀਸਾਈਡ ਹਾਈਬ੍ਰਿਡ ਪਾਣਾ ਪੈਂਦਾ ਆ। ਅਗਰ ਆਪਾਂ ਨੈਚੁਰਲ ਖੇਤੀ ਕਰਾਂਗੇ, ਸਾਨੂੰ ਕ੍ਰਿਸ਼ੀ ਮੰਤਰੀ, ਆਪਾਂ ਸਾਰੇ ਕ੍ਰਿਸ਼ੀ ਮੰਤਰੀ ਹੈ, ਕਿਸਾਨ ਤੋਂ ਵੱਡਾ ਕਿਹੜਾ ਕ੍ਰਿਸ਼ੀ ਮੰਤਰੀ ਹੋ ਗਿਆ। ਇਹ ਤਾਂ ਸਿਰਫ ਇਹ ਤਾਂ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਸਤੇ ਇਹ ਹੈ, ਬਸ ਇਹੋ ਜਿਹੇ ਬੰਦੇ ਬਿਠਾਏ ਹੋਏ ਆ। ਬਾਕੀ ਕੋਈ ਨਹੀਂ, ਇਹਨਾਂ ਦਾ ਸਮਾਂ ਨੇੜੇ ਹੀ ਆ ਗਿਆ। ਕੋਈ ਕ੍ਰਿਸ਼ੀ ਮੰਤਰੀ ਹੈ ਉਹ ਆਪ ਕੱਲਾ ਨਾ ਆਵੇ, ਮੈਨੂੰ ਜਿੱਥੇ ਕਹੋਗੇ ਮੈਂ ਉੱਥੇ ਪਹੁੰਚ ਜਾਗਾ। ਉਹ ਆਪਣੇ ਵਰਗੇ ਕ੍ਰਿਸ਼ੀ ਮੰਤਰੀ ਦੇ ਉੱਪਰ ਜਿਹਨੇ PhD ਕਰੀ ਹੋਈ ਹੈ ਉਹਨਾਂ ਕੋਲ ਡਿਬੇਟ ਕਰਾ ਦਿਓ, ਮੇਰੀ ਲਾਈਵ ਡਿਬੇਟ ਚੱਲਣ, ਸਾਰੀ ਸੰਗਤ ਸੁਣੇ, ਫਿਰ ਤੁਹਾਡੇ ਸਾਹਮਣੇ ਰਿਜ਼ਲਟ ਆਪੇ ਆ ਜਾਏਗਾ। ਮੈਂ ਇੱਥੇ ਆਇਆ ਪੂਰੀ ਤਿਆਰੀ ਨਾਲ, ਪੂਰੀ ਸਿਸਟਮ ਸੰਵਿਧਾਨ ਨੂੰ ਪੜ੍ਹ ਕੇ, ਗ੍ਰੰਥਾਂ ਨੂੰ, ਵੇਦਾਂ ਨੂੰ, ਸ਼ਾਸਤਰਾਂ ਨੂੰ ਪੜ੍ਹ ਕੇ ਫਿਰ ਮੈਂ ਇੱਥੇ ਮੈਦਾਨ 'ਚ ਆਇਆ। ਕਿਉਂਕਿ ਇੱਥੇ ਹੁਣ ਇਹ ਜਿਹੜਾ ਯੁੱਗ ਚੱਲ ਰਿਹਾ ਨਾ, ਇਹ ਡਿਬੇਟ ਦਾ ਯੁੱਗ ਚੱਲ ਰਿਹਾ ਆ। ਜੇ ਤੁਸੀਂ ਤਲਵਾਰ ਲੈ ਕੇ ਚੱਲੋਗੇ ਤੁਹਾਨੂੰ ਆਤੰਕਵਾਦੀ ਬਣਾ ਦੇਣਾ ਇਹਨਾਂ ਨੇ, ਠੀਕ ਹੈ। ਜੇ ਤੁਸੀਂ ਹੱਕ ਦੀ ਗੱਲ ਕਰੋਗੇ ਤੁਹਾਨੂੰ ਇਹਨਾਂ ਨੇ ਦੇਸ਼ ਦਰੋਹੀ ਬਣਾ ਦੇਣਾ। ਉਹ ਡਿਬੇਟ ਹੱਲਾ ਬੋਲ, ਇਹ ਅੰਜਨਾ ਓਮ ਕਸ਼ਯਪ ਨੇ ਹੱਲਾ ਬੋਲ 'ਚ ਮੈਨੂੰ ਬੁਲਾਇਆ ਸੀਗਾ, ਮੇਰੀ ਗੱਲਾਂ ਜਵਾਬ ਹੀ ਨਹੀਂ ਆਇਆ, ਨਾ ਮੇਰੇ ਵੱਲ ਮੂੰਹ ਕਰਿਆ ਉਹਨੇ। ਮੈਂ ਕਿਹਾ ਤੁਸੀਂ ਯਾਰ ਮੈਨੂੰ ਲਾਈ ਡਿਟੈਕਟਰ ਦੇ ਉੱਪਰ ਲੈ ਕੇ ਚੱਲੋ, ਪੂਰੇ ਵਰਲਡ ਵਿੱਚ ਮੈਂ ਹੀ ਇਕਲੌਤਾ ਬੰਦਾ ਲਾਈਟ ਡਿਟੈਕਟਰ ਦੀ ਮੰਗ ਕਰਦਾ ਵਾਂ। ਤੁਸੀਂ ਲਾਈਟ ਡਿਟੈਕਟਰ 'ਚ ਮੈਨੂੰ ਸਾਹਮਣੇ ਖੜਾ ਕਰੋ, ਕ੍ਰਿਸ਼ੀ ਮੰਤਰੀ ਨੂੰ ਖੜਾ ਕਰੋ, ਕਿਆ ਉਹ ਵਾਕਈ ਕਿਸਾਨਾਂ ਦਾ ਭਲਾ ਚਾਹੁੰਦੇ ਹੋ? ਇਹੀ ਸਵਾਲ ਮੈਨੂੰ ਪੁੱਛ ਲਓ। ਜੋ ਕ੍ਰਿਸ਼ੀ ਮੰਤਰੀ ਆਪਣੇ ਬਣੇ ਹੋਏ ਨੇ, ਇਹ ਕਿਸਾਨਾਂ ਤੋਂ ਵੱਡਾ ਨਹੀਂ ਹੋ ਸਕਦਾ। ਕਿਸਾਨਾਂ ਦੀ ਅੰਨ ਖਾਂਦੇ ਆਪਾਂ, ਔਰ ਜਿਹਦਾ ਖਾਈਏ ਉਹਦੀ ਥੋੜੀ ਬਹੁਤ ਗੁਣ ਗਾਣੇ ਚਾਹੀਦੇ ਆ। ਨਾਲੇ ਤਾਂ ਸੱਚ ਹੈ, ਸਦੀਆਂ ਤੋਂ ਕਿਸਾਨ ਸਾਨੂੰ ਪਾਲਦਾ ਆ ਰਿਹਾ ਹੈ। ਸੋ ਇਸ ਕਰਕੇ ਕ੍ਰਿਸ਼ੀ ਮੰਤਰੀ ਦੀ ਅਜੇ ਉਸ ਲੈਵਲ ਦੀ ਅਜੇ ਕੋਈ ਸੋਚ ਨਹੀਂ ਹੈਗੀ ਕਿ ਉਹ ਸਾਡਾ ਭਲਾ ਕਰ ਸਕੇ। ਉਹ ਇਹੋ ਜਿਹੀ ਏਜੰਡਾ ਪਾਸ ਕਰਨਗੇ ਜਿਹਦੇ ਨਾਲ ਜਿਹੜਾ ਕਿਸਾਨ ਹੈ ਮਰ ਰਿਹਾ ਹੈ, ਜਿਹਨੇ 10 ਸਾਲਾਂ ਬਾਅਦ ਮਰਨਾ ਹੈ, ਉਹ 10 ਮਹੀਨੇ 'ਚ ਮਰ ਜਾਵੇ। ਤੁਹਾਨੂੰ ਕੀ ਲੱਗਦਾ ਫਿਰ ਕੀ ਕਾਰਨ ਹੈ ਜਿਹੜੇ ਇਦਾਂ ਦੇ ਬਿੱਲ ਲਿਆਂਦੇ? ਉਹ ਵੀ ਕਰੋਨਾ ਦੀ ਆੜ 'ਚ ਬਿੱਲ ਪਾਸ ਕਰ ਦਿੱਤੇ, ਪਹਿਲਾਂ GST ਕਰਤੀ ਸੀ, ਉਸ ਤੋਂ ਪਹਿਲਾਂ ਨੋਟਬੰਦੀ, ਮਤਲਬ ਕਿ ਬਸ ਇਹ ਹੈ ਕਿ ਸਾਲ ਵੀ ਨਹੀਂ ਪੈਣ ਦਿੰਦੇ ਤੇ ਨਵੇਂ ਪੈਤੜੇ ਜਿਹੜੇ ਉਹ ਅਪਣਾਉਣੇ ਸ਼ੁਰੂ ਕਰ ਦਿੰਦੇ ਨੇ। ਦੇਖੋ, ਆਪਾਂ 3 ਬਿੱਲਾਂ ਨੂੰ ਆਪਾਂ ਇਹ ਗੱਲ ਕਹਿ ਰਹੇ ਨਾ ਕਿ 3 ਬਿੱਲ ਕਾਲੇ ਕਾਨੂੰਨ ਰੱਦ ਕਰੋ, ਹਨਾ। ਕਾਲੇ ਕਾਨੂੰਨ ਸਾਰੇ ਰੱਦ ਕਰੋ, ਕੱਲੇ 3 ਬਿੱਲਾਂ ਦਾ ਮਸਲਾ ਨਹੀਂ ਹੈ। ਅਜੇ ਇੱਕ ਬਿੱਲ ਹੋਰ, ਅਜੇ ਹਜ਼ਾਰਾਂ ਬਿੱਲ ਨੇ, 34,556 ਕਾਨੂੰਨ ਨੇ। ਐਡਾ ਬੜਾ ਗ੍ਰੰਥ ਹੈ ਜੀ। ਉਹ ਸਾਰੇ ਸਟੇਟਾਂ ਦੇ ਵਿੱਚ ਉਹਨਾਂ ਨੇ ਸੰਵਿਧਾਨ ਇਕੱਠਾ ਕਰਕੇ ਨਾ, ਸਾਰੇ ਸਟੇਟਾਂ ਦਾ ਉਹ ਸੰਵਿਧਾਨ ਇਹਨਾਂ ਨੇ ਉਹ ਇਕੱਠਾ ਕਰਿਆ ਜਿਹੜਾ ਮਤਲਬ ਕਿ ਗੁਲਾਮੀ ਦਾ ਹੈ। ਤਰੱਕੀ ਵਾਲਾ ਸੰਵਿਧਾਨ ਕੋਈ ਨਹੀਂ ਹੈ। ਹੁਣ ਦੇਖੋ, ਜਦ ਤੋਂ ਦੇਸ਼ ਆਜ਼ਾਦ ਹੋਇਆ, ਇਹ ਨਦੀਆਂ 3 ਲੱਖ ਤੋਂ ਜ਼ਿਆਦਾ ਤਲਾਬ ਸੀਗੇ, ਉਹ ਗੰਦੇ ਹੋ ਚੁੱਕੇ ਨੇ। 999 ਨਦੀਆਂ ਗੰਦੀਆਂ ਹੋ ਚੁੱਕੀਆਂ ਨੇ। ਜਾਂ ਅੱਜ ਗੰਗਾ ਨੂੰ ਆਪਾਂ ਮਾਤਾ ਕਹਿੰਦੇ, ਸਾਡੇ ਦੇਸ਼ ਦੀ ਮਾਤਾ ਗੰਗਾ ਆ। ਗੰਗਾ ਉਹਨੂੰ ਹੱਥ ਲਾਉਣ ਨੂੰ ਦਿਲ ਨਹੀਂ ਕਰਦਾ, ਉਹਦੇ 'ਚ ਇੰਨਾ ਮਲ ਮੂਤਰ ਉਹਦੇ 'ਚ ਪਾਇਆ ਜਾਂਦਾ ਆ ਹੈ। ਸਮੁੰਦਰ ਤੱਕ ਗੰਦਾ ਹੁੰਦਾ ਜਾ ਰਿਹਾ ਹੈ, ਉਹਦੇ ਅੰਦਰ ਜਿਹੜੀਆਂ ਮੱਛੀਆਂ ਉਹ ਮਰ ਰਹੀਆਂ ਨੇ। ਹੁਣ ਚਲੋ ਆਪਾਂ ਕਾਨੂੰਨ ਦੀ ਗੱਲ ਕਰਦੇ, ਕਾਨੂੰਨ ਤਾਂ ਰੱਦ ਹੋ ਹੀ ਜਾਣਗੇ। ਆ ਜਿਹੜੀ ਗਲੋਬਲ ਵਾਰਮਿੰਗ ਹੈ, ਆ ਭੁਚਾਲ ਆ ਰਹੇ ਨੇ, ਜਵਾਲਾਮੁਖੀ ਇਟਲੀ 'ਚ ਫਟ ਚੁੱਕਿਆ ਆ, ਹੋਰ ਸੁਨਾਮੀ ਦੇ ਹੁਣ ਆਸ਼ੰਕਾ ਨੇ। ਆ ਨਾਸਾ ਦੇ ਵਿਗਿਆਨਿਕ ਤੁਹਾਨੂੰ ਅਲਰਟ ਕਰ ਰਹੇ ਆ। ਹੁਣ ਮੰਗਲ ਗ੍ਰਹਿ ਨੂੰ ਭੱਜਣ ਨੂੰ ਫਿਰਦੇ ਨੇ, ਪਹਿਲਾਂ ਧਰਤੀ ਤਾਂ ਸੰਭਾਲ ਲਓ। ਮੰਗਲ ਗ੍ਰਹਿ ਦੀ ਤਿਆਰੀਆਂ ਕਰੀ ਫਿਰਦੇ ਨੇ। ਉਹ ਮੰਗਲ ਗ੍ਰਹਿ ਤੇ ਵੀ ਬਹੁਤ ਆਬਾਦੀ ਹੈ, ਪੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਲਿਖਿਆ ਹੋਇਆ ਹੈ, ਜੋ ਬ੍ਰਹਮੰਡੇ ਸੋਈ ਪਿੰਡੇ। ਸੋ ਇਸ ਕਰਕੇ ਇਹ ਕਾਨੂੰਨ ਕੱਲੇ 3 ਦਾ ਮਸਲਾ ਨਹੀਂ ਹੈ, ਇਸ ਤੋਂ ਅੱਗੇ ਹਜ਼ਾਰਾਂ ਕਾਨੂੰਨ ਹੋਰ ਪਏ ਨੇ ਕ੍ਰਿਸ਼ੀ ਦੇ ਰਿਗਾਰਡਿੰਗ। ਹੁਣ ਇੱਕ ਕਾਨੂੰਨ ਐਸਾ ਵੀ ਆਏਗਾ, ਜਿਹੜੀ ਜ਼ਮੀਨ LRR ਉਹਦਾ ਨਾਂ ਹੈ, ਉਹ ਕਾਨੂੰਨ ਹੁਣ 2013 ਚ ਉਹਨੂੰ ਹੋਰ ਰੀਨਿਊ ਕੀਤਾ ਗਿਆ। ਉਹਦੇ ਵਿੱਚ ਕੀ ਚੱਕਰ ਹੈ, ਉਹ ਲੈਂਡ ਆਫ ਰੀਸੈਟਲਮੈਂਟ ਜਿਹੜਾ ਉਹ ਇੱਕ ਕਾਨੂੰਨ ਹੈ, ਉਹਦੇ ਵਿੱਚ ਕੀ ਹੈ, ਉਹਦੇ ਵਿੱਚ ਹੁਣ ਸਾਰੇ ਪੰਜਾਬ ਨੂੰ ਆਪਾਂ ਉਰੇ ਸੱਦ ਲਿਆ, ਸਾਰੇ ਕਿਸਾਨ ਵਿਚਾਰੇ ਉਰੇ ਆ ਗਏ। ਹੁਣ ਉਹ ਕਿਸਾਨ ਤਾਂ ਵਿਚਾਰੇ ਜਿਹੜੇ ਮਿਹਨਤੀ ਲੋਕ ਸੀਗੇ ਉਰੇ ਬਾੜ ਦਿੱਤੇ ਆ। ਹੁਣ ਜੇ ਪਿੱਛੇ ਤੇ ਪੁਲਿਸ ਨੇ ਉੱਥੇ ਜਾ ਕੇ ਆਰਮੀ ਰੈਪਿਡ ਫੋਰਸ ਲਾਤੀ, ਆਰਮੀ ਫੋਰਸ ਲਾ ਕੇ ਜਾਂ RSS ਦੇ ਬੰਦੇ ਨੂੰ ਵਰਦੀ ਪਵਾ ਕੇ ਉੱਥੇ ਜਵਾਨ ਜਿਹੜੀ ਜ਼ਮੀਨਾਂ ਐਕਵਾਇਰ ਕਰ ਲਿੱਤੀਆਂ, ਕਬਜ਼ੇ 'ਚ ਕਰ ਲੀਆਂ, ਫਿਰ ਅਸੀਂ ਉੱਥੇ ਕੀ ਕਰਾਂਗੇ? ਕਦੇ ਆਪਾਂ ਇਹ ਸੋਚਿਆ? ਕਿਉਂਕਿ ਇਹ ਆਉਣ ਵਾਲੇ ਟਾਈਮ 'ਚ ਇਹਨਾਂ ਨੇ ਇਹੀ ਕਰਨਾ ਆ। ਔਰ ਜੋ ਮੈਂ ਸ਼ੰਭੂ ਮੋਰਚੇ ਜੋ ਗੱਲਾਂ ਬੋਲੀਆਂ ਸੀ, ਮੈਂ ਤੁਸੀਂ ਮੇਰੀ ਸਪੀਚ ਸੁਣ ਲਿਓ, ਉਹਦੇ 'ਚ ਮੈਂ ਬੋਲਿਆ ਸੀ ਇਹਨਾਂ ਨੇ ਘਰਾਂ 'ਚੋਂ ਕੱਢ ਕੁੱਟਣਾ ਹੈ ਸਾਨੂੰ, ਠੀਕ ਹੈ। ਉਸ ਤੋਂ ਬਾਅਦ ਆਉਣ ਵਾਲਾ ਸਮਾਂ ਬੜਾ ਮਾੜਾ ਆ। ਹੁਣ ਜਨਵਰੀ ਦੇ ਅੰਦਰ ਇਹਨਾਂ ਨੇ ਝੰਡਾ ਚੜਾਇਆ, ਜੋ ਮੈਂ ਨਵੰਬਰ ਵਿੱਚ ਬੋਲਤਿਆ ਸੀਗਾ, ਕਿਉਂਕਿ ਮੈਨੂੰ ਸਾਰਾ ਪਤਾ ਸੀਗਾ, ਕਿਉਂਕਿ ਜੋ ਖਾਲਿਸਤਾਨ ਦੇ ਜਿਹੜੇ ਨਾਰੇ ਲਾ ਰਹੇ ਸੀ ਨਾ, ਇਹ ਇੱਕ RSS ਦੀ ਬ੍ਰਾਂਚ ਹੈ ਖਾਲਿਸਤਾਨ, ਇਹ ਵੀ ਸਰਕਾਰ ਦੀ ਬ੍ਰਾਂਚ ਹੈ ਖਾਲਿਸਤਾਨ। ਇਹ ਸਾਨੂੰ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ ਆ। ਇਸ ਕਰਕੇ ਇਹਨਾਂ ਚੀਜ਼ਾਂ ਦੀ ਜਾਣਕਾਰੀ ਲੈਣੀ ਆਪਣੀ ਬਹੁਤ ਜ਼ਰੂਰੀ ਆ। ਅੱਜ ਨੌਜਵਾਨ ਕਹਿੰਦਾ ਆ ਅਸੀਂ ਗਹਿਰਾਈ ਵਿੱਚ ਨਹੀਂ ਜਾਣਾ, ਮੈਂ ਗਹਿਰਾਈ ਵਿੱਚ ਗਿਆ ਤੇ ਅੱਜ ਤੁਹਾਡੇ ਸਾਹਮਣੇ ਇਹੋ ਜਿਹਾ ਬਣ ਕੇ ਬਾਹਰ ਆਇਆ। ਅਗਰ ਕੋਈ ਬੰਦਾ ਗਹਿਰਾਈ ਵਿੱਚ ਜਾਏਗਾ ਤਾਂ ਮੇਰੇ ਤੋਂ ਵੀ ਅੱਗੇ ਜਾਏਗਾ, ਉਹ ਮੇਰੇ ਤੋਂ 2 ਕਦਮ ਅੱਗੇ ਜਾਏਗਾ। ਤੇ ਇਹੀ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਆ ਕਿ ਜਿਹੜੇ ਆ ਕਾਨੂੰਨ ਨੇ, ਇਹ ਕਾਨੂੰਨ ਕੱਲੇ ਇਹ 3 ਕਾਨੂੰਨਾਂ ਦਾ ਮਸਲਾ ਨਹੀਂ ਹੈ, ਸਾਰਾ ਸੰਵਿਧਾਨ ਹੀ ਗਲਤ ਹੈ।
ਮੇਰੇ ਨਾਲ ਡਿਬੇਟ ਕਰਵਾ ਲਓ, ਅਗਰ ਮੈਂ ਗਲਤ ਹਾਂ ਮੈਂ ਮਾਫੀ ਮੰਗ ਲਾਂਗਾ ਸੰਗਤ ਤੋਂ, ਅਗਰ ਮੈਂ ਸਹੀ ਹੈ ਤਾਂ ਇਸ ਸੰਵਿਧਾਨ ਨੂੰ ਰੱਦ ਹੋਣਾ ਚਾਹੀਦਾ ਹੈ। ਕਿਉਂਕਿ ਭੀਮ ਰਾਓ ਅੰਬੇਡਕਰ ਜੀ ਨੇ 1952 ਦੇ ਅੰਦਰ ਇਹ ਬਿਆਨ ਦਿੱਤਾ ਸੀਗਾ ਕਿ ਇਸ ਸੰਵਿਧਾਨ ਨੂੰ ਜ਼ੋਰ ਜ਼ਬਰਦਸਤੀ ਨਾਲ ਬਣਾਇਆ ਗਿਆ ਆ। ਮੈਂ ਇਸ ਸੰਵਿਧਾਨ ਨੂੰ ਜਲਾ ਕੇ ਰੱਖਣਾ ਚਾਹੁੰਦਾ ਵਾਂ, ਇਸ ਸੰਵਿਧਾਨ ਨੂੰ ਜਲਾਉਣਾ ਚਾਹੁੰਦਾ ਆ। ਕਿਉਂਕਿ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਨਵੰਬਰ ਦਸੰਬਰ ਦੇ ਵਿੱਚ 1890 ਤੋਂ ਬਾਅਦ ਦਾ ਆ, ਤੇ ਜਿਹੜੇ ਇਹ ਕਾਨੂੰਨ ਬਣੇ ਨੇ 1860 ਤੋਂ ਬਾਅਦ ਦੇ ਬਣੇ ਨੇ। 1860 ਵਿੱਚ 376 ਬਣਿਆ ਹੈ, 376 366 ਹੋ ਗਿਆ, 302 ਹੋ ਗਿਆ, 307। ਇਹ ਕ੍ਰਾਈਮ ਸਾਰੇ ਜਿਹੜੇ ਮੇਨ ਜਿਹੜੀਆਂ ਧਾਰਾਵਾਂ ਨੇ ਨਾ ਇਹ 1860 ਚ ਬਣ ਗਈਆਂ ਸੀਗੀਆਂ। ਸੋ ਇਸ ਕਰਕੇ ਇਹ ਕਿਉਂ ਬਣੀਆਂ ਸੀਗੀਆਂ ਇਹਨਾਂ ਨੂੰ ਤੁਸੀਂ ਆਪਾਂ ਸਟੱਡੀ ਕਰਾਂਗੇ ਨਾ, ਇਹਦੇ ਸਾਰੀ ਗੁਲਾਮੀ ਦੀ ਝਲਕ ਆਉਂਦੀ ਆ। ਠੀਕ ਹੈ ਜੀ। ਤੁਸੀਂ ਕਹਿੰਦੇ ਸਾਰਾ ਸੰਵਿਧਾਨ ਹੀ ਗਲਤ ਹੈਗਾ ਤੇ ਸਵਾਮੀਨਾਥਨ ਦੀ ਰਿਪੋਰਟ ਕਹਿ ਰਿਹਾ ਜ਼ਾਹਰ ਕਰਨ ਲਈ ਕਿਸਾਨਾਂ ਦੀ ਵੀ ਮੰਗ ਆ। ਸਰਕਾਰ ਨੂੰ ਇਹ ਕਈ ਗੱਲ ਕਹੀ ਜਾਂਦੀ ਹੈ ਕਿ ਜਦੋਂ ਜਦੋਂ ਪ੍ਰਧਾਨ ਮੰਤਰੀ ਚੁਣਿਆ ਜਾਣਾ ਸੀਗਾ ਤਾਂ ਉਹਨਾਂ ਨੇ ਵੀ ਪਹਿਲਾਂ ਕਿਹਾ ਸੀ ਕਿ ਜੇ ਮੈਂ ਪ੍ਰਧਾਨ ਮੰਤਰੀ ਬਣ ਜਾਣਾ ਵਾ ਤਾਂ ਮੈਂ ਸਵਾਮੀਨਾਥਨ ਦੀ ਰਿਪੋਰਟ ਆ ਜਿਹੜੀ ਉਹ ਵੀ ਰੱਖਾਂਗਾ, ਉਹਨਾਂ ਦੀ ਹੀ ਫਿਲਾਸਫੀ ਤੇ ਮੈਂ ਚੱਲਾਂਗਾ। ਤੁਹਾਨੂੰ ਕੀ ਲੱਗਦਾ ਫਿਰ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਹੈ ਸੰਵਿਧਾਨ ਦੇ ਵਿੱਚ ਉਹ ਵੀ ਗਲਤ ਹੈ? ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਵਾਂ, ਕਦੇ ਵੀ ਕੋਈ ਬੰਦਾ ਕੋਈ ਬ੍ਰਾਂਚ ਓਪਨ ਕਰੇਗਾ ਨਾ, ਕੋਈ ਵੀ ਇਨਸਾਨ, ਉਹ ਸਭ ਤੋਂ ਪਹਿਲਾਂ ਨਾ ਉਹ ਬੰਦਿਆਂ ਨੂੰ ਲਏਗਾ ਜਿਹਦੀ ਫੇਸ ਵੈਲਿਊ ਅੱਛੀ ਆ। ਹੁਣ ਮੈਂ ਕੋਈ ਪ੍ਰੋਜੈਕਟ ਸ਼ੁਰੂ ਕਰਾਂਗਾ, ਮੈਂ ਅਗਰ ਕਿਸੇ ਏਰੀਆ 'ਚ ਕੋਈ ਪ੍ਰੋਜੈਕਟ ਸ਼ੁਰੂ ਕਰਾਂਗਾ ਨਾ ਤਾਂ ਮੈਂ ਉਸੇ ਦੇ ਸਰਪੰਚ ਨੂੰ, ਪੰਚ ਨੂੰ, ਪ੍ਰਧਾਨ ਨੂੰ ਮਿਲਾਂਗਾ। ਉਹਨਾਂ ਦੀ ਫੇਸ ਵੈਲਿਊ ਅੱਛੀ ਹੈ, ਉਹਨਾਂ ਨੇ ਮਾਰਕੀਟ ਬਣਾਈ ਹੋਈ ਆਪਣੀ ਉਸ ਏਰੀਆ ਦੇ ਅੰਦਰ, ਫਿਰ ਉਹਨਾਂ ਦੀ ਫੇਸ ਵੈਲਿਊ ਇਸਤੇਮਾਲ ਕਰਕੇ 2-3 ਸਾਲਾਂ ਬਾਅਦ ਮੈਂ ਆਪਣੀਆਂ ਮਰਜ਼ੀਆਂ ਕਰਨੀ ਸ਼ੁਰੂ ਕਰ ਦਾਂਗਾ। ਫਿਰ ਇਹਦੇ ਵਿੱਚੋਂ ਦੱਸੋ, ਅਸੀਂ ਤਾਂ ਉਸ ਬੰਦੇ ਦੀ ਫੇਸ ਵੈਲਿਊ ਇਸਤੇਮਾਲ ਕਰਕੇ ਮਰਜ਼ੀਆਂ ਆਪਾਂ ਨੇ ਉਹੀ ਕਰੀਆਂ, ਦਿੱਤਾ ਆਪਾਂ ਨੇ ਮਿੱਠਾ ਜ਼ਹਿਰ ਹੀ ਹੈ। ਫਿਰ ਇਹਦੇ 'ਚ ਹੁਣ ਸਵਾਮੀਨਾਥਨ ਕੀ ਕਰੂੰਗਾ? ਹੁਣ ਗੱਲ ਸੁਣੋ, ਐਦਾਂ ਇਹੀ ਕੰਮ ਉਹਨਾਂ ਨੇ ਭੀਮ ਰਾਓ ਅੰਬੇਡਕਰ ਜੀ ਨਾਲ ਕੀਤਾ। ਭੀਮ ਰਾਓ ਅੰਬੇਡਕਰ ਜੀ ਨੇ ਸਿਰਫ SC ਐਂਡ ST ਐਕਟ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਆ। ਜਿਹੜੇ ਦਲਿਤ ਸਮਾਜ ਹੈ, ਹਰੀਜਨ ਸਮਾਜ ਹੈ, ਇਹਦੇ ਉੱਤੇ ਜ਼ਿਆਦਾ ਉਹਨਾਂ ਨੇ ਮਤਲਬ ਕਿ ਜ਼ੋਰ ਪਾਇਆ ਆ। ਠੀਕ ਹੈ ਜੀ। ਹੁਣ ਉਹਨਾਂ ਦੀ ਫੇਸ ਵੈਲਿਊ ਇਸਤੇਮਾਲ ਕਰੀ ਆ, ਪਰ ਜਿਹੜਾ ਸੰਵਿਧਾਨ ਹੈ ਉਹ ਟੋਟਲੀ ਬ੍ਰਿਟਿਸ਼ ਲਾਅ ਹੈ। ਟੋਟਲੀ ਲੰਡਨ ਦੀ ਜਿਹੜੀ ਕੋਰਟ ਹੈ, ਲੰਡਨ ਦਾ ਜਿਹੜਾ ਸੁਪਰੀਮ ਕੋਰਟ ਹੈ, ਉੱਥੋਂ ਇਹ ਲਾਅ ਬਣੇ ਹੋਏ ਨੇ ਸਾਰੇ ਉੱਥੇ ਦੇ। ਹੁਣ ਤੁਸੀਂ ਨੋਟ ਕਰਿਓ, ਜਦ ਇਹ ਮੋਦੀ ਨੂੰ ਮਿਲਣ ਵਾਸਤੇ ਜਦੋਂ ਬੁਲਾਇਆ ਗਿਆ ਸੀਗਾ ਕੋਈ 26 ਜਨਵਰੀ ਨੂੰ, ਉਦੋਂ ਬ੍ਰਿਟੇਨ ਦਾ ਕੋਈ ਇੱਕ ਵਕੀਲ ਆਏ ਸੀਗੇ, ਉਹ ਫਿਲੋਸਫਰ ਸੀਗੇ, ਉਹ ਅੱਛੇ ਸੀਗੇ ਵਕੀਲ ਆਏ ਸੀਗੇ। ਉਹ ਕਿਉਂ ਆਏ ਸੀਗੇ? ਤੇ ਸੋਚਿਆ ਆਪਾਂ ਨੇ ਉਹਦਾ ਸਾਡੇ ਨਾਲ ਕਿਆ ਰਿਸ਼ਤਾ ਹੈ? ਉੱਥੇ ਆਣੇ ਚਾਹੀਦੇ ਸੀਗੇ ਸਾਡੇ ਦੇਸ਼ ਦਾ ਕੋਈ ਅੱਛਾ ਬੰਦਾ, ਜਿਹੜਾ ਕੋਈ ਵਧੀਆ ਜਿਹਨੇ ਕਮਾਈ ਕੀਤੀ ਹੋਈ ਹੈ, ਕੋਈ ਕ੍ਰਾਂਤੀਕਾਰੀ ਬੰਦਾ ਹੈ, ਉਹ ਆਣਾ ਚਾਹੀਦਾ ਸੀ ਉੱਥੇ। ਉਹ ਬ੍ਰਿਟੇਨ ਦੇ ਉਹ ਵਕੀਲ ਤੋਂ ਜਾਂ ਕਿਸੇ ਜੱਜ ਤੋਂ ਆਪਾਂ ਕੀ ਲੈਣਾ ਹੈ? ਕਿਉਂ? ਕਿਉਂਕਿ ਇਹ ਜਿਹੜੀ ਪੋਲਿਟਿਕਸ, ਜਿਹੜੀ ਡੈਮੋਕ੍ਰੇਸੀ ਚੱਲ ਰਹੀ ਹੈ, ਮੋਦੀ ਦੀ ਹਿੰਮਤ ਨਹੀਂ ਹੈ ਕਿ ਉਹ ਬਿੱਲ ਰੱਦ ਕਰਵਾ ਸਕਦਾ ਆ। ਇਹ ਸਭ ਪਿੱਛੋਂ ਪ੍ਰੀ ਪਲਾਨਡ ਹੈ, ਸਭ ਉੱਦਾਂ ਹੀ ਚੱਲ ਰਿਹਾ ਹੈ, ਉੱਦਾਂ ਹੀ ਡਿਵਾਈਡ ਐਂਡ ਰੂਲ ਚੱਲ ਰਿਹਾ ਹੈ। ਹਰ ਚੀਜ਼ ਦੇ ਅੰਦਰ ਡਿਵਾਈਡ ਐਂਡ ਰੂਲ ਪਾ ਦਿੱਤਾ ਆ। ਬੱਚਿਆਂ ਦੀ ਪੜ੍ਹਾਈਆਂ ਦੇ ਅੰਦਰ ਡਿਵਾਈਡ ਐਂਡ ਰੂਲ ਪਾ ਦਿੱਤਾ ਆ। ਸਾਡੇ ਡਰੈਸਾਂ ਦੇ ਅੰਦਰ ਡਿਵਾਈਡ ਐਂਡ ਰੂਲ ਕਰ ਦਿੱਤਾ ਆ। ਕਿਸਾਨਾਂ ਦੀ ਜਥੇਬੰਦੀਆਂ ਡਿਵਾਈਡ ਐਂਡ ਰੂਲ 'ਚ ਪਾ ਦਿੱਤੀ ਇਹਨਾਂ ਨੇ। ਸਕੂਲਾਂ ਦੀ ਪੜ੍ਹਾਈ ਡਿਵਾਈਡ ਐਂਡ ਰੂਲ 'ਚ ਕਰ ਦਿੱਤੀ ਇਹਨਾਂ ਨੇ। ਹਰ ਕੰਮ 'ਚ ਡਿਵਾਈਡ ਐਂਡ ਰੂਲ ਕਰ ਦਿੱਤਾ ਹੈ। ਹੁਣ ਆਰਮੀ ਹੈ, ਆਰਮੀ ਦੇ ਅੰਦਰ ਡਿਵਾਈਡ ਐਂਡ ਰੂਲ। ਹੁਣ ਆਪਣਾ ਸਿੱਖ ਰੈਜੀਮੈਂਟ ਹੈ, ਇੱਕ ਬੰਗਾਲ ਰੈਜੀਮੈਂਟ ਹੈ, ਇੱਕ ਗੋਰਖਾ ਰੈਜੀਮੈਂਟ ਹੈ। ਇਹ ਸਾਰੀ ਇੱਕ ਫੋਰਸ ਕਿਉਂ ਨਹੀਂ ਕੀਤੀ? ਕਿਉਂ? ਕਿਉਂਕਿ ਅਗਰ ਬੰਗਾਲ ਵਾਲੇ ਗਲਤੀ ਕਰਨਗੇ ਤਾਂ ਉੱਥੇ ਜਾ ਕੇ ਗੋਰਖਾ ਰੈਜੀਮੈਂਟ ਜਾਏਗਾ। ਅਗਰ ਨੇਪਾਲ ਦੇ ਅੰਦਰ ਕੋਈ ਪ੍ਰੋਬਲਮ ਕ੍ਰੀਏਟ ਹੋਏਗੀ ਜਾਂ ਕਿਸੇ ਹੋਰ ਕੰਟਰੀ 'ਚ ਪ੍ਰੋਬਲਮ ਕ੍ਰੀਏਟ ਕਰਨਗੇ ਤਾਂ ਉੱਥੇ ਬੰਗਾਲ ਰੈਜੀਮੈਂਟ ਜਾਏਗੀ। ਅਗਰ ਜਿੱਥੇ ਸਾਰਾ ਕੁਝ ਟੁੱਟ ਗਿਆ, ਕੋਈ ਸਹਾਰਾ ਨਹੀਂ ਮਿਲ ਰਿਹਾ, ਹੁਣ ਇਹ ਦੇਸ਼ ਹਾਰਨੇ ਵਾਲਾ ਆ, ਆਖਿਰ ਵਾਸਤੇ ਇਹਨਾਂ ਨੇ ਸਿੱਖ ਰੈਜੀਮੈਂਟ ਖੜੀ ਕਰ ਦੇਣੀ ਲਿਆ ਕੇ। ਇਹ ਵੀ ਤਾਂ ਡਿਵਾਈਡ ਐਂਡ ਰੂਲ ਹੈ। ਇਹ ਇੱਕ ਦੂਸਰੇ ਨੂੰ ਲੜਾਉਣ ਵਾਸਤੇ ਹੀ ਚੱਲ ਰਿਹਾ। ਰਹੀ ਗੱਲ ਜਿਹੜੇ ਹੁਣ ਪਾਕਿਸਤਾਨ ਆਪਾਂ ਕਰੀ ਜਾਂਦੇ ਆ, ਪਾਕਿਸਤਾਨ ਵਿਰੋਧੀ ਹੈ, ਇਹ ਪਾਕਿਸਤਾਨ ਤੋਂ ਫੰਡ ਲੈਂਦੇ ਆ। ਹੁਣ ਪਾਕਿਸਤਾਨ ਦੀ ਜੇ ਮੈਂ ਹਿਸਟਰੀ ਖੋਲਾਂਗਾ, ਜਿੰਨਾ ਜਿਹੜਾ ਪਹਿਲਾ ਪ੍ਰਧਾਨ ਮੰਤਰੀ ਹੋਇਆ ਉੱਥੇ ਦਾ, ਉਹਦੀ ਹਿਸਟਰੀ ਆਪਾਂ ਖੋਲਾਂਗੇ ਤਾਂ ਟਾਈਮ ਬੜਾ ਲੰਬਾ ਲੱਗ ਜਾਏਗਾ। ਇਸ ਲਈ ਆਪਾਂ ਅਲੱਗ ਕਨਸੈਪਟ ਛੇੜਾਂਗੇ। ਇਹ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ, ਮੈਨੂੰ ਪੂਰੀ ਸੰਗਤ ਦਾ ਸਹਿਯੋਗ ਚਾਹੀਦਾ। ਮੇਰਾ ਜਿਹੜਾ ਮੇਨ ਟੀਚਾ ਹੈ ਨਾ, ਉਹ ਹੈ ਸੰਵਿਧਾਨ ਦੇ ਉੱਤੇ ਮੈਂ 34,556 ਕਾਨੂੰਨ ਦੇ ਉੱਤੇ ਵਕੀਲ ਆ ਜਾਵੇ, ਕੋਈ ਜੱਜ ਆ ਜਾਵੇ, ਕੋਈ ਫਿਲੋਸਫਰ ਆ ਜਾਵੇ, ਕੋਈ PhD ਪ੍ਰੋਫੈਸਰ ਆ ਜਾਵੇ, ਸੰਗਤ ਦੇ ਸਾਹਮਣੇ ਵਿਚਾਰ ਕਰੇ। ਜਿੱਦਾਂ ਸੰਗਤ ਬੈਠੀ ਹੈ ਨਾ, ਐਦਾਂ ਵਿਚਾਰ ਕਰੇ ਮੇਰੇ ਨਾਲ। ਇਹ ਨਹੀਂ ਕਿ ਕੁੰਡਾ ਲਾ ਲਿਆ ਜੀ, ਅੰਦਰ ਪਤਾ ਨਹੀਂ ਕਿਆ ਚੱਲ ਰਿਹਾ, ਬਾਹਰ ਆ ਕੇ ਰੋਲਾ ਪਾਤਿਆ, ਐਦਾਂ ਨਹੀਂ। ਸਭ ਦੇ ਵਿੱਚ ਵਿਚਾਰ ਚੱਲੇ, ਸੰਗਤ ਡਿਸੀਜਨ ਲਏਗੀ ਕਿ ਉਹ ਸਹੀ ਹੈ ਜਾਂ ਗਲਤ ਹੈ। ਮੈਂ ਕੱਲੇ ਕਾਨੂੰਨ ਬਾਰੇ ਦੱਸਣਾ ਚਾਹੁੰਦਾ ਸਾਰੀ ਸੰਗਤ ਨੂੰ ਕਿ ਜੋ IPS ਬਣੇ ਨੇ, ICP ਬਣੇ ਹੋਏ ਨੇ, ਜਿੰਨੇ ਵੀ ਕਾਨੂੰਨ ਬਣੇ ਹੋਏ ਨੇ, ਇਹ ਸਾਰੇ ਬ੍ਰਿਟਿਸ਼ ਲਾਅ ਨੇ ਸਾਨੂੰ ਗੁਲਾਮ ਬਣਾਉਣ ਵਾਸਤੇ ਬਣਾਏ ਹੋਏ ਨੇ। ਅੱਜ ਆਪਾਂ ਸਾਰੇ ਗੁਲਾਮ ਹੀ ਹੈ। ਤੁਸੀਂ ਆਪਣੀ ਮਰਜ਼ੀ ਨਾਲ ਕੁਝ ਵੀ ਕਰਕੇ ਦਿਖਾ ਦਿਓ ਉਰੇ, ਹੁਣ ਤੁਹਾਨੂੰ ਚੱਕ ਕੇ ਅੰਦਰ ਕਰ ਦੇਗੀ ਪੁਲਿਸ। ਗੁਲਾਮ ਹੀ ਹੈ ਇਹ ਆਪਾਂ।
ਇਸ ਕਰਕੇ ਇਹ ਸੰਵਿਧਾਨ ਦਾ ਹੀ ਖੰਡਨ ਕਰਨਾ ਆ। ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਵਿਧਾਨ ਬਣਾਇਆ ਹੋਇਆ ਹੈ ਉਹ ਇਹ ਹੈ, पर बेटी को बेटी जाने पर स्त्री को मात बखाने, अपन स्त्री सोरत होई रहत मन गुरु का सिंह है सोई। ਜਿਹੜਾ ਇੰਡੀਪੈਂਡੈਂਟ ਸੰਵਿਧਾਨ ਬਣਾਇਆ ਹੋਇਆ ਇਹਨਾਂ ਨੇ ਉਹਦੇ ਵਿੱਚ ਇਹ ਬੋਲਿਆ ਗਿਆ ਆ ਤੁਸੀਂ ਆਪਣੀ ਵਾਈਫ ਤੋਂ ਇਲਾਵਾ ਕਿਸੇ ਹੋਰ ਗੱਲ ਵੀ ਰਿਲੇਸ਼ਨ ਬਣਾ ਸਕਦੇ ਹੋ ਕਾਨੂੰਨਨ ਤਰੀਕੇ ਨਾਲ। ਕਿਆ ਇਹ ਸੰਵਿਧਾਨ ਹੈ ਜੀ ਸਾਡਾ? ਕਿਆ ਸਾਡਾ ਸੰਸਕਾਰ ਹੈ? ਇਹ ਸਾਰੇ ਬ੍ਰਿਟਿਸ਼ ਲਾਅ ਹੈ ਜੀ, सब ब्रिटिश लॉ है ਇਹਨੂੰ ਖੰਡਨ ਕਰੋ। ਨਹੀਂ ਸਾਡੀ ਆਉਣ ਵਾਲੀ ਜਨਰੇਸ਼ਨ ਨਾ ਖੁਦ ਫਾਂਸੀਆਂ ਚੜ ਕੇ ਅੱਜ ਵੀ ਫਾਂਸੀਆਂ ਚੜ ਰਹੇ ਨੇ, ਫਿਰ ਅੱਗੇ ਵੀ ਚੜੇਗੀ। ਹੁਣ ਮੇਰੀ ਕਿਸਾਨਾਂ ਨੂੰ ਇਹੀ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਸਰਕਾਰ ਦੇ ਪਿੱਛੇ ਜ਼ਿਆਦਾ ਨਾ ਪਵੋ, ਆਪਣੇ ਪੈਰਾਂ ਤੇ ਖੜੇ ਹੋਵੋ, ਸੰਵਿਧਾਨ ਨੂੰ ਪੜ੍ਹੋ ਔਰ ਖੁਦ ਕ੍ਰਿਸ਼ੀ ਮੰਤਰੀ ਬਣੋ। ਉਹ ਅੰਨ ਅਸੀਂ ਉਗਾ ਰਹੇ ਆ, ਮਿਹਨਤ ਅਸੀਂ ਕਰ ਰਹੇ ਆ, ਸੱਪਾਂ ਦੀ ਸਿਰੀਆਂ ਦੇ ਖੜ ਕੇ ਨੱਕੇ ਆਪਾਂ ਮੋੜਦੇ ਆ ਔਰ ਫਲ ਕਿਸੇ ਹੋਰ ਨੂੰ ਦਿੰਦੇ ਆ ਤੇ ਦੂਜੇ ਦੇ ਮੂੰਹ ਵੱਲ ਦੇਖਦੇ ਆ ਉਹ ਸਾਨੂੰ ਕਿਆ ਦੇ ਰਿਹਾ। ਨਹੀਂ, ਆਪਾਂ ਦੀ ਮਿਹਨਤ ਹੈ, ਆਪਾਂ ਨੇ ਆਪਣੀ ਮਿਹਨਤ ਨੂੰ ਕਿੰਨੇ ਰੇਟ ਵਿੱਚ ਵੇਚਣਾ ਉਹ ਅਸੀਂ ਫੈਸਲਾ ਲਵਾਂਗੇ। ਸਾਡੀ ਕਣਕ 5 ਜਾਂ 10,000 ਕੁਇੰਟਲ ਵਿਕੀ ਆ। ਉਹ ਤਾਂ ਕਹਿ ਰਹੇ ਕਿ ਐਮਐਸਪੀ ਦੀ ਗਾਰੰਟੀ ਦੇਵਾਂਗੇ। ਜੇ ਪਿਛਲੇ ਹਾਲਾਤਾਂ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਤਾਂ ਕਿਸਾਨਾਂ ਨੂੰ ਉਦੋਂ ਵੀ ਐਮਐਸਪੀ ਨਹੀਂ ਮਿਲੀ। ਅੱਜ ਹੀ ਜੇ ਅਸੀਂ ਮੱਕੀ ਦੀ ਫਸਲ ਦੀ ਗੱਲ ਕਰਦੇ 13 ਰੁਪਏ ਕਹਿ ਕੇ ਤੇ 9 ਰੁਪਏ ਉਹਨਾਂ ਨੇ ਚੱਕੀ ਹੈਗੀ ਆ। ਕਿਸ ਤਰ੍ਹਾਂ ਅਸੀਂ ਅੰਦਾਜ਼ਾ ਲਾ ਸਕਦੇ ਕਿਸ ਤਰ੍ਹਾਂ ਦੀ ਐਮਐਸਪੀ ਦੇਣ ਦੀ ਇਹ ਗੱਲ ਕੀਤੀ ਜਾ ਰਹੀ ਹੈ ਜਿਹੜੀ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਹੋਵੇ? ਦੇਖੋ ਬਿਲਕੁਲ ਸਹੀ ਹੈ ਗੱਲ ਤੁਹਾਡੀ ਗੱਲ। ਐਮਐਸਪੀ ਜੋ ਇਹ ਮੁੱਦਾ ਹੈ ਨਾ ਇਹ ਜਿਹੜਾ ਮੁੱਦਾ ਹੈ ਇਹ ਹੁਣ ਨਵਾਂ ਮੁੱਦਾ ਨਹੀਂ ਹੈ ਕੋਈ ਕਿ ਅੱਜ ਇਹ ਐਮਐਸਪੀ ਬਾਰੇ ਸਾਨੂੰ ਜਾਣਕਾਰੀ ਨਵੀਂ ਪਹਿਲੀ ਵਾਰ ਹੋਈ ਹੈ। ਬਾਕੀ ਨਵਾਂ ਮੁੱਦਾ ਨਹੀਂ ਹੈ, ਇਹ ਮੁੱਦਾ ਪਿਛਲੇ 70 ਸਾਲਾਂ ਤੋਂ ਹੀ ਚੱਲਦਾ ਆ ਰਿਹਾ ਆ ਜੀ। ਪਹਿਲਾਂ ਕਣਕ ਜਿਹੜੀ ਹੈ 1 ਰੁਪਏ ਕੁਇੰਟਲ ਨੂੰ ਵੀ ਵਿਕੀ ਹੈ, ਇੱਕ ਸਮਾਂ ਉਹ ਵੀ ਸੀਗਾ, ਠੀਕ ਹੈ। ਲਗਾਨ ਵੀ ਵਸੂਲ ਹੋਏ ਨੇ ਹੈ ਤੇ ਚੱਕਰਵਰਤੀ ਵਿਆਜ ਵੀ ਲਾਇਆ ਗਿਆ ਸਾਡੇ ਤੇ। ਇਹ ਸਾਰੇ ਕਾਨੂੰਨ ਜਿਹੜੇ ਹੈ ਨਾ ਇਹ ਅੰਗਰੇਜ਼ਾਂ ਦੇ ਸਾਡੇ ਚਲਾਏ ਗਏ ਨੇ। ਦੇਖੋ ਹੁਣ ਗੱਲ ਸੁਣੋ, ਹੁਣ ਆਪਾਂ ਨੂੰ ਕਣਕ 1900 ਰੁਪਏ ਕੁਇੰਟਲ ਅਸੀਂ ਵੇਚ ਦਿੱਤੀ ਆ ਆੜਤੇ ਨੂੰ, ਅੱਗੇ ਉਹੀ ਕਣਕ ਸਾਨੂੰ 2500 ਰੁਪਏ ਕੁਇੰਟਲ ਵਾਪਸ ਆ ਰਹੀ ਹੈ। ਹੁਣ ਵਿੱਚ ਜਿਹੜੇ ਬਏ ਹੋਏ ਨੇ ਵਿੱਚ ਪਹਿਲਾਂ ਜੋਬਰ ਆ ਗਿਆ, ਫਿਰ ਮੈਨੂਫੈਕਚਰ ਆ ਗਿਆ, ਫਿਰ ਆਪਣਾ ਹੋਲਸੇਲਰ ਆ ਗਏ, ਫਿਰ ਆਪਣਾ ਸੇਲਸ ਡਿਸਟ੍ਰੀਬਿਊਟਰ ਆ ਗਏ, ਉਸ ਤੋਂ ਬਾਅਦ ਆਪਣੇ ਆ ਗਏ ਇਹ ਰਿਟੇਲਰ ਤੋਂ ਬਾਅਦ ਕਸਟਮਰ। ਇਹੀ ਚੱਲ ਰਿਹਾ ਨਾ। ਕਸਟਮਰ ਤੱਕ ਆਂਦੇ ਚੀਜ਼ ਜਿਹੜੀ ਹੈ ਉਹ 3000 ਦੀ ਹੋ ਜਾਂਦੀ ਹੈ ਜੋ ਚੀਜ਼ 1500 ਦੀ ਸੀ। ਅਗਰ ਆਪਾਂ ਵਿੱਚੋਂ ਜਿਹੜੇ ਵੱਡੀ ਹੁਣ ਇਹਦੇ ਵਿੱਚ ਰਿਟੇਲਰ ਹੋ ਗਏ ਔਰ ਡਿਸਟ੍ਰੀਬਿਊਟਰ, ਆ ਦੋ ਬੰਦਿਆਂ ਨੂੰ ਰੱਖੋ। ਉੱਪਰ ਦੀ ਜਿਹੜੀ ਬੜੀਆਂ ਅਸਾਮੀਆਂ ਉਹਨਾਂ ਨੂੰ ਛੱਡ ਦਿਓ। ਤੁਸੀਂ ਖੁਦ ਅੰਬਾਨੀ ਅਡਾਨੀ ਬਣ ਸਕਦੇ ਹੋ। ਉਹ ਧੀਰੂ ਭਾਈ ਅੰਬਾਨੀ ਜਿਹੜਾ ਸੀਗਾ ਉਹ ਪੈਟਰੋਲ ਪੰਪ ਤੇ ਕੰਮ ਕਰਿਆ ਉਹਨੇ, ਉਹਦੇ ਕੋਲ 1500 ਕਰੋੜ ਰੁਪਏ ਇੱਕ ਦਿਨ ਦਾ ਕਿਸ ਤਰ੍ਹਾਂ ਕਮਾਉਣ ਲੱਗ ਗਿਆ? ਉਹ ਕਦੇ ਸੋਚਿਆ ਕਿਸੇ ਨੇ ਇਹ ਗੱਲ? +2 ਬੰਦੇ ਨੇ ਕੀਤੀ ਹੋਈ ਹੈ, +2 ਪਾਸ ਕੀਤੀ ਹੋਈ ਹੈ, ਉਹ ਅੱਜ 1500 ਕਰੋੜ ਰੁਪਏ ਇੱਕ ਦਿਨ ਦਾ ਕਿੱਦਾਂ ਕਮਾ ਸਕਦਾ ਆ? ਅਗਰ ਉਹ ਮਰ ਵੀ ਗਿਆ ਫਿਰ ਵੀ ਉਹਦੀ ਐਵਰੇਜ 19 ਕਿਉਂ ਆ ਰਹੀ ਹੈ? ਇੱਕ ਬੰਦਾ ਪੈਟਰੋਲ ਪੰਪ ਤੇ ਕੰਮ ਕਰਦਾ ਸੀ, ਕਿਰਾਏ ਤੇ ਰਹਿੰਦਾ ਸੀਗਾ, ਕਿਰਾਏ ਤੇ ਉਹਦੀ ਜ਼ਿੰਦਗੀ ਗੁਜ਼ਾਰੀ ਗਈ ਹੈ। ਔਰ ਰਤਨ ਟਾਟਾ ਵਰਗੇ ਇਹ ਕੌਫੀ ਪੀਣ ਤੋਂ ਤਰਸਦੇ ਆਪਣੀ ਫੈਮਿਲੀ ਨੂੰ ਕਦੇ ਇਹਨਾਂ ਨੇ ਕੌਫੀ ਨਹੀਂ ਪਿਲਾਈ। ਅੱਜ ਇਹ ਅਮੀਰ ਕਿਸ ਤਰ੍ਹਾਂ ਬਣ ਗਏ? ਹੈ ਤਾਂ ਸਾਡੇ ਹੀ ਦੇਸ਼ ਵਿੱਚੋਂ ਨਿਕਲੇ ਹੋਏ ਨੇ, ਸਾਡਾ ਹੀ ਖਾਇਆ, ਸਾਡਾ ਹੀ ਅੰਨ ਖਾਇਆ। ਕਦੇ ਆਪਾਂ ਸੋਚਿਆ ਇਸ ਬਾਰੇ? ਸਾਰਿਆਂ ਨੇ ਇਹ ਸੋਚਣ ਦੀ ਲੋੜ ਹੈ। ਉਹ ਟ੍ਰੇਨਿੰਗ ਜਿਹੜੀ ਹੈ ਉਹਨੂੰ ਕਹਿੰਦੇ ਨੇ ਸੁਪਰ ਮੈਟ੍ਰਿਕਸ ਟ੍ਰੇਨਿੰਗ, ਜਿਹਦੇ ਪਰ ਮੈਂ 4 ਸਾਲ ਅਲੱਗ ਤੋਂ ਲਾਏ ਹੋਏ ਨੇ। ਉਹ ਟ੍ਰੇਨਿੰਗ ਮੈਂ ਇੱਕ ਅਨਪੜ੍ਹ ਕਿਸਾਨ ਤੋਂ ਲੈ ਕੇ ਪੜ੍ਹੇ ਲਿਖੇ ਕਿਸਾਨ ਤੱਕ ਮੀਡੀਆ ਦੇ ਜ਼ਰੀਏ, ਸੋਸ਼ਲ ਮੀਡੀਆ ਦੇ ਜ਼ਰੀਏ ਪਹੁੰਚਾਉਣਾ ਚਾਹੁੰਦਾ ਆ। ਹਰ ਕਿਸਾਨ ਅਡਾਨੀ ਅੰਬਾਨੀ ਬਣ ਸਕਦਾ ਆ। ਜਿਹੜੇ ਆ ਨੌਜਵਾਨ ਬੇਰੋਜ਼ਗਾਰ ਘੁੰਮਦੇ ਫਿਰਦੇ ਆ, ਮੈਨੂੰ 1 ਲੱਖ ਨੌਜਵਾਨ ਸਿਰਫ 2 ਮਹੀਨੇ ਲਈ ਦੇ ਦਿਓ। ਉਹ 1 ਲੱਖ ਨੌਜਵਾਨਾਂ ਦਾ ਤੁਸੀਂ ਕਿਰਦਾਰ ਦੇਖੋ ਕਿਆ ਬਣ ਜਾਏਗਾ। ਐਵੇਂ ਨਹੀਂ ਇਹਨਾਂ ਲੜਾਈਆਂ ਵਿੱਚ ਰੱਖੋ ਜੀ, ਹੱਲੇ ਪਵਾ ਲਓ, ਉਹ ਲਾਲ ਕਿਲੇ ਤੇ ਚੜਾ ਦਿਓ ਜਾ ਕੇ। ਨੌਜਵਾਨਾਂ ਨੂੰ ਗਲਤ ਟਰੈਕ ਤੇ ਤੁਸੀਂ ਲੈ ਕੇ ਜਾ ਰਹੇ ਹੋ। ਨੌਜਵਾਨਾਂ ਨੂੰ ਬਿਜ਼ਨਸਮੈਨ ਬਣਾਓ। ਅੰਬਾਨੀ ਅਡਾਨੀ ਕਿਸ ਤਰ੍ਹਾਂ ਅਮੀਰ ਬਣੇ ਨੇ ਉਹ ਟਰੈਕ ਤੇ ਲੈ ਕੇ ਚੱਲੋ। ਇਹਨਾਂ ਨੂੰ ਇਤਿਹਾਸ ਨਾਲ ਜੋੜੋ, ਗੁਰਬਾਣੀ ਨਾਲ ਜੋੜੋ, ਇਹਨਾਂ ਦੀ ਜਾਗਰਤ ਆਉਣ ਵਾਲੇ ਸਮੇਂ ਨਾਲ ਇਹਨਾਂ ਨੂੰ ਬਿਜ਼ੀ ਰੱਖੋ। ਇਹਨਾਂ ਨੂੰ ਆਪਾਂ ਮਾੜੇ ਕੰਮਾਂ 'ਚ ਜ਼ਿਆਦਾ ਬਿਜ਼ੀ ਰੱਖਦੇ ਆ। ਹੁਣ ਮੈਂ ਦੇਖ ਰਿਹਾ ਪਿੱਛੇ ਉੱਥੇ ਹੁੱਲੜਬਾਜੀ ਚੱਲਦੀ ਹੈ, ਉੱਥੇ ਡੈਕ ਲਾਏ, ਸ਼ਰਾਬਾਂ ਪੀ ਕੇ ਨੱਚ ਰਹੇ ਨੇ ਨਾ। ਉਹ ਭੰਗੜੇ ਕਿਉਂ ਪਾ ਰਹੇ ਨੇ? 100 ਮੌਤਾਂ ਹੋ ਗਈਆਂ ਇਸ ਕਰਕੇ ਭੰਗੜੇ ਪਾ ਰਹੇ ਆਪਾਂ। ਉਰੇ ਸਾਡੇ ਨਾਲ ਸਰਕਾਰ ਧੱਕਾ ਕਰਦੀ ਹੈ ਤਾਂ ਭੰਗੜੇ ਪਾਉਣ ਲੱਗੇ ਹੋਏ ਆ। ਸਾਡੇ ਕਿਸੇ ਦੀ ਹਿੰਮਤ ਨਹੀਂ ਰੋਕਣ ਦੀ। ਉਹ ਮੋਦੀ ਕੱਲਾ ਬੰਦਾ ਆ। ਮੋਦੀ ਕਿਹੜਾ 100 ਮੋਦੀ ਇਕੱਠੇ ਹੋ ਕੇ ਬਿੱਲ ਪਾਸ ਕਰ ਰਿਹਾ? ਕੱਲਾ ਹੀ ਬੰਦਾ ਬਹੁਤ ਆ ਉਹਦੇ ਲਈ। ਪਰ ਕੱਲਾ ਬੰਦਾ ਉਹ ਚਾਹੀਦਾ ਨਾ ਕਿ ਜਿਹਨੇ ਪੂਰੀ MA ਕੀਤੀ ਹੋਈ ਹੈ ਪ੍ਰਾਈਮ ਮਿਨਿਸਟਰ ਦੀ। ਹੁਣ ਜਿਹੜੇ ਮੁੱਦੇ ਤੇ ਸਾਈਨ ਕਰਦਾ ਹੈ, ਹੁਣ ਮੋਦੀ ਹੈ, ਮੋਦੀ ਕਹਿੰਦਾ ਕਿ ਹੁਣ ਛੋਟੀ ਜਿਹੀ ਮੈਂ ਗੱਲ ਛੇੜਨ ਲੱਗਿਆ, ਵੈਸੇ ਇਹ ਮੁੱਦਾ ਨਹੀਂ ਹੈ ਪਰ ਮੈਂ ਵਿੱਚ ਮੁੱਦਾ ਆਪਣੇ ਆਪ ਲੈ ਕੇ ਆਉਣ ਲੱਗਿਆ। ਮੋਦੀ ਕਹਿੰਦਾ ਹਿੰਦੂ ਰਾਸ਼ਟਰ ਬਣਾਉਣਾ ਹੈ, ਉਹ ਵੀ ਇੱਕ ਡੈਮੋਕ੍ਰੇਸੀ ਹੈ।
ਉਹ ਹਿੰਦੂ ਰਾਸ਼ਟਰ ਦੀ ਗੱਲ ਇਸ ਕਰਕੇ ਕਰਦਾ ਆ ਕਿਉਂਕਿ ਜਿਹੜੇ 70% ਲੋਕ ਜਿਹੜੇ ਭਾਰਤ ਵਾਸੀ ਆ ਨਾ ਉਹ ਇਸ ਕਰਕੇ ਚੁੱਪ ਬੈਠੇ ਨੇ ਸ਼ਾਇਦ ਮੋਦੀ ਸਾਡੇ ਪੱਖ ਦੀ ਗੱਲ ਕਰਦਾ ਹੈ ਪਰ ਮੋਦੀ ਤਾਂ ਖੁਦ ਹਿੰਦੂ ਨਹੀਂ ਹੈਗਾ ਮੋਦੀ ਤਾਂ ਖੁਦ ਹਿੰਦੂ ਨਹੀਂ ਹੈ ਤੁਸੀਂ ਮੋਦੀ ਦਾ ਲਾਇ ਡਿਟੈਕਟਰ ਕਰਾਓ ਕਿ ਭਾਈ ਤੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਫਿਰ ਆਪਾਂ ਟਿੱਕੇ ਬਹਿ ਜਾਾਂਗੇ ਮੋਦੀ ਸਿਰਫ ਪਹਿਰਾਵਾ ਉਹ ਜਿਹਾ ਧਾਰ ਕੇ ਉਸ ਨੂੰ ਇਸਤੇਮਾਲ ਕਰਦਾ ਆ ਆਪਣੀ ਰਾਜਨੀਤੀ ਕਰਨ ਵਾਸਤੇ ਇਹ ਲੋਕ ਕੁਰਸੀ ਨਾਲ ਇੰਨੇ ਚਿੰਬੜ ਚੁੱਕੇ ਆ ਇਹਨਾਂ ਨੂੰ ਚਾਹੇ ਪੁਲਵਾਮਾ ਵਰਗਾ ਅਟੈਕ ਕਰਨਾ ਪੈ ਜਾਵੇ ਚਾਹੇ ਕਿਸਾਨਾਂ ਨੂੰ ਮਾਰਨਾ ਪੈ ਜਾਵੇ ਕੁਝ ਵੀ ਹੱਦ ਤੱਕ ਜਾ ਸਕਦੇ ਨੇ ਧੀਆਂ ਭੈਣਾਂ ਦੇ ਉੱਪਰ ਇਹ ਮਿੱਟੀ ਦਾ ਤੇਲ ਪਵਾ ਕੇ ਮਰਵਾ ਸਕਦੇ ਆ ਬਲਾਤਕਾਰ ਕਰਵਾ ਸਕਦੇ ਆ ਸਾਡੀ ਅੱਖਾਂ ਦੇ ਸਾਹਮਣੇ ਸਭ ਕੁਝ ਕਰਵਾ ਸਕਦੇ ਆ ਪਰ ਇਹ ਆਪਣੀ ਜਿਹੜੀ ਕੁਰਸੀ ਆ ਉਹ ਨਹੀਂ ਛੱਡ ਸਕਦੇ ਜੀ ਇਸ ਕਰਕੇ ਕੁਰਸੀ ਛਡਾਉਣ ਦਾ ਇੱਕੋ ਇੱਕ ਤਰੀਕਾ ਆ ਸੰਵਿਧਾਨ ਦੇ ਜਿੰਨੇ ਵੀ ਦੇਖੋ ਮੈਂ ਇਹ ਨਹੀਂ ਗੱਲ ਕਹਿੰਦਾ ਕਿ 1 ਲੱਖ ਸੰਵਿਧਾਨ ਨੂੰ ਆਪਾਂ ਖਤਮ ਕਰੀਏ ਨਹੀਂ ਉਹਦਾ ਵਿਸ਼ਲੇਸ਼ਣ ਕਰੀਏ ਉਹਦੇ ਉੱਪਰ ਸੰਵਾਦ ਕਰੀਏ ਉਹਦੇ ਉੱਪਰ ਆਪਾਂ ਵਿਚਾਰ ਕਰੀਏ ਔਰ ਲਿਆਓ ਗ੍ਰੰਥ ਸਾਰੇ ਸੰਵਿਧਾਨ ਦੇ ਆਪਾਂ ਵਿਚਾਰ ਕਰੀਏ ਕਿ ਕਿਹੜਾ ਕਿਹੜਾ ਸਹੀ ਹੈ ਕਿਹੜਾ ਕਿਹੜਾ ਗਲਤ ਹੈ ਜਿਹੜੇ ਕਾਨੂੰਨ ਗਲਤ ਹੈ ਜਿਹੜੇ ਦੇਸ਼ ਨੂੰ ਨਾਸ਼ ਕਰਦੇ ਨੇ ਲੋਕਾਂ ਨੂੰ ਤਕਲੀਫ ਪਹੁੰਚਾਉਂਦੇ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਰਬਾਦ ਕਰਦੇ ਉਹ ਕਾਨੂੰਨ ਖਤਮ ਕਰੋ ਕੱਲਾ ਕਿਸਾਨਾਂ ਦਾ ਕਾਨੂੰਨ ਨਹੀਂ ਹੋਰ ਬੜੇ ਕਾਨੂੰਨ ਨੇ ਹੁਣ ਇੱਕ ਦੇਖੋ ਇੱਕ LLB ਦੀ ਕਿਤਾਬ ਹੈ ਕਿਤਾਬ ਹੁੰਦੀ ਹੈ ਇੱਕ LLB ਦੀ ਐਡੀ ਕਿਤਾਬ ਹੈ ਉਹ ਕਿਤਾਬ ਨੂੰ ਮੈਂ ਵੀ ਪੜ੍ਹਿਆ ਹੋਇਆ ਆ ਇੱਕ ਵਕੀਲ ਨੇ ਵੀ ਪੜ੍ਹਿਆ ਹੋਇਆ ਇੱਕ ਹੋਰ ਵਕੀਲ ਅੱਛੇ ਵਕੀਲ ਨੇ ਵੀ ਪੜ੍ਹਿਆ ਹੋਇਆ ਹੁਣ ਦੋ ਵਕੀਲ ਹੈ ਇੱਕ ਪਬਲਿਕ ਪ੍ਰੋਸੀਕਿਊਟਰ ਹੈ PP ਹੈ ਇੱਕ ਜਿਹੜਾ ਸਰਕਾਰੀ ਵਕੀਲ ਹੈ ਇੱਕ ਜਿਹੜਾ ਪ੍ਰਾਈਵੇਟ ਵਕੀਲ ਹੈ ਪ੍ਰਾਈਵੇਟ ਵਕੀਲ ਕੋਲ ਦੇ ਕੋਲ BMW ਗੱਡੀ ਹੁੰਦੀ ਹੈ ਜੀ Audi ਗੱਡੀ ਹੁੰਦੀ ਹੈ ਹੁਣ ਕਹਿੰਦੇ ਨੇ ਵੱਡਾ ਵਕੀਲ ਹੈ ਜਿਹੜਾ ਪਬਲਿਕ ਪ੍ਰੋਸੀਕਿਊਟਰ ਹੁੰਦਾ ਹੈ ਉਹ ਵਿਚਾਰਾ ਕਰਜ਼ੇ ਭਰੇ ਬੈਠਾ ਆ ਉਹ ਲੋਨ ਭਰੇ ਉਹ ਆਪਣੀ ਕਿਸ਼ਤਾਂ ਹੀ ਭਰੀ ਜਾਂਦਾ ਆ ਹੁਣ ਜਿਹੜੇ ਦੋਨੇ ਵਕੀਲ ਹੈ ਦੋਨਾਂ ਨੇ ਕਿਤਾਬ ਤਾਂ ਇੱਕ ਹੀ ਪੜ੍ਹੀ ਹੈ ਕਾਨੂੰਨ ਤਾਂ ਇੱਕ ਹੀ ਪੜ੍ਹਿਆ ਹੁਣ ਇੱਕ ਗਰੀਬ ਬੰਦਾ ਆ ਗਰੀਬ ਬੰਦੇ ਦੀ ਧੀ ਦੇ ਨਾਲ ਬੁਰਾ ਕਰਮ ਹੋਇਆ ਉਹ ਕੋਰਟ ਵਿੱਚ ਇਨਸਾਫ ਵਾਸਤੇ ਗਿਆ ਤੇ ਜਿਹੜੇ ਪਾਰਟੀ ਨੇ ਜਿਹੜੇ ਦੂਜੇ ਮੁਦਈ ਤੋਂ ਇਲਾਵਾ ਜਿਹੜੇ ਮੁਸਲਿਮ ਨੇ ਉਹਨਾਂ ਦੇ ਉੱਪਰ ਜਿਹੜਾ ਕੇਸ ਪਾਇਆ ਗਿਆ ਆ ਉਹ ਕੇਸ ਪਾਇਆ ਗਿਆ ਆ ਕਿ ਇਹ ਬੰਦਿਆਂ ਨੇ ਸਾਡੇ ਧੀ ਦੇ ਨਾਲ ਕੁਕਰਮ ਕੀਤਾ ਆ ਤੇ ਉੱਥੇ ਜਿਹੜੇ ਗਰੀਬ ਲੋਕ ਸੀ ਬੱਚੀ ਦੇ ਮਾਪੇ ਤੇ ਉਹਨਾਂ ਨੇ ਸਰਕਾਰੀ ਵਕੀਲ ਕਰ ਲਿਆ ਜਿਹੜੇ ਬੜੇ ਠਾਠ ਵਾਲੇ ਸੀਗੇ IPS ਦੇ ਬੱਚੇ ਕਹਿ ਲਓ ਜਾਂ ਕਿਸੇ ਹੋਰ ਦੇ ਬੱਚੇ ਕਹਿ ਲਓ ਉਹਨਾਂ ਨੇ ਵੱਡਾ ਵਕੀਲ ਕਰ ਲਿਆ 5 ਲੱਖ ਰੁਪਏ ਦੇ ਕੇ ਠੀਕ ਹੈ ਹੁਣ ਉੱਥੇ ਡਿਬੇਟ ਚੱਲਣ ਲੱਗ ਗਈ ਕ੍ਰੋਸ ਚੱਲਣ ਲੱਗ ਗਿਆ ਇੱਕ ਨਾ ਜਦੋਂ ਡਿਬੇਟ ਚੱਲਦੀ ਹੈ ਨਾ ਜਦੋਂ ਉੱਥੇ ਕ੍ਰੋਸਿੰਗ ਚੱਲਦੀ ਹੈ ਵਕੀਲਾਂ ਦੀ ਜੱਜ ਫੈਸਲਾ ਲੈਂਦਾ ਆ ਕਿ ਕੌਣ ਰਹੀ ਗੱਲ ਜੱਜ ਦੀ ਇੰਨੀ ਜਜਮੈਂਟ ਹੁੰਦੀ ਹੈ ਨਾ ਉਹ ਸ਼ਕਲ ਦੇ ਕੇ ਦੱਸ ਦਿੰਦਾ ਵੀ ਇਸ ਕੁੜੀ ਨਾਲ ਰੇਪ ਹੋਇਆ ਜੱਜ ਨੂੰ ਪਤਾ ਹੁੰਦਾ ਆ ਪਰ ਉਹ ਫਸਿਆ ਹੋਇਆ ਉਹ ਕੁਝ ਕਰ ਨਹੀਂ ਸਕਦਾ ਉਹਨੂੰ ਜੱਜ ਮੈਂ ਤਾਂ ਇਹੋ ਜਿਹੇ ਜੱਜਾਂ ਨੂੰ ਕੁਝ ਸਮਝਦਾ ਹੀ ਨਹੀਂ ਹੈਗਾ ਉਹਨੂੰ ਪਤਾ ਹੈ ਕਿ ਇਸ ਬੰਦੇ ਦੀ ਕਟਾਈ ਹੋਈ ਹੈ ਇਹਨੂੰ ਮਾਰਿਆ ਗਿਆ ਹੈ ਇਹਦੀ ਬਾਂਹ ਤੋੜੀ ਗਈ ਹੈ ਪਰ ਜੱਜ ਕੇਸ ਫੜ ਲੈਂਦਾ ਹੈ ਮੂਰਖ ਵਾਲਾ ਕੰਮ ਕੇਸ ਫੜ ਲਿਆ ਜਿਹੜੇ ਸਾਡੇ ਰਾਜੇ ਸਾਡੇ ਧਾਰਮਿਕ ਰਾਜੇ ਅਕਾਲ ਤਖਤ ਦੇ ਜਿਹੜੇ ਬੈਠਦੇ ਸੀ 6ਵੇਂ ਪਾਤਸ਼ਾਹ ਉਹ ਨਹੀਂ ਇੰਨਾ ਟਾਈਮ ਲਾਉਂਦੇ ਸੀ ਉਹ ਤਾਂ ਦੇਖ ਕੇ ਦੱਸ ਦਿੰਦੇ ਸੀਗੇ ਇਹ ਬੰਦਾ ਗਲਤ ਹੈ ਉਹਦਾ ਔਨ ਸਪੋਰਟ ਫੈਸਲਾ ਹੁੰਦਾ ਸੀਗਾ ਇੱਥੇ 10-10 20 ਸਾਲ ਲੱਗ ਜਾਂਦੇ ਆ ਹੁਣ ਜਿਹੜੇ ਵਕੀਲ ਨੇ ਅਮੀਰ ਵਕੀਲ ਕਰਿਆ ਆ ਇੱਕ ਗਰੀਬ ਵਕੀਲ ਹੈ ਜਿਹੜਾ ਅਮੀਰ ਵਕੀਲ ਹੈ ਉਹਨੂੰ 5 ਲੱਖ ਰੁਪਏ ਦਿੱਤਾ ਗਿਆ ਉਹਨੇ ਇਹੋ ਜਿਹੇ ਡਾਕੂਮੈਂਟ ਤਿਆਰ ਕੀਤੇ ਉਸੇ ਕਿਤਾਬ ਦੇ ਵਿੱਚੋਂ ਜਿਹੜੀ ਕਿਤਾਬ ਦੋਨੇ ਵਕੀਲਾਂ ਨੇ ਪੜ੍ਹੀ ਉਹਨੇ ਉਸੇ ਕਿਤਾਬ ਵਿੱਚੋਂ ਐਸੇ ਪੁਆਇੰਟ ਇਕੱਠੇ ਕਰਕੇ ਨਾ ਉਹ ਜਿਹੜੀ ਬੱਚੀ ਨਾਲ ਕੁਕਰਮ ਹੋਇਆ ਸੀ ਮਾੜਾ ਹੋਇਆ ਸੀਗਾ ਉਹਨਾਂ ਨੂੰ ਝੂਠਾ ਸਾਬਤ ਕਰਤਿਆ ਉਹ ਬਰੀ ਹੋ ਗਏ ਨੇ ਤੇ ਉਹ ਮੂੰਹ ਲਟਕਾ ਕੇ ਘਰਾਂ ਨੂੰ ਆ ਗਏ ਨੇ ਇਹ ਸੰਵਿਧਾਨ ਹੈ ਜੀ ਸਾਡਾ ਇਹ LLB ਹੈ ਸਾਡੀ ਸੋ ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਤੋਂ ਜਾਗਰਤ ਹੋਣਾ ਮੈਂ ਇਹਨਾਂ ਚੀਜ਼ਾਂ ਲਾਈਏ ਵੀਰ ਜੀ ਕਿ ਤੁਹਾਨੂੰ ਕੀ ਲੱਗਦਾ ਕਿ ਹੁਣ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ ਵੀ ਹੋ ਰਹੀ ਹੈ ਪਰ ਹੱਲ ਕੋਈ ਦਿਖ ਨਹੀਂ ਰਿਹਾਗਾ ਕਿਸਾਨ ਵੀ ਬੈਠੇ ਹੋਏ ਨੇ ਉਧਰ ਸਰਕਾਰ ਵੀ ਅੜੀ ਹੋਈ ਹੈ ਤਾਂ ਹੁਣ ਤੁਹਾਨੂੰ ਪਤਾ ਸਰਦੀ ਵੀ ਟੱਪ ਗਈ ਤੇ ਗਰਮੀ ਵੀ ਆਉਣੀ ਅੱਤ ਦੀ ਗਰਮੀ ਵੀ ਕਿਸਾਨ ਹੁਣ ਸੜਕਾਂ ਤੇ ਚੱਲ ਰਹੇ ਨੇ ਤੁਹਾਨੂੰ ਕੀ ਲੱਗਦਾ ਹੱਲ ਕੀ ਹੋਣਾ ਚਾਹੀਦਾ ਇਹਦਾ ਹੱਲ ਇੱਕੋ ਇੱਕ ਹੱਲ ਹੈ ਜੀ ਜਾਂ ਸੰਵਿਧਾਨ ਨੂੰ ਪੜ੍ਹਨ ਵਾਲਾ ਬੰਦਾ ਇਹਦਾ ਹੱਲ ਕਰ ਸਕਦਾ ਆ ਠੀਕ ਹੈ ਜੀ ਜਾਂ ਫਿਰ ਸੰਵਿਧਾਨ ਦਾ ਖੰਡਨ ਕਰਕੇ ਇਹਦਾ ਹੱਲ ਹੋ ਸਕਦਾ ਹੈ ਜੇ ਤੁਸੀਂ ਸੋਚਦੇ ਹੋ ਕਿ 3 ਬਿੱਲ ਰੱਦ ਹੋ ਗਏ ਮੰਨ ਲਓ ਇਸ ਗੱਲ ਦੀ ਗਾਰੰਟੀ ਹੈ ਕੋਈ ਅਗਲੇ 3 ਬਿੱਲ ਹੋਰ ਨਹੀਂ ਖੜੇ ਹੋਣਗੇ ਕੋਈ ਗਾਰੰਟੀ ਹੈ ਇਸ ਚੀਜ਼ ਦੀ ਕੋਈ ਗਾਰੰਟੀ ਨਹੀਂ ਹੈ ਪਹਿਲੀ ਗੱਲ ਤਾਂ ਇਹਦੀ ਗਾਰੰਟੀ ਨਹੀਂ ਕਿ 3 ਬਿੱਲ ਰੱਦ ਹੋਣਗੇ ਕਿ ਨਹੀਂ ਹੋਣਗੇ ਮੇਰੀ ਇੱਕ ਡਿਮਾਂਡ ਹੈ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਫੈਮਿਲੀ ਦੀ ਗੱਲ ਨਹੀਂ ਕਰਦਾ ਮੈਂ ਸਿਰਫ ਆਪਣੀ ਇਕੱਲੇ ਦੀ ਗੱਲ ਕਰਦਾ ਆ ਮੇਰੇ ਨਾਲ ਸਿਰਫ 1.25 ਲੱਖ ਕਿਸਾਨ ਨੌਜਵਾਨ 1.25 ਲੱਖ ਮੇਰੇ ਨਾਲ ਖੜ ਜਾਵੇ ਤੇ ਵਾਹਿਗੁਰੂ ਦੀ ਕਿਰਪਾ ਸਦਕਾ ਅਸੀਂ 72 ਘੰਟੇ 'ਚ 3 ਦਿਨਾਂ ਦੇ ਅੰਦਰ ਇਹ ਕਾਨੂੰਨ ਕਿਹਾ ਸੰਵਿਧਾਨ ਹੀ ਰੱਦ ਕਰਾ ਸਕਦੇ ਹਾਂ ਪਰ ਮੈਂ ਹੁਣ ਕੱਲਾ ਜਣਾ ਚਲਾਂ ਪਿੱਛੇ ਤੋਂ ਕੋਈ ਗੋਲੀ ਮਾਰ ਦੇਵੇ ਇਹਨਾਂ ਦੇ ਜਿਗਰੇ ਤਾਂ ਹੈ ਨਹੀਂ ਸਾਹਮਣੇ ਗੋਲੀ ਮਾਰਨਗੇ ਪਿੱਠ ਪਿੱਛੇ ਹੀ ਗੋਲੀ ਮਾਰਨਗੇ
ਮੇਰੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਕਿਡਨੈਪ ਕਰ ਲੈਣਗੇ, ਮੈਨੂੰ ਟੌਰਚਰ ਕਰਨਗੇ। ਉਸ ਤੋਂ ਪਹਿਲਾਂ ਮੈਨੂੰ ਚਾਹੀਦਾ ਕਿ ਸੰਗਤ ਮੇਰੇ ਨਾਲ ਜੁੜ ਜਾਏ ਤੇ ਮੈਂ ਇਹ ਲੜਾਈ ਨੂੰ ਆਪਣੇ ਤਰੀਕੇ ਨਾਲ ਲੜਨਾ ਚਾਹੁੰਦਾ ਵਾਂ, ਕਿਉਂਕਿ ਇਹ ਲੋਕ ਮੂੰਹ ਤੋਂ ਬੋਲਦੇ ਆ, ਦਿਮਾਗ ਨਾਲ, ਅਸੀਂ ਹੱਥਾਂ ਪੈਰਾਂ ਨਾਲ ਲੜ ਰਹੇ ਆ। ਫਰਕ ਇਹ ਆ, ਜਿੱਥੇ ਲੜਾਈ ਦੀ ਗੱਲ ਆ ਜਾਂਦੀ ਹੈ AK-47 ਵਾਲੇ ਡੰਡੇ ਵਾਲੇ ਖੜੇ ਕਰ ਦਿੰਦੇ ਸਾਡੇ ਸਾਹਮਣੇ, ਅਸੀਂ ਫਿਰ ਇਕੱਠੇ ਨਿਹੱਤੇ ਹੁੰਦੇ ਆ। ਸੋ ਇਸ ਕਰਕੇ ਮੈਂ ਆਪਣੀ ਗੱਲ ਕਰਦਾ, ਮੈਂ ਆਪਣੀ ਸਮਝ ਰੱਖਦਾ ਵਾਂ, ਜੋ ਮੈਂ ਪੜ੍ਹਿਆ ਆ, ਜੋ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸਰਚ ਕਰੀ ਹੈ, ਮੇਰੇ ਵਾਸਤੇ ਇਹ 3 ਕਾਨੂੰਨ ਜ਼ਿਆਦਾ ਵੱਡੀ ਗੱਲ ਨਹੀਂ ਹੈ, ਅਗਰ ਮੇਰੇ ਨਾਲ ਸੰਗਤ ਦਾ ਸਹਿਯੋਗ ਹੋਵੇ। ਬਾਕੀ ਸੰਗਤ ਦੀ ਮਰਜ਼ੀ ਹੈ, ਜੋ ਸੰਗਤ ਕਰ ਰਹੀ ਉਹ ਤਾਂ ਕਰੀ ਰਹੀ ਹੈ। ਇਹੀ ਮੈਂ ਗੱਲ ਕਹਿਣਾ ਚਾਹੁੰਦਾ, ਆਪਾਂ ਕਰੋੜਾਵਾਲ ਮੁਰਦਾਬਾਦ ਮੁਰਦਾਬਾਦ ਕਰ ਦਿੱਤੀ ਹੈ। ਅਗਰ ਆਪਾਂ ਕਰੋੜਾਵਾਲ ਵਾਹਿਗੁਰੂ ਵਾਹਿਗੁਰੂ ਕਿਹਾ ਹੁੰਦਾ ਤਾਂ ਕਿੰਨਾ ਰਿਜ਼ਲਟ ਵਧੀਆ ਨਿਕਲਣਾ ਸੀਗਾ। ਹੁਣ ਸੰਗਤ ਇਕੱਠੀ ਹੋਈ ਹੈ, ਇੱਕ ਬੰਦੇ ਦਾ ਵਾਹਿਗੁਰੂ ਵਾਹਿਗੁਰੂ ਜਪਿਆ ਉਹਨਾਂ ਮਾਇਨੇ ਨਹੀਂ ਰੱਖਦਾ, ਜਦ ਹਜ਼ਾਰਾਂ ਬੰਦਾ ਵਾਹਿਗੁਰੂ ਵਾਹਿਗੁਰੂ ਇਕੱਠਾ ਜਪੇਗਾ, ਇਹ ਵਾਯੂ ਮੰਡਲ ਹੀ ਬਦਲ ਜਾਏਗਾ ਸਾਰਾ, ਇਹ ਆਭਾ ਮੰਡਲ ਹੀ ਬਦਲ ਜਾਏਗਾ ਸਾਰਾ, ਇਹ ਧਰਤੀ ਦਾ ਨੇਚਰ ਹੀ ਬਦਲ ਜਾਏਗਾ ਸਾਰਾ। ਸੋ ਇਸ ਕਰਕੇ ਆਪਾਂ ਧਰਤੀ ਦੇ ਨੇਚਰ ਤੋਂ ਟੁੱਟ ਕੇ ਆ ਜਿਹੜਾ ਹੈ ਨਾ ਹੱਲੇ ਵਿੱਚ ਨਿਕਲ ਚੁੱਕੇ ਆ। ਇਹ ਸਾਡਾ ਇਹ ਰਕਸ਼ਤਾ ਨਹੀਂ ਹੈਗਾ। 552 ਸਾਲਾਂ ਦੇ ਅੰਦਰ ਦਿਖਾਓ ਕਿਸੇ ਸਿੱਖ ਨੇ ਕਿਹਾ ਹੋਵੇ ਔਰੰਗਜ਼ੇਬ ਮੁਰਦਾਬਾਦ, ਕਿਸੇ ਨੇ ਕਿਹਾ ਜੀ? ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਸੀਗਾ ਕਿ ਫਰੋਕਸਕੀਅਰ ਮੁਰਦਾਬਾਦ ਹੋਵੇ ਜਾਂ ਜਹਾਂਗੀਰ ਮੁਰਦਾਬਾਦ ਹੋਵੇ ਕਿ ਜਾਂ ਬਾਦਸ਼ਾਹ ਆਪਣਾ ਬਹਾਦਰ ਸ਼ਾਹ ਮੁਰਦਾਬਾਦ ਹੋਵੇ? ਕਿਸੇ ਨੇ ਕਿਹਾ? ਕਿਸੇ ਨੇ ਕਿਹਾ ਹੀ ਨਹੀਂ। ਇਹ ਤਾਂ ਆਪਾਂ ਇੱਕ ਟ੍ਰੈਂਡ ਚਲਾ ਲਿਆ, ਜੋ ਸੰਵਿਧਾਨ 'ਚ ਲਿਖਿਆ ਆਪਾਂ ਉਹਦੇ ਤਰੀਕੇ ਨਾਲ ਚੱਲ ਰਿਹਾ, ਤਾਂ ਸਾਡੀ ਇਹ ਹਾਲਤ ਹੈ। ਇਸ ਕਰਕੇ ਸੰਵਿਧਾਨ ਦਾ ਖੰਡਨ ਹੋਣਾ ਜ਼ਰੂਰੀ ਹੈ। ਮੈਂ ਸੰਗਤ ਦੇ ਵੱਲੋਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਦੁਨੀਆ ਦੇ ਵਿੱਚੋਂ ਕੋਈ ਬੰਦਾ ਇਕੱਠਾ, ਇੱਕ ਬੰਦਾ ਲਿਆ ਦਿਓ ਜਿਹੜਾ ਕਹਿੰਦਾ ਕਿ ਮੈਂ ਸੰਵਿਧਾਨ ਨੂੰ ਚੰਗੇ ਤਰੀਕੇ ਨਾਲ ਪੜ੍ਹਿਆ ਹੋਇਆ, ਉਹਦੇ ਨਾਲ ਮੇਰੀ ਡਿਬੇਟ ਕਰਵਾ ਦਿਓ। ਉਹ ਡਿਬੇਟ ਦੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਵਾਕਿਆ ਹੀ ਬੰਦਾ ਸਿੰਘ ਬਹਾਦਰ ਹੋ ਗਏ, ਪੁਰਾਤਨ ਇਤਿਹਾਸ ਦੀ ਸੀ ਗੱਲ ਕਰਦੇ ਆ, ਤਾਂ ਕਿਸੇ ਨੇ ਵੀ ਕਦੇ ਜਿਵੇਂ ਨਹੀਂ ਇਦਾਂ ਦੇ ਸ਼ਬਦ ਆ ਜਿਹੜੇ ਵਰਤੇ ਹੈਗੇ ਆ, ਪਰ ਕਿਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਬਾਬਰ ਨੂੰ ਜਾਬਰ ਕਿਹਾ ਸੀ ਨਾ, ਤਾਂ ਕਿਸ ਤਰ੍ਹਾਂ ਲੱਗਦਾ ਤੁਹਾਨੂੰ? ਪਰ ਉਹ ਖੁਦ ਆਪ ਲੜੇ ਨੇ, ਠੀਕ ਹੈ, ਲੜ ਕੇ ਉਹਨਾਂ ਨੇ ਸ਼ਹੀਦੀਆਂ ਵੀ ਪ੍ਰਾਪਤ ਕੀਤੀ ਤੇ ਜਿੱਤ ਵੀ ਪ੍ਰਾਪਤ ਕੀਤੀ। ਦੇਖੋ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਤਾਂ ਉਹ ਤਾਂ ਗੱਲ ਬੜੀ ਉੱਚੀ ਹੋ ਗਈ ਹੈ, ਉਹ ਤਾਂ ਇਹਨਾਂ ਚੀਜ਼ਾਂ ਮੁੱਦਿਆਂ ਤੋਂ ਬਹੁਤ ਉੱਪਰ ਨੇ, ਪਰ ਉਹਨਾਂ ਨੇ ਜਾਬਰ ਇੱਕ ਵਾਰ ਕਿਹਾ, ਕਰੋੜਾਂ ਵਾਰ ਨਹੀਂ ਕਿਹਾ ਜੀ। ਆਪਾਂ ਮੁਰਦਾਬਾਦ ਇੱਕ ਵਾਰ ਕਰਤਾ ਠੀਕ ਹੈ, ਉਸ ਤੋਂ ਬਾਅਦ ਆਪਾਂ ਨੂੰ ਵਾਹਿਗੁਰੂ ਸਿਮਰਨ ਕਰਨਾ ਚਾਹੀਦਾ ਆ। ਇਸ ਮੁਰਦੇ ਨੂੰ ਜਾਂ ਤਾਂ ਫੂਕ ਦਿਓ, ਹੁਣ ਮੁਰਦਾ ਹੋ ਗਿਆ, ਫੂਕੋ ਉਹਨੂੰ। ਹੁਣ ਆਪਾਂ ਨਕਲੀ ਪੁਤਲੇ ਬਣਾ ਕੇ ਫੂਕਦੇ ਆ, ਇਹਦੇ ਨਾਲ ਮਤਲਬ ਨਹੀਂ ਆ। ਸੰਵਿਧਾਨ ਨੂੰ ਫੂਕੋ, ਸੰਵਿਧਾਨ ਗਲਤ ਹੈ ਸਾਡਾ। ਸੰਵਿਧਾਨ ਸਾਡੀ ਧੀਆਂ ਭੈਣਾਂ ਦੀ ਇੱਜ਼ਤਾਂ ਨੂੰ ਮਿੱਟੀ 'ਚ ਰੋਲ ਦੇਗਾ, ਸਾਨੂੰ ਰੋਲ ਚੁੱਕਿਆ ਆ। ਅਸੀਂ ਨਹੀਂ ਚਾਹੁੰਦੇ ਸਾਡੀ ਹੁਣ ਕਾਰਪੋਰੇਟ ਘਰਾਣਿਆਂ ਦੇ ਅੰਡਰ ਖੇਤੀ ਨੂੰ ਦੇਣ ਦਾ ਇਹਨਾਂ ਨੇ ਕਾਨੂੰਨ ਬਣਾਇਆ, ਤੁਹਾਨੂੰ ਲੱਗਦਾ ਕਿ ਉਹ ਸੰਵਿਧਾਨ 'ਚ ਸੀ ਪਹਿਲਾਂ? ਇਹ ਤਾਂ ਹੁਣ ਬਣਾ ਕੇ ਉਹਨਾਂ ਨੇ ਸੰਵਿਧਾਨ 'ਚ ਲਾਗੂ ਕੀਤਾ। ਉਹ ਇਸ ਕਰਕੇ ਬਣਾਇਆ ਗਿਆ ਆ ਕਿਉਂਕਿ ਕੋਈ ਪ੍ਰਧਾਨ ਮੰਤਰੀ ਬਣਦਾ ਹੈ ਨਾ, ਜਿਹੜੀਆਂ ਉੱਪਰੋਂ ਏਜੰਡੇ ਪਾਸ ਹੁੰਦੇ ਨੇ। ਹੁਣ ਜਿਵੇਂ ਲੰਡਨ ਦੀ ਜਿਹੜੀ ਹੁਣ ਪਾਰਲੀਮੈਂਟ ਹੈ ਜਾਂ ਫਿਰ ਬ੍ਰਿਟੇਨ ਦੀ ਪਾਰਲੀਮੈਂਟ ਹੈ, ਇਹ ਜਿਹੜੇ EVM ਦੇ ਕੋਡ ਹੁੰਦੇ ਨੇ, ਕੁਝ EVM ਦੇ ਕੋਡ ਹੁੰਦੇ ਨੇ, EVM ਦੇ ਇੱਕ ਕੋਡ ਹੁੰਦੇ ਨੇ, ਉਹ EVM ਨੂੰ ਕੋਡ ਉਹੀ ਦੇ ਸਕਦਾ ਆ ਜਿਹਨੇ ਮਤਲਬ ਕਿ ਜਿਹਦੇ ਕੋਲੇ ਪਾਵਰ ਹੈ। EVM ਮਸ਼ੀਨ ਨਹੀਂ ਬਣਾਉਂਦੀ, EVM ਮਸ਼ੀਨ ਪ੍ਰਧਾਨ ਨਹੀਂ ਕਿਸੇ ਨੂੰ ਬਣਾਉਂਦੀ। ਪ੍ਰਧਾਨ ਜਿਹੜਾ ਹੈ ਪਿੱਛੋਂ ਬ੍ਰਿਟਿਸ਼ ਸਰਕਾਰ ਵੱਲੋਂ ਹੀ ਬਣਾਏ ਜਾਂਦੇ ਨੇ, ਠੀਕ ਹੈ। ਮੋਦੀ ਇਸ ਕਰਕੇ ਚੁਣਿਆ ਗਿਆ ਕਿਉਂਕਿ ਮੋਦੀ ਦੇ ਨਾ ਕੋਈ ਅੱਗੇ ਆ ਨਾ ਕੋਈ ਪਿੱਛੇ ਆ, ਇਸ ਕਰਕੇ ਮੋਦੀ ਨੂੰ ਚੁਣਿਆ ਗਿਆ। ਸਭ ਤੋਂ ਜ਼ਾਲਮ ਬੰਦਾ ਦੁਨੀਆ ਦਾ ਮੋਦੀ ਹੈ, ਇਤਿਹਾਸ ਦੇ ਅੰਦਰ ਇਹ ਦਰਜ ਹੋ ਚੁੱਕਿਆ ਆ, ਸਭ ਤੋਂ ਜ਼ਾਲਮ ਬੰਦਾ ਮੋਦੀ ਹੈ। ਔਰ 35 ਸਾਲਾਂ ਬਾਅਦ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਆ। ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ 1984 ਤੱਕ ਹਰ 35 ਸਾਲਾਂ ਬਾਅਦ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ। ਪਹਿਲੇ ਸਰਤਾਜ ਸਾਡੇ ਹੋਏ ਨੇ ਸ਼ਹੀਦਾਂ ਦੇ, ਉਹ ਹੈ ਗੁਰੂ ਅਰਜਨ ਦੇਵ ਮਹਾਰਾਜ, ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ, ਫਿਰ 35 ਸਾਲਾਂ ਬਾਅਦ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ। ਐਵੇਂ 35 ਸਾਲਾਂ ਬਾਅਦ ਨਨਕਾਣਾ ਸਾਹਿਬ ਦਾ ਸਾਕਾ ਆ ਗਿਆ, ਫਿਰ 35 ਸਾਲਾਂ ਬਾਅਦ 1984 ਦੰਗੇ ਆ ਗਏ। ਅੱਜ 1984 ਨੂੰ 35 ਸਾਲ ਪੂਰੇ ਹੋ ਗਏ ਨੇ, ਫਿਰ ਨਸਲਕੁਸ਼ੀ ਵੱਲ ਆਪਾਂ ਫਿਰ ਵੱਧ ਗਏ ਨੇ। ਇਸ ਕਰਕੇ ਆਪਣੇ ਆਪ ਨੂੰ ਬਚਾਈਏ। ਸੋ ਇਸ ਕਰਕੇ ਸਰਕਾਰ ਜਿਹੜੀ ਹੈ ਹੁਣ EVM ਮਸ਼ੀਨ ਦੀ ਮੈਂ ਗੱਲ ਕਰਦਾ, EVM ਮਸ਼ੀਨ ਤੇ ਕਿੰਨੇ ਕੇਸ ਹੈ ਉਹਨੂੰ ਆਪਾਂ ਇਸਤੇਮਾਲ ਕਰਦੇ ਆ। ਲਾਈ ਡਿਟੈਕਟਰ ਦਾ ਇੱਕ ਵੀ ਕੇਸ ਨਹੀਂ, ਉਹ ਮੈਡੀਕਲ ਸਾਇੰਸ ਦਾ ਬਣਾਇਆ ਹੋਇਆ ਗੈਜਟ ਹੈ। ਐਕਸਰੇ ਮਸ਼ੀਨ ਤੁਸੀਂ ਚੈੱਕ ਕਰੋ, ਹੱਡੀ ਦੱਸ ਦਿੰਦੀ ਹੈ। ਅਲਟਰਾਸਾਊਂਡ ਤੇ ਪਤਾ ਲੱਗ ਜਾਂਦਾ ਆ ਵੀ ਕਿਆ ਪ੍ਰੋਬਲਮ ਹੈ ਪੇਟ ਦੇ ਅੰਦਰ। CD ਸਕੈਨ 'ਚ ਪਤਾ ਲੱਗ ਜਾਂਦਾ ਆ ਵੀ ਦਿਮਾਗ 'ਚ ਕਿਆ ਪ੍ਰੋਬਲਮ ਹੈ। ਉਹੀ ਜਿਨ੍ਹਾਂ ਨੇ ਆ ਐਕਸਰੇ ਮਸ਼ੀਨਾਂ ਬਣਾਈਆਂ ਆ, ਇਹ ਗੈਜਟ ਬਣਾਏ ਨੇ, ਉਹਨਾਂ ਨੇ ਤਾਂ ਮੈਡੀਕਲ ਸਾਇੰਸ ਨੇ ਤਾਂ ਲਾਈ ਡਿਟੈਕਟਰ ਬਣਾਇਆ। ਦੁਨੀਆ ਦੇ ਅੰਦਰ ਪਹਿਲਾ ਬੰਦਾ ਮੈਂ ਆ, ਮੇਰਾ ਸਭ ਤੋਂ ਪਹਿਲਾਂ ਲਾਈ ਡਿਟੈਕਟਰ ਕਰਾਓ। ਮੈਂ ਉਗਰਵਾਦੀ ਨਹੀਂ ਹੈਗਾ, ਮੈਂ ਗੁਰੂ ਦਾ ਸਿੱਖ ਹਾਂ, ਗੁਰੂ ਦਾ ਬੰਦਾ ਆ। ਮੇਰੇ ਇਹ ਟੈਸਟ ਕਰਾ ਲਓ, ਮੈਂ ਸੱਚ ਬੋਲ ਰਿਹਾ ਵਾਂ। ਮੈਂ ਕਿਸਾਨਾਂ ਨੂੰ
ਡੁਬੋਣ ਵਾਸਤੇ ਮੇਰੀ ਵਿਚਾਰ ਕਿਸਾਨਾਂ ਨੂੰ ਡੁਬੋਏਗੀ ਨਹੀਂ, ਕਿਸਾਨਾਂ ਨੂੰ ਤਾਰੇਗੀ। ਇਹ ਮੇਰੀ ਜਿਹੜੀ ਹੈ ਮੇਰੀ ਟੈਸਟ ਕਰਵਾ ਸਕਦੇ ਹੋ। ਪਹਿਲਾ ਟੈਸਟ ਕਰਾਉਣ ਵਾਲਾ ਬੰਦਾ ਮੈਂ ਆ, ਔਰ ਮੈਂ ਕੋਈ ਆਪਣਾ ਕੋਈ ਖਾਲਿਸਤਾਨ ਨਹੀਂ ਬਣਾਉਣ ਆਇਆ, ਕੋਈ ਮੈਂ ਆਪਣਾ ਸਿੱਖਾਂ ਦਾ ਅਲੱਗ ਗੜ ਨਹੀਂ ਬਣਾਉਣ ਆਇਆ। ਮੈਂ ਚਾਹੁੰਦਾ ਕਿ ਚਾਰੇ ਧਰਮ ਜਿਹੜੇ ਹੈ ਉਹ ਮਿਲ ਜੁਲ ਕੇ ਆਪਸ ਚ ਇਕੱਠੇ ਰਹਿਣ, ਹਰ ਇੱਕ ਦੂਜੇ ਦਾ ਸਤਿਕਾਰ ਹੋਵੇ। ਇਹ ਮੇਰੇ 3 ਸਵਾਲ ਨੇ, ਇਹ ਮੇਰੀ ਵੀ ਟੈਸਟ ਕਰੋ, ਕਿਸਾਨਾਂ ਦੇ ਵੀ ਟੈਸਟ ਕਰੋ, ਜਿਹੜਾ ਸਿੱਖ ਉਹਦਾ ਵੀ ਟੈਸਟ ਕਰੋ। ਜਿਹੜੇ ਸੱਚੇ ਹੋਣਗੇ ਤੁਹਾਨੂੰ ਲਾਈ ਡਿਟੈਕਟਰ ਮਸ਼ੀਨ ਨੇ ਦੱਸੇ ਦੇਣਾ ਹੈ ਜੀ, ਉੱਥੇ ਕੋਈ ਚੁੱਪ ਨਹੀਂ ਸਕਦਾ। ਲਾਈ ਡਿਟੈਕਟਰ ਮਸ਼ੀਨ ਤੋਂ ਬਗੈਰ ਆਪਾਂ ਅਧੂਰੇ ਆ। ਇੱਕ ਸੰਵਿਧਾਨ ਦਾ ਖੰਡਨ ਹੋਣਾ ਚਾਹੀਦਾ ਹੈ, ਔਰ ਲਾਈ ਡਿਟੈਕਟਰ ਮਸ਼ੀਨ ਚਾਲੂ ਹੋਣੀ ਚਾਹੀਦੀ ਹੈ। 2018 ਤੋਂ ਮੈਂ ਰੋਲਾ ਪਾ ਰਿਹਾ, ਲਾਈ ਡਿਟੈਕਟਰ ਲਾਈ ਡਿਟੈਕਟਰ ਲਾਈ ਡਿਟੈਕਟਰ, ਔਰ ਮੇਰੀ ਗੱਲ ਨੂੰ ਸੁਣ ਨਹੀਂ ਰਹੇ ਸਾਰੇ। ਔਰ ਇੱਕ ਦਿਨ ਫਿਰ ਇਹ ਆਪਣੇ ਆਪ ਨੂੰ ਰਸਾਤਲ ਦੇ ਅੰਦਰ ਲੈ ਕੇ ਜਾ ਰਹੇ ਆ, ਪਰ ਇੱਕ ਦਿਨ ਮੇਰੀ ਗੱਲ ਮੰਨਣੀ ਪੈਣੀ ਹੈ। ਤਾਂ ਪਹਿਲੀ ਮੰਨ ਲਓ ਗੱਲ ਕਿ ਲਾਈ ਡਿਟੈਕਟਰ ਮਸ਼ੀਨਾਂ ਦਾ ਉਪਯੋਗ ਕਰੋ, ਆਪਣੇ ਆਪ ਨੂੰ ਬਚਾਓ, ਆਪਣੀ ਧੀਆਂ ਨੂੰ ਬਚਾਓ, ਬੱਚਿਆਂ ਨੂੰ ਬਚਾਓ, ਆਉਣੇ ਵਾਲੀ ਜਨਰੇਸ਼ਨ ਨੂੰ ਬਚਾਓ। ਬਸ ਇਹੀ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਦਰਸ਼ਕੋ, ਤੁਸੀਂ ਦੇਖਿਆ ਕਿ ਸਾਡੇ ਨਾਲ ਜਿਹੜੇ ਵੀਰ ਮੌਜੂਦ ਸੀ, ਤੀਰ ਵਾਲੇ ਵੀਰ ਵੱਜਦੇ ਨੇ, ਤਾਂ ਅੱਜ ਸੰਵਿਧਾਨ ਦੇ ਅਨੁਸਾਰ ਗੱਲ ਕਰ ਰਹੇ ਨੇ, ਕਿਉਂਕਿ ਸੰਵਿਧਾਨ ਹੀ ਇਦਾਂ ਦਾ ਬਣਿਆ ਜਿਹਦੇ ਵਿੱਚ ਬੜੇ ਕਾਨੂੰਨ ਇਦਾਂ ਦੇ ਨੇ ਜਿਹੜੇ ਅਜੇ ਉਹ ਪਾਸ ਕਰਨੇ ਬਾਕੀ ਨੇ। ਲੱਗਦਾ ਹੈ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਕਿ ਬਹੁਤ ਕਾਨੂੰਨ ਇਦਾਂ ਦੇ ਨੇ ਜਿਨ੍ਹਾਂ ਨੂੰ ਰੱਦ ਕਰਵਾਉਣਾ ਚਾਹੀਦਾ। ਇਸ ਲਈ ਸੰਵਿਧਾਨ ਹੀ ਗਲਤ ਹੈਗਾ। ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ ਤਾਂ ਜੋ ਸੰਵਿਧਾਨ ਲਾਗੂ ਕਰਦੇ ਨੇ, ਤਾਂ ਫਿਰ ਜਿੱਥੇ ਆ ਕਿਸਾਨ ਵਿਰੋਧੀ ਕਾਨੂੰਨ ਦੀ ਅਸੀਂ ਗੱਲ ਕਰਦੇ ਹਾਂ ਤਾਂ ਇਹ ਇਹਨਾਂ ਨੇ ਪਾਸ ਕਰਕੇ ਹੁਣ ਸੰਵਿਧਾਨ ਦੇ ਵਿੱਚ ਲਾਗੂ ਕਰ ਦਿੱਤਾ, ਪਰ ਸੰਵਿਧਾਨ ਹੀ ਕਹਿੰਦਾ ਕਿ ਇਸ ਨੂੰ ਤੁਸੀਂ ਖਾਰਜ ਵੀ ਕਰ ਸਕਦੇ। ਸੋ ਬਣੇ ਰਹੋ ਸਿੱਖ ਚੈਨਲ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਫਤਿਹ ਸਾਡਾ ਹੋਣਾ ਤਾਂ ਹੋਣਾ ਹੀ ਹੈ, ਲਾਜ਼ਮੀ ਹੈ। ਇਹ ਤਾਂ ਜਿਹੜੇ ਹੋਰ ਧਰਮਾਂ ਦੇ ਮੇਰੇ ਵੀਰ ਭੈਣ ਭਰਾ ਹੈ ਉਹਨਾਂ ਨੂੰ ਵੀ ਪਤਾ ਕਿ ਜਿੱਥੇ ਖਾਲਸਾ ਖੜ ਗਿਆ ਫਿਰ ਖਾਲਸਾ ਤਾਂ ਫਿਰ ਹੱਕ ਲੈ ਕੇ ਹੀ ਜਾਂਦਾ ਹੈ ਆਪਣੇ, ਕਿਉਂਕਿ ਸਭ ਕੁਝ ਅੰਨਦਾਤਾ ਹੀ ਦੇ ਰਿਹਾ ਸਾਨੂੰ। ਕੋਈ ਬੰਦਾ ਇਹ ਗੱਲ ਕਹਿੰਦਾ ਕਿ ਹਾਂ ਜੀ ਅਸੀਂ ਪੈਸੇ ਲੈ ਕੇ ਅੰਨ ਖਰੀਦਦੇ ਹਾਂ, ਪੈਸੇ ਲੈ ਕੇ ਰੋਟੀ ਖਾਂਦੇ ਹਾਂ। ਬਾਕੀ ਦੇਖੋ ਜੇ ਅੰਨ ਹੋਏਗਾ ਤਾਂ ਹੀ ਰੋਟੀ ਮਿਲੇਗੀ, ਤਾਂ ਹੀ ਪੈਸਾ ਵਰਤੇ ਜਾਏਗਾ। ਉਹ ਵਾ ਮੋਦੀ ਦਾ ਇੰਨਾ ਕੁ ਮੈਂ ਮੁਰਦਾਬਾਦ ਨਹੀਂ ਕਹੂੰਗਾ, ਧੰਨਵਾਦ ਕਰੂੰਗਾ। ਉਹਨੇ ਜਿਹੜੇ ਸਿੱਖ ਸਾਡੇ ਟੁੱਟ ਚੁੱਕੇ ਸੀਗੇ, ਉਹਨੇ ਇਹੋ ਜਿਹੇ ਏਜੰਡੇ ਪਾਸ ਕਰੇ ਸਾਰੇ ਫੇਰ ਜੋੜਦੇ ਨੇ। ਉਹ ਪਾਵਰਾਂ ਸਾਰੀਆਂ ਫੇਰ ਇਕੱਠੀਆਂ ਹੋ ਗਈਆਂ। ਹੁਣ ਉਹ ਸਰਕਾਰ ਕਿਤੇ ਤੱਕ ਭੱਜ ਸਕਦੀ ਹੈ ਤਾਂ ਭੱਜ ਲਵੇ। ਜਿੱਤ ਖਾਲਸੇ ਦੀ ਹੀ ਹੋਣੀ ਹੈ, ਜਿੱਤ ਕਿਸਾਨਾਂ ਦੀ ਹੀ ਹੋਣੀ ਹੈ, ਜਿੱਤ ਸਿੱਖਾਂ ਦੀ ਹੀ ਹੋਣੀ ਹੈ। ਇੱਕ ਦਿਨ 'ਚ ਲੋਕਡਾਊਨ ਲੱਗ ਸਕਦਾ ਆ, ਨੋਟਬੰਦੀ ਹੋ ਸਕਦੀ ਹੈ, 370 ਹਟਾਈ ਜਾ ਸਕਦੀ ਹੈ। ਇਹ ਸਭ ਜਲਦਬਾਜ਼ੀ ਵਿੱਚ ਫੈਸਲੇ ਲਏ ਹੋਏ ਆ। ਤੁਗਲਕਾਬਾਦ ਦਾ ਮੰਦਿਰ ਢਾਇਆ ਗਿਆ ਆਪਣਾ ਸ਼੍ਰੀ ਰਵਿਦਾਸ ਜੀ ਮਹਾਰਾਜ ਜੀ ਦਾ। ਉਸ ਤੋਂ ਬਾਅਦ SC ਐਂਡ ST ਐਕਟ ਇੱਕਦਮ ਪਾਸ ਕੀਤਾ ਗਿਆ ਆ, ਜੋ ਭੀਮ ਰਾਓ ਅੰਬੇਡਕਰ ਜੀ ਨੇ SC ਐਂਡ ST ਐਕਟ ਪਾਸ ਕੀਤਾ ਸੀਗਾ, ਉਹਦੇ ਧੱਜੀਆਂ ਉਡਾ ਦਿੱਤੀਆਂ ਗਈਆਂ ਆ। ਇਹ ਸਾਰੇ ਇੱਕਦਮ ਜਲਦਬਾਜ਼ੀ ਵਿੱਚ ਮੂਰਖਤਾ ਵਾਲੇ ਜਿਹੜੇ ਫੈਸਲੇ ਲਏ ਹੋਏ ਨੇ। ਸਰਕਾਰ ਇਹ ਕਰ ਸਕਦੀ ਹੈ, ਕ੍ਰਾਈਮ ਨਹੀਂ ਰੋਕ ਸਕਦੀ। 34,556 ਕਾਨੂੰਨ ਨੇ, ਐਡਾ ਬੜਾ ਗ੍ਰੰਥ ਹੈ ਜੀ। ਉਹ ਸਾਰੇ ਸਟੇਟਾਂ ਦੇ ਵਿੱਚ ਉਹਨਾਂ ਨੇ ਸੰਵਿਧਾਨ ਇਕੱਠਾ ਕਰਕੇ ਨਾ, ਸਾਰੇ ਸਟੇਟਾਂ ਦਾ ਉਹ ਸੰਵਿਧਾਨ ਇਹਨਾਂ ਨੇ ਉਹ ਇਕੱਠਾ ਕਰਿਆ ਜਿਹੜਾ ਮਤਲਬ ਕਿ ਗੁਲਾਮੀ ਦਾ ਹੈ। ਤਰੱਕੀ ਵਾਲਾ ਸੰਵਿਧਾਨ ਕੋਈ ਨਹੀਂ ਹੈ। ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਵਿਧਾਨ ਬਣਾਇਆ ਹੋਇਆ ਹੈ ਉਹ ਇਹ ਹੈ, पर बेटी को बेटी जाने पर स्त्री को मात बखाने, अपन स्त्री सोरत होई रहत मन गुरु का सिंह है सोई। ਜਿਹੜਾ ਇੰਡੀਪੈਂਡੈਂਟ ਸੰਵਿਧਾਨ ਬਣਾਇਆ ਹੋਇਆ ਇਹਨਾਂ ਨੇ, ਉਹਦੇ ਵਿੱਚ ਇਹ ਬੋਲਿਆ ਗਿਆ ਆ ਤੁਸੀਂ ਆਪਣੀ ਵਾਈਫ ਤੋਂ ਇਲਾਵਾ ਕਿਸੇ ਹੋਰ ਗੱਲ ਵੀ ਰਿਲੇਸ਼ਨ ਬਣਾ ਸਕਦੇ ਹੋ ਕਾਨੂੰਨਨ ਤਰੀਕੇ ਨਾਲ। ਕਿਆ ਇਹ ਸੰਵਿਧਾਨ ਹੈ ਜੀ ਸਾਡਾ? ਕਿਆ ਸਾਡਾ ਸੰਸਕਾਰ ਹੈ? ਇਹ ਸਾਰੇ ਬ੍ਰਿਟਿਸ਼ ਲਾਅ ਹੈ ਜੀ। ਕਿਉਂਕਿ ਇਹ ਜਿਹੜੀ ਪੋਲਿਟਿਕਸ, ਜਿਹੜੀ ਡੈਮੋਕ੍ਰੇਸੀ ਚੱਲ ਰਹੀ ਹੈ, ਮੋਦੀ ਦੀ ਹਿੰਮਤ ਨਹੀਂ ਹੈ ਕਿ ਉਹ ਬਿੱਲ ਰੱਦ ਕਰਵਾ ਸਕਦਾ ਆ। ਇਹ ਸਭ ਪਿੱਛੋਂ ਪ੍ਰੀ ਪਲਾਨਡ ਹੈ, ਸਭ ਉੱਦਾਂ ਹੀ ਚੱਲ ਰਿਹਾ ਹੈ, ਉੱਦਾਂ ਹੀ ਡਿਵਾਈਡ ਐਂਡ ਰੂਲ ਚੱਲ ਰਿਹਾ ਹੈ। ਹਰ ਚੀਜ਼ ਦੇ ਨੇ ਡਿਵਾਈਡ ਐਂਡ ਰੂਲ ਪਾ ਦਿੱਤਾ ਆ। ਸਿੱਖ ਚੈਨਲ ਦੇਖ ਰਹੇ ਸਾਰੇ ਹੀ ਦੇਸ਼ ਦੇ ਦਰਸ਼ਕਾਂ ਦਾ ਮੈਂ ਹਰਜੀਤ ਕੌਰ ਸਵਾਗਤ ਕਰਦਾ। ਦਰਸ਼ਕੋ, ਅਸੀਂ TDI ਮੋਲ ਦੇ ਕੋਲ ਮੌਜੂਦ ਆ, ਜਿੱਥੇ ਨਿਹੰਗ ਸਿੰਘਾਂ ਨੇ ਛਾਉਣੀ ਲਾਈ ਹੋਈ ਹੈ। ਤਾਂ ਕਈ ਨਿਹੰਗ ਸਿੰਘਾਂ ਵੱਲੋਂ ਇੱਥੇ ਮੋਰਚਾ ਜਿਹੜਾ ਉਹ ਸੰਭਾਲਿਆ ਹੋਇਆ। ਤਾਂ ਇੱਕ ਤੁਸੀਂ ਦੇਖਿਆ ਹੋਣਾ ਕਿ ਜਦੋਂ ਤੋਂ ਸ਼ੰਭੂ ਮੋਰਚਾ ਲੱਗਾ ਸੀ ਉਦੋਂ ਤੋਂ ਹੀ ਇੱਕ ਤੀਰ ਵਾਲੇ ਬਾਬਾ ਜੀ ਬੜੇ ਮਸ਼ਹੂਰ ਸੀਗੇ, ਕਿਉਂਕਿ ਉਹਨਾਂ ਨੇ ਐਦਾਂ ਦੀਆਂ ਸੰਵਿਧਾਨ ਦੇ ਅਨੁਸਾਰ ਗੱਲਾਂ ਬਾਤਾਂ ਦੱਸੀਆਂ ਜਿਹੜੀਆਂ ਕਿ ਅੱਜ ਵੀ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ। ਤਾਂ ਅੱਜ ਸਾਡੇ ਨਾਲ ਮੌਜੂਦ ਨੇ ਤੀਰ ਵਾਲੇ ਬਾਬਾ ਜੀ, ਇਸ ਕਿਸਾਨੀ ਅੰਦੋਲਨ ਦੇ ਵਿੱਚ ਆਪਣੇ ਫਰਜ਼ਾਂ ਨੂੰ ਸਮਝਦਿਆਂ ਹੋਇਆ ਹਾਜ਼ਰੀ ਲਵਾ ਰਹੇ ਨੇ। ਗੱਲਬਾਤ ਕਰਾਂਗੇ ਇਹਨਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਤੁਹਾਡੇ ਸਭ ਦੇ ਚਰਨਾਂ ਵਿੱਚ ਕਿ ਮੇਰਾ ਨਾਮ ਹੈ ਵੀਰ ਪ੍ਰਵੀਰ ਸਿੰਘ ਖਾਲਸਾ, ਤੇ ਬਾਬਾ ਜੀ ਹਸਤੀ ਬਹੁਤ ਉੱਚੀ, ਬਾਬਾ ਜੀ ਦੀ ਹਸਤੀ ਬੜੀ ਉੱਚੀ ਹੁੰਦੀ ਹੈ। ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਬੁੱਢਾ ਸਾਹਿਬ ਜੀ ਹੋਏ ਨੇ। ਸਾਨੂੰ ਲੋਕ ਜਿਹੜੀ ਭੈਣਾਂ ਨੇ ਵੀਰ ਜੀ ਕਹਿ ਸਕਦੀਆਂ ਨੇ,
ਮਾਵਾਂ ਪੁੱਤ ਕਹਿ ਸਕਦੇ ਨੇ, ਪਿਤਾ ਸਮਾਨ ਪੁੱਤ ਕਹਿ ਸਕਦੇ ਨੇ। ਜਿਹੜੇ ਮੇਰੇ ਹਮ ਉਮਰ ਦੇ ਨੇ ਉਹ ਮੇਰਾ ਨਾਂ ਲੈ ਸਕਦੇ ਨੇ, ਕੋਈ ਇਹਦੇ 'ਚ ਵੱਡੀ ਗੱਲ ਨਹੀਂ ਹੈ। ਬਟ ਇਹ ਹੈ ਕਿ ਬਾਬਾ ਜੀ ਦਾ ਅਹੁਦਾ ਬਹੁਤ ਉੱਚਾ ਆ। ਅਸੀਂ ਤਾਂ ਸਮਾਜ ਦੀ ਸੇਵਾ ਵਾਸਤੇ ਤਿਆਰ ਪਰ ਤਿਆਰ ਬੈਠੇ ਹਾਂ ਜੀ। ਜਿੱਥੇ ਕਿਤੇ ਵੀ ਕੋਈ ਜ਼ੁਲਮ ਹੋਏਗਾ ਅਸੀਂ ਉੱਥੇ ਖੜਾਂਗੇ ਜੀ। ਤੇ ਸਤਿਗੁਰ ਨੇ ਸਾਨੂੰ ਤਿਆਰ ਇਸੇ ਕੰਮ ਲਈ ਕੀਤਾ ਹੋਇਆ ਜੀ। ਵੀਰ ਜੀ, ਕਿਸ ਤਰ੍ਹਾਂ ਦੇਖਦੇ ਅੱਜ ਕਿਸਾਨੀ ਅੰਦੋਲਨ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀ ਕਿ 26 ਤੋਂ ਬਾਅਦ ਜਿਹੜਾ ਮਾਹੌਲ ਉਹ ਠੰਡਾ ਪੈ ਗਿਆ, ਮੋਰਚਾ ਕਿਸੇ ਹੋਰ ਰਸਤੇ ਨੂੰ ਜਾ ਰਿਹਾ, ਕਿਸ ਤਰ੍ਹਾਂ ਲੱਗ ਰਿਹਾ? ਤੁਸੀਂ ਹੁਣ ਦੁਬਾਰਾ ਫੇਰ ਹਾਜ਼ਰੀ ਭਰਨ ਆਏ ਹੋ, ਹੁਣ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ? ਦੇਖੋ, ਜਿਹੜਾ ਇਹ ਮਾਹੌਲ ਹੈ ਨਾ, ਇਹ ਮਾਹੌਲ ਦੇ ਵਿੱਚ ਜਿਹੜੇ ਅਸਲੀ ਯੋਧੇ ਨੇ ਉਹ ਹੁਣ ਉਹ ਟਿਕੇ ਹੋਏ ਨੇ। ਨਕਲੀ ਜਿਹੜੇ 26 ਤੋਂ ਪਹਿਲਾਂ ਹੁੱਲੜਬਾਜੀ ਸੀ, ਜਿਹੜੇ ਮਤਲਬ ਕਿ ਟਰੈਕ ਨੂੰ ਗਲਤ ਟਰੈਕ ਤੇ ਮਤਲਬ ਕਿ ਪਬਲਿਕ ਨੂੰ, ਜਨਤਾ ਨੂੰ ਜਾਂ ਸਾਡੇ ਸਿੱਖ ਕੌਮ ਨੂੰ ਗਲਤ ਟਰੈਕ ਤੇ ਲੈ ਕੇ ਜਾਣਾ ਚਾਹੁੰਦੇ ਸੀ ਕਿ ਉਹਨਾਂ ਨੇ ਆਪਣਾ 26 ਤੋਂ ਪਹਿਲਾਂ ਸਾਰਾ ਜ਼ੋਰ ਲਾ ਲਿਆ। ਬਾਕੀ ਜ਼ੋਰ ਜਿਹੜਾ ਸੀਗਾ ਉਹ ਉਹਨਾਂ ਨੇ 26 ਨੂੰ ਲਾ ਲਿੱਤਾ। ਹੁਣ ਜਿਹੜੇ ਇੱਥੇ ਜਿਹੜੀ ਸੰਗਤਾਂ ਬੈਠੀਆਂ ਨੇ ਇਹ ਅਸਲੀ ਯੋਧੇ ਇਹ ਬੈਠੇ ਨੇ, ਬਾਕੀ ਨਕਲੀ ਜਿਹੜੇ ਹੈ ਉਹਨਾਂ ਦੀ ਜਗ੍ਹਾ ਖਤਮ ਹੋ ਗਈ ਹੈ। ਹੁਣ ਅੰਦੋਲਨ ਜਿਹੜਾ ਹੈ, ਅਸਲੀ ਅੰਦੋਲਨ ਹੁਣ ਸ਼ੁਰੂ ਹੋਇਆ ਆ। ਅਸਲੀ ਜੋ ਹੁਣ ਅੰਦੋਲਨ ਸ਼ੁਰੂ ਹੋਇਆ ਆ, ਇਹਨੇ ਹੁਣ ਰਿਜ਼ਲਟ ਬਹੁਤ ਅੱਛਾ ਦੇਣਾ ਹੈ ਸਾਨੂੰ। ਬਾਕੀ ਇਹ 100% ਗਾਰੰਟੀ ਹੈ ਕਿ ਖਾਲਸੇ ਨੇ ਕੋਈ ਮੁਹਿੰਮ ਚਾਲੂ ਕੀਤੀ ਹੈ, ਉੱਥੇ ਉਹਨਾਂ ਨੇ ਫਤਿਹ ਪਾਈ ਹੈ। 552 ਸਾਲ ਦਾ ਸਾਡਾ ਇਤਿਹਾਸ ਹੈ, ਇਹ ਫਤਿਹ ਸਾਡਾ ਹੋਣਾ ਤਾਂ ਹੋਣਾ ਹੀ ਹੈ, ਲਾਜ਼ਮੀ ਹੈ। ਇਹ ਤਾਂ ਜਿਹੜੇ ਹੋਰ ਧਰਮਾਂ ਦੇ ਮੇਰੇ ਵੀਰ ਭੈਣ ਭਰਾ ਹੈ ਉਹਨਾਂ ਨੂੰ ਵੀ ਪਤਾ ਕਿ ਜਿੱਥੇ ਖਾਲਸਾ ਖੜ ਗਿਆ ਫਿਰ ਖਾਲਸਾ ਤਾਂ ਫਿਰ ਹੱਕ ਲੈ ਕੇ ਹੀ ਜਾਂਦਾ ਹੈ ਆਪਣੇ। ਨਾਲੇ ਸਾਡਾ ਹੱਕ ਹੈ, ਅਸੀਂ ਖੇਤੀਬਾੜੀ ਕੀਤੀ ਹੈ, ਲੋਕਾਂ ਨੂੰ ਅਸੀਂ ਪ੍ਰਸ਼ਾਦਾ ਪਾਣੀ ਛਕਾਇਆ, ਲੋਕਾਂ ਨੂੰ ਅਸੀਂ ਜਵਾਨ ਕੀਤਾ, ਸਾਡੇ ਅੰਨ ਖਾ ਕੇ, ਸਾਡੇ ਕਿਸਾਨਾਂ ਦੇ ਅੰਨ ਖਾ ਕੇ ਅੰਨਦਾਤਾ ਤੋਂ ਮਿਹਨਤ ਕਰਵਾਈ ਗਈ ਹੈ। ਉਹਨਾਂ ਨੂੰ ਉਹ ਜਿਹੜਾ ਸ਼ੁਰੂ ਤੋਂ ਉਹ ਯੋਗਦਾਨ ਸਰਕਾਰ ਨੇ ਨਹੀਂ ਦਿੱਤਾ ਜਿਹੜਾ ਦੇਣਾ ਚਾਹੀਦਾ ਸੀਗਾ। ਅੱਜ ਕਿਸਾਨਾਂ ਨੂੰ ਇਹੀ ਚਾਹੀਦਾ ਹੈ ਕਿ ਉਹ ਕਿਸੇ ਗੱਲ ਤੋਂ ਘਬਰਾਣ ਨਾ। ਉਹਨਾਂ ਦੇ ਪਿੱਛੇ ਸੰਗਤ ਪਹਿਲੇ ਦਿਨ ਤੋਂ ਵੀ ਸੀ ਤੇ ਅੱਜ ਵੀ ਉਹਨਾਂ ਦੇ ਨਾਲ ਅਸੀਂ ਖੜੇ ਆ ਤੇ ਹਮੇਸ਼ਾ ਉਹਨਾਂ ਦੇ ਨਾਲ ਹੀ ਖੜਦੇ। ਜੇ ਉਹਨਾਂ ਦੇ ਨਾਲ ਨਹੀਂ ਖੜਾਂਗੇ ਫਿਰ ਭੁੱਖੇ ਮਰਾਂਗੇ, ਕਿਉਂਕਿ ਸਭ ਕੁਝ ਅੰਨਦਾਤਾ ਹੀ ਦੇ ਰਿਹਾ ਸਾਨੂੰ। ਕੋਈ ਬੰਦਾ ਇਹ ਗੱਲ ਕਹਿੰਦਾ ਕਿ ਹਾਂ ਜੀ ਅਸੀਂ ਪੈਸੇ ਲੈ ਕੇ ਅੰਨ ਖਰੀਦਦੇ ਆ, ਪੈਸੇ ਲੈ ਕੇ ਰੋਟੀ ਖਾਂਦੇ ਆ। ਬਾਕੀ ਦੇਖੋ, ਜੇ ਅੰਨ ਹੋਏਗਾ ਤਾਂ ਹੀ ਰੋਟੀ ਮਿਲੇਗੀ, ਤਾਂ ਹੀ ਪੈਸਾ ਵਰਤੇ ਜਾਏਗਾ। ਸੋ ਇਸ ਕਰਕੇ ਕਿਸਾਨ ਜਿਹੜੇ ਹੈ ਉਹ ਸ਼ੁਰੂ ਤੋਂ ਮੁੱਖ ਨੇ। ਦੋ ਲੋਕਾਂ ਦਾ ਬੜਾ ਯੋਗਦਾਨ ਹੈ ਇਸ ਧਰਤੀ ਦੇ ਉੱਤੇ, ਇੱਕ ਪੈਦਾ ਕਰਨ ਵਾਲਾ, ਇੱਕ ਉਸ ਨੂੰ ਪਾਲਣ ਵਾਲਾ। ਤੇ ਜਿਵੇਂ ਕਿ ਬ੍ਰਹਮਾ ਨੇ ਧਰਤੀ ਬਣਾਈ ਹੈ ਤੇ ਵਿਸ਼ਨੂੰ ਜਿਹੜਾ ਹੈ ਉਹ ਰਿਜ਼ਕ ਵੰਡਦਾ ਹੈ, ਤੇ ਸ਼ਿਵ ਜੀ ਹੈ ਉਹ ਮਾਰਦਾ ਇਨਸਾਨਾਂ ਨੂੰ। ਉਹ ਜਿਵੇਂ ਗੁਰਬਾਣੀ 'ਚ ਕਹਿੰਦੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਦੀਵਾਨ ਦਾ ਮਤਲਬ ਹੈ ਕਿ ਧਰਮ ਰਾਜੇ ਨੂੰ ਆਰਡਰ ਦੇਣ ਵਾਲਾ, ਪਰ ਸ਼ਿਵ ਜੀ ਨੇ ਵੀ ਇੱਕ ਦਿਨ ਮਰਨਾ ਹੀ ਹੁੰਦਾ ਹੈ, ਹਰ ਇੱਕ ਦੀ ਉਮਰ ਹੈ। ਤੇ ਜੋ ਕਿਸਾਨ ਹੈ, ਕਿਸਾਨਾਂ ਦਾ ਜਿਹੜਾ ਮੇਨ ਮੁੱਦਾ ਆ ਉਹ ਇਹੀ ਹੈ ਕਿ ਉਹ ਸਾਨੂੰ ਪਾਲਦੇ ਨੇ, ਅਸੀਂ ਉਹ ਸਾਡੇ ਲਈ ਹੀ ਬਣੇ ਹੋਏ ਨੇ। ਅਸੀਂ ਉਹਨਾਂ ਦੀ ਸਪੋਰਟ ਪਰ ਹਰ ਵੇਲੇ ਖੜੇ ਆ ਤੇ ਆਖਰੀ ਸਾਹ ਤੱਕ ਆਪਾਂ ਉਹਨਾਂ ਦੇ ਨਾਲ ਖੜੇ ਆ। ਤੇ ਇਹ ਮੋਰਚਾ ਤਾਂ ਵੈਸੇ ਜਿੱਤਿਆ ਗਿਆ ਆ ਜੀ, ਇਹ ਮੋਰਚਾ ਜਿੱਤਿਆ ਗਿਆ ਹੈ। ਹੁਣ ਇਹ ਤਾਂ ਇੱਕ ਸਰਕਾਰ ਪਖੰਡ ਕਰਦੀ ਆ, ਕਰੀ ਜਾਣ ਦਿਓ ਇਹਨਾਂ ਨੂੰ। ਬਾਕੀ ਜਿੱਤ ਤਾਂ ਸਾਡੀ ਹੋ ਚੁੱਕੀ ਹੈ। ਔਰ ਜਿਹੜੇ ਗਿਲੇ ਸ਼ਿਕਵੇ ਤੇ ਉਹ ਵਾ ਮੋਦੀ ਦਾ ਇੰਨਾ ਕਿ ਮੈਂ ਮੁਰਦਾਬਾਦ ਨਹੀਂ ਕਹੂੰਗਾ, ਧੰਨਵਾਦ ਕਰੂੰਗਾ। ਉਹਨੇ ਜਿਹੜੇ ਸਿੱਖ ਸਾਡੇ ਟੁੱਟ ਚੁੱਕੇ ਸੀਗੇ, ਉਹਨੇ ਇਹੋ ਜਿਹੇ ਏਜੰਡੇ ਪਾਸ ਕਰੇ, ਸਾਰੇ ਫੇਰ ਜੋੜਦੇ ਨੇ। ਉਹ ਪਾਵਰਾਂ ਨੂੰ ਸਾਰੀਆਂ ਫੇਰ ਇਕੱਠੀਆਂ ਹੋ ਗਈਆਂ। ਹੁਣ ਉਹ ਸਰਕਾਰ ਕਿੱਥੇ ਤੱਕ ਭੱਜ ਸਕਦੀ ਤਾਂ ਭੱਜ ਲਵੇ। ਜਿੱਤ ਖਾਲਸੇ ਦੀ ਹੀ ਹੋਣੀ ਹੈ, ਜਿੱਤ ਕਿਸਾਨਾਂ ਦੀ ਹੀ ਹੋਣੀ ਹੈ, ਜਿੱਤ ਸਿੱਖਾਂ ਦੀ ਹੀ ਹੋਣੀ ਹੈ ਜੀ। ਜਿਸ ਤਰ੍ਹਾਂ ਸੰਵਿਧਾਨ ਦੀ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਵੀ ਸੰਵਿਧਾਨ ਦਾ ਫਲਸਫਾ ਲੈ ਕੇ ਚੱਲੇ, ਉਸ ਦੇ ਅਕੋਰਡਿੰਗ ਹੀ ਗੱਲ ਕਰਦੇ ਹੋ, ਤਾਂ ਤੁਹਾਨੂੰ ਕੀ ਲੱਗਦਾ ਕਿ ਜੇ ਕਾਨੂੰਨ ਬਣਾਏ ਜਾਂਦੇ ਨੇ ਤਾਂ ਸੰਵਿਧਾਨ ਦੇ ਅਨੁਸਾਰ ਉਹਨਾਂ ਨੂੰ ਤੋੜਿਆ ਨਹੀਂ ਜਾਂਦਾ, ਉਹਨਾਂ ਨੂੰ ਖਤਮ ਨਹੀਂ ਕੀਤਾ ਜਾਂਦਾ? ਦੇਖੋ, ਸੰਵਿਧਾਨ ਦੇ ਕਾਨੂੰਨਾਂ ਨੂੰ ਤੋੜਨ ਦੀ ਆਪਾਂ ਗੱਲ ਕਰੀਏ, 90% ਜਿਹੜਾ ਸੰਵਿਧਾਨ ਦੇ ਕਾਨੂੰਨ ਤੋੜਨ ਵਾਲੇ ਹੀ ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨ ਤੋੜ ਰਹੇ ਨੇ। ਤੁਸੀਂ ਦੇਖਣਾ ਕਿ ਹਰ ਥਾਣੇ ਦੇ ਅੰਦਰ, ਹੁਣ ਮੇਰੀ ਗੱਲ ਥੋੜੀ ਸੱਚੀ ਜੀ ਹੈ ਪਰ ਚੁਭਦੀ ਸਾਰੇ ਨੂੰ ਹੈ, ਪਰ ਸੱਚ ਹੈ। ਹੁਣ ਜਿਹੜੇ SHO ਹੈ, SHO ਦਾ ਤੁਸੀਂ ਥਾਣੇ ਦੇ ਅੰਦਰ ਜਾਓ, ਕਿਸੇ ਥਾਣੇ ਦਾ ਸਰਵੇ ਕਰੋ, ਉੱਥੇ ਦੇਖਣਾ ਕਿ ਜਦੋਂ ਨਵਾਂ SHO ਆਏਗਾ ਉਦੋਂ ਸਾਰੇ ਜਦੋਂ ਅਟੈਂਡੈਂਸ ਲਗਾਉਣ ਵਾਸਤੇ ਸਾਰੇ ਮੁਲਾਜ਼ਮ ਉੱਥੇ ਤੁਹਾਨੂੰ 50 ਤੋਂ 60 ਮੁਲਾਜ਼ਮ ਦਿਖਣਗੇ ਇੱਕ ਥਾਣੇ ਦੇ ਅੰਦਰ। ਚੌਂਕੀ ਦੇ ਅੰਦਰ ਥੋੜਾ ਘੱਟ ਦਿਖਣਗੇ। ਉਸ ਤੋਂ ਬਾਅਦ ਉਹੀ 10-15 ਡੇਲੀ ਰੂਟੀਨ 'ਚ ਤੁਹਾਨੂੰ ਉੱਥੇ ਮੁਲਾਜ਼ਮ ਦਿਖਣਗੇ। ਜਦੋਂ ਕੋਈ ਨਵਾਂ SHO ਆਉਂਦਾ ਸਾਰੇ ਉੱਥੋਂ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਮੁਲਾਜ਼ਮ, 50-60 ਮੁਲਾਜ਼ਮ ਦਿਖਦੇ ਨੇ। ਉਹ ਕਿਉਂ ਐਦਾਂ ਹੁੰਦਾ ਕਦੇ ਆਪਾਂ ਸੋਚਿਆ? ਕਿਉਂਕਿ ਜਿਹੜਾ SHO ਹੈ, ਕਈ SHO ਐਦਾਂ ਦੇ ਨੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਮੇਰੀ ਨਿਗਾਹ ਵਿੱਚ ਵੀ ਨੇ, ਤੇ ਉਹ ਐਦਾਂ ਦੇ ਨੇ ਜਿਹੜੇ ਬਾਹਰ ਦੀ ਵਾਰ ਅਟੈਂਡੈਂਸ ਲਗਵਾ ਦਿੰਦੇ ਨੇ। ਅਟੈਂਡੈਂਸ ਦੇ ਉਹ 10-10 ਹਜ਼ਾਰ ਰੁਪਏ ਲੈਂਦੇ ਨੇ। ਇਹ ਬਲੈਕ ਮਨੀ ਹੈ ਸਾਰੀ। ਇਹ ਹੁਣ ਕਾਨੂੰਨ ਨਹੀਂ ਤੋੜ ਰਹੇ ਨੇ ਕਿਆ? ਹੁਣ ਕਈ ਐਸੀ ਫੌਜ ਦੇ ਅੰਦਰ ਐਸੀ ਜਿਹੜੀਆਂ ਲੇਡੀਜ਼ ਪੁਲਿਸ ਨੇ, ਭੈਣਾਂ ਨੇ ਸਾਡੀਆਂ,
ਉਹਨਾਂ ਨਾਲ ਸ਼ੋਸ਼ਣ ਹੋ ਰਿਹਾ ਆ, ਉਹ ਕਾਨੂੰਨ ਨਹੀਂ ਤੋੜ ਰਹੇ। ਹੁਣ ਕਿੰਨੇ ਤੁਸੀਂ ਦੇਖਦੇ ਵੀਡੀਓ ਵਾਇਰਲ ਹੁੰਦੀ ਆ, ਕੋਈ ਹੈਲਮਟ ਨਹੀਂ ਲੈ ਕੇ ਜਾ ਰਿਹਾ, ਆਪਣੀ ਮਰਜ਼ੀ ਨਾਲ ਮੁਲਾਜ਼ਮ ਤੁਰੀ ਜਾਂਦੇ ਨੇ, ਉਹ ਵੀ ਕਾਨੂੰਨ ਤੋੜ ਰਹੇ ਨੇ। ਹਰ ਕਾਨੂੰਨ ਨੂੰ ਤੋੜਿਆ ਜਾ ਰਿਹਾ ਹੈ। ਆ ਲਾਠੀ ਚਾਰਜ ਦਾ ਜਿਹੜਾ ਕਾਨੂੰਨ 1860 ਵਿੱਚ ਅੰਗਰੇਜ਼ਾਂ ਨੇ ਬਣਾਇਆ ਹੈ, ਅੱਜ ਉਹੀ ਚੱਲੀ ਜਾ ਰਿਹਾ ਹੈ। ਪੁਲਿਸ ਬਣਾਈ ਹੋਈ ਹੈ ਸਿਰਫ ਅਗਰ ਆਪਾਂ ਹੱਕ ਮੰਗਾਂਗੇ, ਪੁਲਿਸ ਦਾ ਕੰਮ ਹੈ ਲਾਠੀ ਚਾਰਜ ਕਰਨਾ। ਅਗਰ ਹੱਕ ਮੰਗਾਂਗੇ, ਸੱਚ ਬੋਲਾਂਗੇ ਤਾਂ ਪੁਲਿਸ ਦਾ ਕੰਮ ਹੈ ਲਾਠੀ ਚਾਰਜ ਕਰਨਾ। 1860 ਵਿੱਚ ਇਹ ਕਾਨੂੰਨ ਬਣਿਆ ਸੀ, ਇੰਡੀਅਨ ਪੁਲਿਸ ਐਕਟ ਬਣਿਆ ਸੀ, ਉਹ ਅੱਜ ਵੀ ਉਹੀ ਹੈ, ਉਹਦੇ 'ਚ ਕੋਈ ਚੇਂਜਿੰਗ ਨਹੀਂ ਆਈ, ਸਗੋਂ ਪਾਵਰ ਹੋਰ ਵਧਾ ਦਿੱਤੀ ਹੈ। ਹੁਣ ਰਹੀ ਗੱਲ ਪੁਲਿਸ ਦੀ, ਮੈਂ ਪਾਵਰ ਦੀ ਗੱਲ ਕਰਨ ਲੱਗਿਆ ਵਾਂ। ਪੁਲਿਸ ਦੇ ਅੰਦਰ ਇੰਨੀ ਸ਼ਕਤੀ ਹੈ, ਇੰਨੀ ਪਾਵਰ ਹੈ। 23 ਮਾਰਚ ਤੋਂ ਲੈ ਕੇ 31 ਮਾਰਚ ਤੱਕ ਤੁਸੀਂ ਲੋਕਡਾਊਨ ਲੱਗਿਆ ਸੀਗਾ। ਲੋਕਡਾਊਨ ਦੇ ਅੰਦਰ ਕੋਈ 23 ਮਾਰਚ ਤੋਂ ਲੈ ਕੇ 31 ਮਾਰਚ ਤੱਕ ਦਿਖਾਓ ਕਿਸੇ ਨੇ ਸੂਈ ਵੀ ਚੋਰੀ ਕੀਤੀ ਹੋਵੇ, ਕੋਈ ਥਾਣੇ 'ਚ ਕੰਪਲੇਂਟਾਂ ਗਈਆਂ ਹੋਣ, ਕੋਈ ਕ੍ਰਾਈਮ ਨਹੀਂ ਹੋਇਆ। ਲੋਕ ਆਪਣੇ ਘਰਾਂ 'ਚੋਂ ਜਿਹੜਾ 7-8 ਦਿਨ ਦੇ ਅੰਦਰ ਇਹ ਸਬੂਤ ਦੇ ਦਿੱਤਾ ਸਰਕਾਰ ਨੇ ਕਿ ਅਸੀਂ ਕ੍ਰਾਈਮ ਰੋਕ ਸਕਦੀਆਂ ਨੇ, ਸਾਡੇ ਕੋਲ ਪਾਵਰ ਹੈ। ਇੱਕ ਕੀੜੀ ਦੀ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਇਸ ਨਗਰ ਵਿੱਚ ਕੀੜੀ ਵਿੱਚ ਹੋਰ ਕੰਟਰੀ ਦੀ ਜਾਂ ਹੋਰ ਜ਼ਿਲ੍ਹੇ ਦੀ ਕੀੜੀ ਵੀ ਇਸ ਇੱਥੇ ਆ ਚੁੱਕੀ ਹੈ। ਇੰਨੀ ਇਹਨਾਂ ਨੂੰ ਪਕੜ ਹੁੰਦੀ ਹੈ ਇਹ ਪੁਲਿਸ ਮੁਲਾਜ਼ਮਾਂ ਨੂੰ, ਇਹ ਸਰਕਾਰ ਨੂੰ। ਪਰ ਉਹਨਾਂ ਨੇ ਉਹ 7 ਦਿਨਾਂ 'ਤੇ ਜਿਹੜਾ ਕਾਨੂੰਨ ਬੁਲਾਇਆ ਸੀਗਾ ਲੋਕਡਾਊਨ ਦਾ, ਉਹਦੇ 'ਚ ਕੋਈ ਕ੍ਰਾਈਮ ਨਹੀਂ ਹੋਇਆ। ਅਗਰ ਹਾਂ ਕੋਈ ਕੰਪਲੇਂਟਾਂ ਗਈਆਂ ਸੀ ਥਾਣੇ ਦੇ ਅੰਦਰ, ਉਹ ਮੀਆਂ ਬੀਬੀ ਦੀਆਂ ਸ਼ਿਕਾਇਤਾਂ, ਘਰੇਲੂ ਕੰਪਲੇਂਟਾਂ ਗਈਆਂ ਸੀ ਲੜਾਈ ਝਗੜੇ ਦੀਆਂ, ਕੋਈ ਜਿਹੜਾ ਕ੍ਰਿਮੀਨਲ ਕ੍ਰਾਈਮ ਨਹੀਂ ਹੋਇਆ ਸੀਗਾ, ਜੁਡੀਸ਼ੀਅਲ ਕ੍ਰਾਈਮ ਨਹੀਂ ਹੋਇਆ ਸੀਗਾ। ਨੋਰਮਲ ਜਿਹੜੇ ਘਰਾਂ 'ਚ ਲੜਾਈਆਂ ਹੁੰਦੀਆਂ ਉਹਦੀਆਂ ਕੰਪਲੇਂਟਾਂ ਗਈਆਂ ਸੀਗੀਆਂ। 23 ਮਾਰਚ ਤੋਂ ਲੈ ਕੇ 31 ਮਾਰਚ ਤੱਕ ਸਾਨੂੰ ਇਹ ਸਬੂਤ ਮਿਲ ਗਿਆ ਆ ਕਿ ਅਗਰ ਸਰਕਾਰ ਚਾਹੇ ਤਾਂ 2 ਘੰਟੇ ਵਿੱਚ ਉਹ ਸਾਰਾ ਕਾਨੂੰਨ ਪਾਸ ਕਰਕੇ ਕ੍ਰਾਈਮ ਨੂੰ ਖਤਮ ਕਰ ਸਕਦੀ ਹੈ। ਜੇ ਉਹ ਨੋਟਬੰਦੀ ਕਰ ਸਕਦੀ ਹੈ ਤਾਂ ਕ੍ਰਾਈਮ ਵੀ ਖਤਮ ਕਰ ਹੀ ਸਕਦੀ ਹੈ ਜੀ। ਇੱਕ ਦਿਨ 'ਚ ਲੋਕਡਾਊਨ ਲੱਗ ਸਕਦਾ ਆ, ਨੋਟਬੰਦੀ ਹੋ ਸਕਦੀ ਹੈ, 370 ਹਟਾਈ ਜਾ ਸਕਦੀ ਹੈ। ਇਹ ਸਭ ਜਲਦਬਾਜ਼ੀ ਵਿੱਚ ਫੈਸਲੇ ਲਏ ਹੋਏ ਆ। ਤੁਗਲਕਾਬਾਦ ਦਾ ਮੰਦਿਰ ਢਾਇਆ ਗਿਆ ਆ ਆਪਣਾ ਸ਼੍ਰੀ ਰਵਿਦਾਸ ਜੀ ਮਹਾਰਾਜ ਜੀ ਦਾ। ਉਸ ਤੋਂ ਬਾਅਦ SC ਐਂਡ ST ਐਕਟ ਇੱਕਦਮ ਪਾਸ ਕੀਤਾ ਗਿਆ ਆ, ਜੋ ਭੀਮ ਰਾਓ ਅੰਬੇਡਕਰ ਜੀ ਨੇ SC ਐਂਡ ST ਐਕਟ ਪਾਸ ਕੀਤਾ ਸੀਗਾ, ਉਹਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਆ। ਇਹ ਸਾਰੇ ਇੱਕਦਮ ਜਲਦਬਾਜ਼ੀ ਵਿੱਚ ਮੂਰਖਤਾ ਵਾਲੇ ਜੇ ਫੈਸਲੇ ਲਏ ਹੋਏ ਨੇ। ਸਰਕਾਰ ਇਹ ਕਰ ਸਕਦੀ ਹੈ, ਕ੍ਰਾਈਮ ਨਹੀਂ ਰੋਕ ਸਕਦੀ। ਉਹ ਅਗਰ ਕ੍ਰਾਈਮ ਰੋਕ ਦੇਗੀ ਫਿਰ ਸਰਕਾਰ ਨੂੰ ਕਿਹੜਾ, ਸਰਕਾਰ ਕੋਲ ਕੀ ਕਰਨ ਜਾਏਗਾ ਕੋਈ। ਇਸ ਕਰਕੇ ਇਹ ਸੰਵਿਧਾਨ ਦੇ ਜੋ ਵੀ ਸੰਵਿਧਾਨ ਤੋੜਿਆ ਜਾ ਰਿਹਾ ਆ, ਉਹ ਆਮ ਪਬਲਿਕ ਦਾ ਵਿਚਾਰੀ ਡਰਦੀ ਬੜੀ ਹੈ, ਉਹ ਕਿਉਂ ਕ੍ਰਾਈਮ ਕਰਨਗੀਆਂ। ਕ੍ਰਾਈਮ ਕਰਨ ਵਾਲੇ ਜਿਹੜੇ ਹੁੰਦੇ ਨੇ IPS DIG SSP SHO, ਇਹਨਾਂ ਦੇ ਜਿਹੜੇ ਮੁੰਡੇ ਨੇ ਨਾ, ਕੁਝ ਚੱਜ ਦੇ ਹੋਣਗੇ ਪਰ 90% 70% ਇਹਨਾਂ ਦੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ। ਤੁਸੀਂ ਕਦੇ ਵੀ ਸਰਚ ਕਰਿਓ, ਕੋਈ ਬੈਂਕ ਲੁੱਟਿਆ ਗਿਆ, ਕੋਈ ATM ਲੁੱਟਿਆ ਗਿਆ, ਉਹ ਕੋਈ IPS ਦੀ ਟ੍ਰੇਨਿੰਗ ਲਿੱਤੀ ਹੋਈ ਹੈ, ਕਿਸੇ ਨੇ ਕੋਈ ਟ੍ਰੇਨਿੰਗ ਲਿੱਤੀ ਹੋਈ ਹੈ, ਕਿਸੇ ਨੇ ਨੇਵੀ ਦੀ ਟ੍ਰੇਨਿੰਗ ਲਿੱਤੀ ਹੋਈ, ਕਿਸੇ ਨੇ ਕੁਝ ਟ੍ਰੇਨਿੰਗ ਲਿੱਤੀਆਂ ਹੋਈਆਂ ਨੇ। ਉਹੀ ਕਾਨੂੰਨ ਤੋੜ ਰਹੇ ਨੇ। ਗਰੀਬ ਬੰਦਾ ਕੀ ਕਾਨੂੰਨ ਤੋੜੇਗਾ? ਉਹ ਤਾਂ ਵਿਚਾਰਾ ਜੇ ਕਿਤੇ ਗੁਰਦੁਆਰੇ ਵਿੱਚ ਵੀ ਜਾ ਰਿਹਾ, ਮੰਦਿਰ ਵਿੱਚ ਵੀ ਜਾ ਰਿਹਾ, ਉੱਥੇ ਪ੍ਰਬੰਧਕ ਕਮੇਟੀ ਨੂੰ ਇੱਕ ਵਾਰ ਲੰਗਰ ਖਿਲਾ ਦੇਗੀ, ਦੂਜੀ ਵਾਰ ਅੱਖਾਂ ਕੱਢ ਦੇ ਵੀ ਤੂੰ ਉਰੇ ਨਾ ਹੀ ਮੁੜ ਕੇ। ਸੋ ਇਸ ਕਰਕੇ ਜ਼ਿਆਦਾ ਕ੍ਰਾਈਮ ਜੋ ਕਰ ਰਹੇ ਨੇ ਉਹ ਖੁਦ ਮੁਲਾਜ਼ਮ ਕ੍ਰਾਈਮ ਕਰਦੇ ਨੇ। ਜਿਹੜੇ ਚੰਗੇ ਮੁਲਾਜ਼ਮ ਹੈ ਉਹਨਾਂ ਨੂੰ ਸਾਈਡ ਕਰ ਦਿੱਤਾ ਜਾਂਦਾ ਹੈ, ਤੇ ਜਿਹੜੇ ਭੂਚੜ ਮੁਲਾਜ਼ਮ ਨੇ, ਜਿਹੜੇ ਕਿਸੇ ਨਾਲ ਰਹਿਮ ਨਹੀਂ ਕਰਦੇ, ਇਹੋ ਜਿਹੇ ਲੋਕਾਂ ਨੂੰ ਤੁਸੀਂ ਸਟਾਰ ਲਗਾ ਦਿੰਦੇ ਹੋ। ਇਹ ਸਰਕਾਰ ਨੂੰ ਇਹੋ ਜਿਹੇ ਬੰਦੇ ਚਾਹੀਦੇ ਆ ਜਿਹੜੇ ਕ੍ਰਾਈਮ ਜ਼ਿਆਦਾ ਕਰਨ। ਜਿੰਨਾ ਕ੍ਰਾਈਮ ਵਧੇਗਾ ਇਸ ਦੇਸ਼ ਦੇ ਅੰਦਰ, ਉਨੀ ਸਰਕਾਰ ਦੀ ਵੈਲਿਊ ਵਧੇਗੀ। ਜਿੰਨਾ ਕ੍ਰਾਈਮ ਘਟੇਗਾ ਉਨੀ ਸਰਕਾਰ ਦੀ ਵੈਲਿਊ ਘਟੇਗੀ। ਸਰਕਾਰ ਨੂੰ ਗਰੀਬ ਤੋਂ ਕੋਈ ਮਤਲਬ ਨਹੀਂ ਹੈ, ਸਰਕਾਰ ਨੂੰ ਕਿਸੇ ਜਾਤੀ ਤੋਂ ਕੋਈ ਮਤਲਬ ਨਹੀਂ ਹੈ। ਇਹ ਜਿਹੜਾ ਸੰਵਿਧਾਨ ਬਣਾਇਆ ਗਿਆ ਹੈ ਇਹ ਸਿਰਫ ਗੁਲਾਮੀ ਦੀ ਇੱਕ ਨਿਸ਼ਾਨੀ ਹੈ। ਮੈਂ ਪੂਰੇ ਵਰਲਡ ਦੇ ਅੰਦਰ ਜਿਹਨੇ ਸੰਵਿਧਾਨ ਦੇ ਉੱਤੇ PhD ਕੀਤੀ ਹੋਈ ਆ, ਕੋਈ ਫਿਲਾਸਫਰ ਹੈ ਸੰਵਿਧਾਨ ਦਾ, ਕਿਸੇ ਨੇ ਕੋਈ ਵਿਸ਼ਲੇਸ਼ਣ ਕੀਤਾ ਹੋਇਆ ਹੈ, ਉਹ ਕਿਸੇ ਨੇ ਕੋਈ ਉਹਦਾ ਰਿਜ਼ਲਟ ਕੱਢੇ ਹੋਏ ਨੇ, ਮੇਰੇ ਕੋਲ ਬੈਠੋ। ਪਰ ਮੈਂ ਗੁਪਤ ਮੀਟਿੰਗਾਂ ਨਹੀਂ ਕਰੂੰਗਾ ਜੀ। ਹਾਂਜੀ ਬੰਦ ਕਮਰੇ ਦੇ ਅੰਦਰ ਮੀਟਿੰਗਾਂ ਕਰ ਲਿਆ ਜੀ, ਹਾਂਜੀ ਜਿੱਤ ਗਏ ਜੀ, ਹਾਰ ਗਏ, ਇਹ ਆਪਾਂ ਐਲਾਨ ਕਰਤਾ ਸੰਗਤ ਦੇ ਅੰਦਰ। ਐਦਾਂ ਨਹੀਂ, ਸੰਗਤ ਦੇ ਵਿੱਚ ਮੈਂ ਬੈਠਾਂਗਾ, ਸਾਰੀ ਸੰਗਤ ਇਕੱਠੀ ਕਰੋ। ਸੰਗਤ ਸਾਰੀ ਪੜ੍ਹੀ ਲਿਖੀ ਹੈ, ਸਭ ਇਹ ਸਰਕਾਰਾਂ ਨੇ ਸਭ ਨੂੰ ਜਾਗਰੂਕ ਕਰ ਦਿੱਤਾ ਆ, ਸਭ ਟ੍ਰੇਨਡ ਕਰ ਦਿੱਤੇ ਸਰਕਾਰਾਂ ਨੇ। ਸੰਗਤ ਦੇ ਵਿੱਚ ਬੈਠੋ। ਜਿੰਨੇ ਵੀ ਬੁੱਧੀਜੀਵ ਹੈ ਜੋ ਸਰਕਾਰਾਂ ਨੂੰ ਚੰਗੇ ਕਹਿੰਦੇ ਨੇ, ਸਰਕਾਰਾਂ ਨੂੰ ਵਧੀਆ ਕਹਿੰਦੇ ਨੇ, ਸੰਵਿਧਾਨ ਨੂੰ ਚੰਗਾ ਕਹਿੰਦੇ ਨੇ, ਮੇਰੇ ਕੋਲ ਬੈਠ ਜਾਣ। ਮੇਰੇ ਕੋਲ ਸੰਵਿਧਾਨ ਰੱਖ ਲਾਂਗੇ ਆਪਾਂ, ਕੱਲੇ ਐਕਟ ਦੇ ਉੱਤੇ, ਕੱਲੇ IPS ਦੇ ਉੱਤੇ ਆਪਾਂ ਡਿਬੇਟ ਕਰਦੇ ਹਾਂ। ਤੇ ਮੈਂ ਇਹ ਸਬੂਤ ਦਵਾਂਗਾ ਕਿ ਜਿੰਨੇ ਵੀ ਕਾਨੂੰਨ ਹੈ ਉਹ ਅੱਜ ਵੀ ਉਹੀ ਕਾਨੂੰਨ ਹੈ ਜਦੋਂ 1860 ਵਿੱਚ ਅੰਗਰੇਜ਼ਾਂ ਨੇ ਉਹਦੇ ਰਾਜ ਕਰਨ ਵੇਲੇ ਲਾਗੂ ਕੀਤੇ ਸੀਗੇ। ਇਹ ਅੱਜ ਵੀ ਉਹੀ ਹੈ। ਕਾਨੂੰਨ ਤੋੜਨ ਵਾਲੀ ਹੀ ਸਰਕਾਰ ਹੈ, ਸਰਕਾਰ ਹੀ ਕਾਨੂੰਨ ਤੋੜਦੀ ਹੈ। ਇਹ ਕਾਨੂੰਨ ਤੋੜੇ ਜਾ ਰਹੇ ਨੇ। ਫਿਰ ਤੁਹਾਨੂੰ ਕੀ ਲੱਗਦਾ ਕਿ ਅਜੇ ਵੀ ਸਾਡੇ ਮੰਤਰੀਆਂ ਵੱਲੋਂ, ਕ੍ਰਿਸ਼ੀ ਮੰਤਰੀ ਹੋ ਗਏ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਕਿਸਾਨਾਂ ਦਾ ਭਲਾ ਚਾਹੁੰਦੇ ਆ, ਜੇ ਤੁਹਾਡੇ ਲਈ ਇਹ ਬਿੱਲ ਬਣਾਇਆ ਅੱਜ ਤੁਹਾਨੂੰ ਨਹੀਂ ਸਮਝ ਆ ਰਿਹਾ, ਤੁਹਾਨੂੰ ਕਿਤੇ ਇਹ ਪਤਾ ਲੱਗੂਗਾ ਕਿ ਤੁਹਾਡੇ ਲਈ ਸਹੀ ਆ? ਤੁਹਾਨੂੰ ਕੀ ਲੱਗਦਾ ਕਿ ਇਦਾਂ ਦਾ ਕਹਿਣਾ, ਹੁਣ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ
ਜੇ ਤੁਸੀਂ ਸਾਡੇ ਪ੍ਰਸਤਾਵ ਨੂੰ ਸਵੀਕਾਰ ਕਰਦੇ ਹੋ, 1.5 ਸਾਲ ਹੋਏ ਸੀ ਹੋਲਡ ਕਰ ਰਹੇ ਆ, ਜੇ ਮੰਨਦੇ ਹੋ ਤਾਂ ਸਾਡੇ ਨਾਲ ਮੀਟਿੰਗ ਕਰ ਸਕਦੇ ਹੋ। ਦੇਖੋ ਆਪਾਂ ਜਿਹੜਾ ਕ੍ਰਿਸ਼ੀ ਮੰਤਰੀ ਦੀ ਆਪਾਂ ਗੱਲ ਕਰੀ ਹੈ, ਇਹ ਐਵੇਂ ਮਤਲਬ ਕਿ ਜਿਹੜਾ ਸਭ ਤੋਂ ਜ਼ਿਆਦਾ ਕ੍ਰਿਮੀਨਲ ਬੰਦਾ ਆ ਉਹਨੂੰ ਪੋਸਟਾਂ ਦੇ ਦਿੰਦੇ ਆ। ਹੁਣ ਆਪਾਂ ਅਮਿਤ ਸ਼ਾਹ ਦੀ ਬਾਇਓਗ੍ਰਾਫੀ ਚੈੱਕ ਕਰੀਏ, ਆਟੋਗ੍ਰਾਫੀ ਚੈੱਕ ਕਰੀਏ, ਉਹ ਕਿੱਡਾ ਕੁ ਬੜਾ ਕੋਈ ਬੜਾ ਬਹੁਤ ਸੰਨਿਆਸੀ ਇਨਸਾਨ ਸੀਗਾ ਕੋਈ ਉਹ। ਹੁਣ ਮੋਦੀ ਦੇ ਤੁਸੀਂ ਆਟੋਗ੍ਰਾਫੀ ਚੈੱਕ ਕਰੋ, ਨਰਿੰਦਰ ਮੋਦੀ ਦੀ, ਉਹ ਆਪਣੇ ਘਰ ਤੋਂ ਕਿਵੇਂ ਸੋਨਾ ਚੱਕੇ ਕਰਦਾ ਸੀਗਾ, ਕਿਵੇਂ ਆਪਣੇ ਬਾਪ ਨੂੰ ਫਸਾਇਆ ਉਹਨੇ ਕਿੰਨੀ ਵਾਰ, ਉਹ ਸਾਰੀ ਆਟੋਗ੍ਰਾਫੀ ਉਹਦੀ ਅੱਜ ਵੀ ਹੈ। ਤੇ ਉਸ ਤੋਂ ਬਾਅਦ ਜਿੰਨੇ ਵੀ ਆ ਯੋਗੀ ਹੈ, ਯੋਗੀ ਦੇ ਮੈਂ ਸ਼ਹਿਰ ਗਿਆ ਸੀਗਾ ਸੰਭਲ ਨਗਰੀ ਦੇ ਅੰਦਰ, ਉੱਥੇ ਜਦੋਂ ਮੈਂ ਸਪੀਚ ਕਰੀ ਸੀ ਉੱਥੇ ਗੋਲੀਆਂ ਚਲਾ ਕੇ ਸਾਨੂੰ ਡਰਾਉਣ ਲੱਗ ਗਿਆ ਯੋਗੀ। ਉਹ ਹੁਣ ਵੀ ਵੀਡੀਓ ਵਿੱਚ ਮੇਰੇ ਦਿਖਾਵਾਂਗਾ ਤੁਹਾਨੂੰ। ਉੱਥੇ ਜਦੋਂ CAA NRC ਐਕਟ ਹੋਇਆ ਸੀ ਉੱਥੇ ਮੈਂ ਗਿਆ ਸਪੀਚ ਕਰੀ ਸੀਗੀ, ਤੇ ਉੱਥੇ ਮੈਨੂੰ ਡਰਾਇਆ। ਆਪਾਂ ਕਿਉਂ ਡਰਨਾ ਕਿਸੇ ਤੋਂ, ਸਾਨੂੰ ਕਿਹਾ ਗੋਲੀਆਂ ਅਸੀਂ ਦੇਖੇ ਨਹੀਂ ਹੈਗੀਆਂ। ਹੁਣ ਉੱਥੇ ਕਿਆ ਸਿਸਟਮ ਹੈ, ਇਹ ਜਿਹੜੀ ਕ੍ਰਿਸ਼ੀ ਮੰਤਰੀ ਦੀ ਆਪਾਂ ਗੱਲ ਕਰਦੇ, ਲੋ ਕ੍ਰਿਸ਼ੀ ਮੰਤਰੀ ਨੂੰ ਮੈਂ ਕ੍ਰਿਸ਼ੀ ਮੰਨ ਲੂੰਗਾ, ਉਹਨੂੰ ਕਹਿ ਦੋ ਇੱਕ ਵਾਰੀ ਹੱਲ ਚਲਾ ਕੇ ਦਿਖਾ ਦੇਵੇ, ਜਾਂ ਝੋਨਾ ਲਾ ਕੇ ਦਿਖਾ ਦੇਵੇ, ਨੱਕਾ ਮੋੜ ਕੇ ਦਿਖਾ ਦੇਵੇ, ਸੁਹਾਗਾ ਫੇਰ ਕੇ ਦਿਖਾ ਦੇਵੇ, ਕਰ ਹੀ ਨਹੀਂ ਸਕਦਾ ਉਹ। ਉਹਨੂੰ ਪੁੱਛ ਲਓ ਕਿ ਹਾਂ ਜੀ ਜਿਹੜੇ ਪੁਰਾਣੇ ਟਾਈਮ ਦੇ ਅੰਦਰ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀਗੇ ਉਹ ਚਾਂਦੀ ਦੀ ਲੱਕੜ ਦਾ ਹਲ ਚਲਾਉਂਦੇ ਸੀਗੇ। ਕਈ ਜਿਹੜੇ ਬੜੇ ਰਾਜੇ ਹੁੰਦੇ ਸੀਗੇ ਉਹ ਹਲ ਦੇ ਉੱਪਰ ਸੋਨਾ ਲਾਉਂਦੇ ਹੁੰਦੇ ਸੀਗੇ। ਉਹ ਇਸ ਕਰਕੇ ਕਿ ਧਰਤੀ ਨੂੰ એનર્ਜੀ ਦੇਣੀ ਆ। ਇਹ ਜਿਹੜੇ ਕ੍ਰਿਸ਼ੀ ਮੰਤਰੀ ਹੈ ਇਹਨਾਂ ਨੇ ਹਾਈਬ੍ਰਿਡ ਲਾਂਚ ਕਰ ਦਿੱਤਾ, ਪੈਸਟੀਸਾਈਡ ਲਾਂਚ ਕਰ ਦਿੱਤਾ, ਜੋ ਸਾਡੀ ਸਿਹਤ ਵਾਸਤੇ ਖਰਾਬ ਹੈ। ਹੁਣ ਸ਼ਕਤੀ ਵੀ ਘਟ ਗਈ, ਖਤਮ ਹੋ ਰਹੀ ਹੈ। ਹੁਣ ਜਿਹੜੇ ਹੱਲ ਆਪਾਂ ਚਲਾਉਂਦੇ ਨੇ ਨਾ, ਉਹ ਹੱਲ ਲੋਹੇ ਦੇ ਜਦੋਂ ਧਰਤੀ ਨਾਲ ਅਟੈਚ ਹੁੰਦੇ ਨਾ, ਕਿਉਂਕਿ ਧਰਤੀ ਅੰਦਰ ਆਇਰਨ ਹੈ, ਉਹ ਆਇਰਨ ਜਦੋਂ ਆਇਰਨ ਨਾਲ ਟਕਰਾਉਂਦਾ ਹੈ ਤੇ ਧਰਤੀ ਦੀ ਜਿਹੜੀ ਉਪਜ ਸ਼ਕਤੀ ਹੈ ਉਹ ਡੈਮੇਜ ਹੋ ਰਹੀ ਹੈ, ਉਹ ਵੀਕ ਹੋ ਰਹੀ ਹੈ। ਇਸ ਕਰਕੇ ਸਾਨੂੰ ਪੈਸਟੀਸਾਈਡ ਹਾਈਬ੍ਰਿਡ ਪਾਉਣਾ ਪੈਂਦਾ ਆ। ਅਗਰ ਆਪਾਂ ਨੈਚੁਰਲ ਖੇਤੀ ਕਰਾਂਗੇ, ਸਾਨੂੰ ਕ੍ਰਿਸ਼ੀ ਮੰਤਰੀ, ਆਪਾਂ ਸਾਰੇ ਕ੍ਰਿਸ਼ੀ ਮੰਤਰੀ ਹੈ, ਕਿਸਾਨ ਤੋਂ ਵੱਡਾ ਕਿਹੜਾ ਕ੍ਰਿਸ਼ੀ ਮੰਤਰੀ ਹੋ ਗਿਆ। ਇਹ ਤਾਂ ਸਿਰਫ ਇਹ ਤਾਂ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਸਤੇ ਇਹ ਹੈ, ਬਸ ਇਹੋ ਜਿਹੇ ਬੰਦੇ ਬਿਠਾਏ ਹੋਏ ਆ। ਬਾਕੀ ਕੋਈ ਨਹੀਂ, ਇਹਨਾਂ ਦਾ ਸਮਾਂ ਨੇੜੇ ਹੀ ਆ ਗਿਆ। ਕੋਈ ਕ੍ਰਿਸ਼ੀ ਮੰਤਰੀ ਹੈ ਉਹ ਆਪ ਕੱਲਾ ਨਾ ਆਵੇ, ਮੈਨੂੰ ਜਿੱਥੇ ਕਹੋਗੇ ਮੈਂ ਉੱਥੇ ਪਹੁੰਚ ਜਾਗਾ। ਉਹ ਆਪਣੇ ਵਰਗੇ ਕ੍ਰਿਸ਼ੀ ਮੰਤਰੀ ਦੇ ਉੱਪਰ ਜਿਹਨੇ PhD ਕਰੀ ਹੋਈ ਹੈ ਉਹਨਾਂ ਕੋਲ ਡਿਬੇਟ ਕਰਾ ਦਿਓ, ਮੇਰੀ ਲਾਈਵ ਡਿਬੇਟ ਚੱਲਣ, ਸਾਰੀ ਸੰਗਤ ਸੁਣੇ, ਫਿਰ ਤੁਹਾਡੇ ਸਾਹਮਣੇ ਰਿਜ਼ਲਟ ਆਪੇ ਆ ਜਾਏਗਾ। ਮੈਂ ਇੱਥੇ ਆਇਆ ਪੂਰੀ ਤਿਆਰੀ ਨਾਲ, ਪੂਰੀ ਸਿਸਟਮ ਸੰਵਿਧਾਨ ਨੂੰ ਪੜ੍ਹ ਕੇ, ਗ੍ਰੰਥਾਂ ਨੂੰ, ਵੇਦਾਂ ਨੂੰ, ਸ਼ਾਸਤਰਾਂ ਨੂੰ ਪੜ੍ਹ ਕੇ ਫਿਰ ਮੈਂ ਇੱਥੇ ਮੈਦਾਨ 'ਚ ਆਇਆ। ਕਿਉਂਕਿ ਇੱਥੇ ਹੁਣ ਇਹ ਜਿਹੜਾ ਯੁੱਗ ਚੱਲ ਰਿਹਾ ਨਾ, ਇਹ ਡਿਬੇਟ ਦਾ ਯੁੱਗ ਚੱਲ ਰਿਹਾ ਆ। ਜੇ ਤੁਸੀਂ ਤਲਵਾਰ ਲੈ ਕੇ ਚੱਲੋਗੇ ਤੁਹਾਨੂੰ ਆਤੰਕਵਾਦੀ ਬਣਾ ਦੇਣਾ ਇਹਨਾਂ ਨੇ, ਠੀਕ ਹੈ। ਜੇ ਤੁਸੀਂ ਹੱਕ ਦੀ ਗੱਲ ਕਰੋਗੇ ਤੁਹਾਨੂੰ ਇਹਨਾਂ ਨੇ ਦੇਸ਼ ਦਰੋਹੀ ਬਣਾ ਦੇਣਾ। ਉਹ ਡਿਬੇਟ ਹੱਲਾ ਬੋਲ, ਅੰਜਨਾ ਓਮ ਕਸ਼ਯਪ ਨੇ ਹੱਲਾ ਬੋਲ 'ਚ ਮੈਨੂੰ ਬੁਲਾਇਆ ਸੀਗਾ, ਮੇਰੀ ਗੱਲਾਂ ਜਵਾਬ ਹੀ ਨਹੀਂ ਆਇਆ, ਨਾ ਮੇਰੇ ਵੱਲ ਮੂੰਹ ਕਰਿਆ ਉਹਨੇ। ਮੈਂ ਕਿਹਾ ਤੁਸੀਂ ਯਾਰ ਮੈਨੂੰ ਲਾਈ ਡਿਟੈਕਟਰ ਦੇ ਉੱਪਰ ਲੈ ਕੇ ਚੱਲੋ, ਪੂਰੇ ਵਰਲਡ ਵਿੱਚ ਮੈਂ ਹੀ ਇਕਲੌਤਾ ਬੰਦਾ ਲਾਈਟ ਡਿਟੈਕਟਰ ਦੀ ਮੰਗ ਕਰਦਾ ਵਾਂ। ਤੁਸੀਂ ਲਾਈਟ ਡਿਟੈਕਟਰ 'ਚ ਮੈਨੂੰ ਸਾਹਮਣੇ ਖੜਾ ਕਰੋ, ਕ੍ਰਿਸ਼ੀ ਮੰਤਰੀ ਨੂੰ ਖੜਾ ਕਰੋ, ਕਿਆ ਉਹ ਵਾਕਈ ਕਿਸਾਨਾਂ ਦਾ ਭਲਾ ਚਾਹੁੰਦੇ ਹੋ? ਇਹ ਸਵਾਲ ਮੈਨੂੰ ਪੁੱਛ ਲਓ। ਜੋ ਕ੍ਰਿਸ਼ੀ ਮੰਤਰੀ ਆਪਣੇ ਬਣੇ ਹੋਏ ਨੇ ਇਹ ਕਿਸਾਨਾਂ ਤੋਂ ਵੱਡਾ ਨਹੀਂ ਹੋ ਸਕਦਾ। ਕਿਸਾਨਾਂ ਦੀ ਅੰਨ ਖਾਂਦੇ ਆਪਾਂ, ਔਰ ਜਿਹਦਾ ਖਾਈਏ ਉਹਦੀ ਥੋੜੀ ਬਹੁਤ ਗੁਣ ਗਾਣੇ ਚਾਹੀਦੇ ਆ। ਨਾਲੇ ਤਾਂ ਸੱਚ ਹੈ, ਸਦੀਆਂ ਤੋਂ ਕਿਸਾਨ ਸਾਨੂੰ ਪਾਲਦਾ ਆ ਰਿਹਾ ਹੈ। ਸੋ ਇਸ ਕਰਕੇ ਕ੍ਰਿਸ਼ੀ ਮੰਤਰੀ ਦੀ ਅਜੇ ਉਸ ਲੈਵਲ ਦੀ ਅਜੇ ਕੋਈ ਸੋਚ ਨਹੀਂ ਹੈਗੀ ਕਿ ਉਹ ਸਾਡਾ ਭਲਾ ਕਰ ਸਕੇ। ਉਹ ਇਹੋ ਜਿਹੀ ਏਜੰਡਾ ਪਾਸ ਕਰਨਗੇ ਜਿਹਦੇ ਨਾਲ ਜਿਹੜਾ ਕਿਸਾਨ ਹੈ ਮਰ ਰਿਹਾ ਹੈ, ਜਿਹਨੇ 10 ਸਾਲਾਂ ਬਾਅਦ ਮਰਨਾ ਹੈ, ਉਹ 10 ਮਹੀਨੇ 'ਚ ਮਰ ਜਾਵੇ। ਤੁਹਾਨੂੰ ਕੀ ਲੱਗਦਾ ਫਿਰ ਕੀ ਕਾਰਨ ਹੈ ਜਿਹੜੇ ਇਦਾਂ ਦੇ ਬਿੱਲ ਲਿਆਂਦੇ? ਉਹ ਵੀ ਕਰੋਨਾ ਦੀ ਆੜ 'ਚ ਬਿੱਲ ਪਾਸ ਕਰ ਦਿੱਤੇ, ਪਹਿਲਾਂ GST ਕਰਤੀ ਸੀ, ਉਸ ਤੋਂ ਪਹਿਲਾਂ ਨੋਟਬੰਦੀ, ਮਤਲਬ ਕਿ ਬਸ ਇਹ ਹੈ ਕਿ ਸਾਲ ਵੀ ਨਹੀਂ ਪੈਣ ਦਿੰਦੇ ਤੇ ਨਵੇਂ ਪੈਤੜੇ ਜਿਹੜੇ ਅਪਣਾਉਣੇ ਸ਼ੁਰੂ ਕਰ ਦਿੰਦੇ ਨੇ। ਦੇਖੋ ਆਪਾਂ 3 ਬਿੱਲਾਂ ਨੂੰ ਆਪਾਂ ਇਹ ਗੱਲ ਕਹਿ ਰਹੇ ਨਾ ਕਿ 3 ਬਿੱਲ ਕਾਲੇ ਕਾਨੂੰਨ ਰੱਦ ਕਰੋ, ਹਨਾ, ਕਾਲੇ ਕਾਨੂੰਨ ਸਾਰੇ ਰੱਦ ਕਰੋ, ਕੱਲੇ 3 ਬਿੱਲਾਂ ਦਾ ਮਸਲਾ ਨਹੀਂ ਹੈ। ਅਜੇ ਇੱਕ ਬਿੱਲ ਹੋਰ, ਅਜੇ ਹਜ਼ਾਰਾਂ ਬਿੱਲ ਨੇ, 34,556 ਕਾਨੂੰਨ ਨੇ, ਐਡਾ ਬੜਾ ਗ੍ਰੰਥ ਹੈ ਜੀ। ਉਹ ਸਾਰੇ ਸਟੇਟਾਂ ਦੇ ਵਿੱਚ ਉਹਨਾਂ ਨੇ ਸੰਵਿਧਾਨ ਇਕੱਠਾ ਕਰਕੇ ਨਾ, ਸਾਰੇ ਸਟੇਟਾਂ ਦਾ ਉਹ ਸੰਵਿਧਾਨ ਇਹਨਾਂ ਨੇ ਉਹ ਇਕੱਠਾ ਕਰਿਆ ਜਿਹੜਾ ਮਤਲਬ ਕਿ ਗੁਲਾਮੀ ਦਾ ਹੈ। ਤਰੱਕੀ ਵਾਲਾ ਸੰਵਿਧਾਨ ਕੋਈ ਨਹੀਂ ਹੈ। ਹੁਣ ਦੇਖੋ ਜਦ ਤੋਂ ਦੇਸ਼ ਆਜ਼ਾਦ ਹੋਇਆ ਇਹ ਨਦੀਆਂ 3 ਲੱਖ ਤੋਂ ਜ਼ਿਆਦਾ ਤਲਾਬ ਸੀਗੇ ਉਹ ਗੰਦੇ ਹੋ ਚੁੱਕੇ ਨੇ, 999 ਨਦੀਆਂ ਗੰਦੀਆਂ ਹੋ ਚੁੱਕੀਆਂ ਨੇ। ਅੱਜ ਗੰਗਾ ਨੂੰ ਆਪਾਂ ਮਾਤਾ ਕਹਿੰਦੇ, ਸਾਡੇ ਦੇਸ਼ ਦੀ ਮਾਤਾ ਗੰਗਾ ਆ। ਗੰਗਾ ਉਹਨੂੰ ਹੱਥ ਲਾਉਣ ਨੂੰ ਦਿਲ ਨਹੀਂ ਕਰਦਾ, ਉਹਦੇ 'ਚ ਇੰਨਾ ਮਲ ਮੂਤਰ ਉਹਦੇ 'ਚ ਪਾਇਆ ਜਾਂਦਾ ਆ ਹੈ। ਸਮੁੰਦਰ ਤੱਕ ਗੰਦਾ ਹੁੰਦਾ ਜਾ ਰਿਹਾ ਹੈ, ਉਹਦੇ ਅੰਦਰ ਜਿਹੜੀਆਂ ਮੱਛੀਆਂ ਉਹ ਮਰ ਰਹੀਆਂ ਨੇ। ਹੁਣ ਚਲੋ ਆਪਾਂ ਕਾਨੂੰਨ ਦੀ ਗੱਲ ਕਰਦੇ, ਕਾਨੂੰਨ ਤਾਂ ਰੱਦ ਹੋ ਹੀ ਜਾਣਗੇ। ਆ ਜਿਹੜੀ ਗਲੋਬਲ ਵਾਰਮਿੰਗ ਹੈ, ਆ ਭੁਚਾਲ ਆ ਰਹੇ ਨੇ, ਜਵਾਲਾਮੁਖੀ ਇਟਲੀ 'ਚ ਫਟ ਚੁੱਕਿਆ ਆ, ਹੋਰ ਸੁਨਾਮੀ ਦੇ ਹੁਣ ਆਸ਼ੰਕਾ ਨੇ। ਆ ਨਾਸਾ ਦੇ ਵਿਗਿਆਨਿਕ ਤੁਹਾਨੂੰ ਅਲਰਟ ਕਰ ਰਹੇ ਆ। ਹੁਣ ਮੰਗਲ ਗ੍ਰਹਿ ਨੂੰ ਭੱਜਣ ਨੂੰ ਫਿਰਦੇ ਨੇ, ਪਹਿਲਾਂ ਧਰਤੀ ਤਾਂ ਸੰਭਾਲ ਲਓ। ਮੰਗਲ ਗ੍ਰਹਿ ਦੀ ਤਿਆਰੀਆਂ ਕਰੀ ਫਿਰਦੇ ਨੇ। ਉਹ ਮੰਗਲ ਗ੍ਰਹਿ ਦੀ ਵੀ ਬਹੁਤ ਆਬਾਦੀ ਹੈ, ਪੜ੍ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਲਿਖਿਆ ਹੋਇਆ ਹੈ, ਜੋ ਬ੍ਰਹਮੰਡੇ ਸੋਈ ਪਿੰਡੇ। ਸੋ ਇਸ ਕਰਕੇ ਇਹ ਕਾਨੂੰਨ ਕੱਲੇ 3 ਦਾ ਮਸਲਾ ਨਹੀਂ ਹੈ, ਇਸ ਤੋਂ ਅੱਗੇ ਹਜ਼ਾਰਾਂ ਕਾਨੂੰਨ ਹੋਰ ਪਏ ਨੇ ਕ੍ਰਿਸ਼ੀ ਦੇ ਰਿਗਾਰਡਿੰਗ।
ਹੁਣ ਇੱਕ ਕਾਨੂੰਨ ਐਸਾ ਵੀ ਆਏਗਾ ਜਿਹੜੀ ਜ਼ਮੀਨ LRR ਉਹਦਾ ਨਾਂ ਹੈ, ਉਹ ਕਾਨੂੰਨ ਹੁਣ 2013 ਚ ਉਹਨੂੰ ਹੋਰ ਰੀਨਿਊ ਕੀਤਾ ਗਿਆ। ਉਹਦੇ ਵਿੱਚ ਕੀ ਚੱਕਰ ਹੈ, ਉਹ ਲੈਂਡ ਆਫ ਰੀਸੈਟਲਮੈਂਟ ਉਹ ਜਿਹੜਾ ਉਹ ਇੱਕ ਕਾਨੂੰਨ ਹੈ, ਉਹਦੇ ਵਿੱਚ ਕੀ ਹੈ, ਉਹਦੇ ਵਿੱਚ ਹੁਣ ਸਾਰੇ ਪੰਜਾਬ ਨੂੰ ਆਪਾਂ ਉਰੇ ਸੱਦ ਲਿਆ, ਸਾਰੇ ਕਿਸਾਨ ਵਿਚਾਰੇ ਉਰੇ ਆ ਗਏ। ਹੁਣ ਉਹ ਕਿਸਾਨ ਤਾਂ ਵਿਚਾਰੇ ਜਿਹੜੇ ਮਿਹਨਤੀ ਲੋਕ ਸੀਗੇ ਉਰੇ ਬਾੜ ਦਿੱਤੇ ਆ। ਹੁਣ ਜੇ ਪਿੱਛੇ ਤੇ ਪੁਲਿਸ ਨੇ ਉੱਥੇ ਜਾ ਕੇ ਆਰਮੀ ਰੈਪਿਡ ਫੋਰਸ ਲਾਤੀ, ਆਰਮੀ ਫੋਰਸ ਲਾ ਕੇ ਜਾਂ RSS ਦੇ ਬੰਦੇ ਨੂੰ ਵਰਦੀ ਪਵਾ ਕੇ ਉੱਥੇ ਜਵਾਨ ਜਿਹੜੀ ਜ਼ਮੀਨਾਂ ਐਕਵਾਇਰ ਕਰ ਲਿੱਤੀਆਂ, ਕਬਜ਼ੇ 'ਚ ਕਰ ਲੀਆਂ, ਫਿਰ ਅਸੀਂ ਉੱਥੇ ਕੀ ਕਰਾਂਗੇ? ਕਦੇ ਆਪਾਂ ਇਹ ਸੋਚਿਆ? ਕਿਉਂਕਿ ਇਹ ਆਉਣ ਵਾਲੇ ਟਾਈਮ 'ਚ ਇਹਨਾਂ ਨੇ ਇਹੀ ਕਰਨਾ ਆ। ਔਰ ਜੋ ਮੈਂ ਸ਼ੰਭੂ ਮੋਰਚੇ ਜੋ ਗੱਲਾਂ ਬੋਲੀਆਂ ਸੀ, ਮੈਂ ਤੁਸੀਂ ਮੇਰੀ ਸਪੀਚ ਸੁਣ ਲਿਓ, ਉਹਦੇ 'ਚ ਮੈਂ ਬੋਲਿਆ ਸੀ ਇਹਨਾਂ ਨੇ ਘਰਾਂ 'ਚੋਂ ਕੱਢ ਕੁੱਟਣਾ ਹੈ ਸਾਨੂੰ, ਠੀਕ ਹੈ। ਉਸ ਤੋਂ ਬਾਅਦ ਆਉਣ ਵਾਲਾ ਸਮਾਂ ਬੜਾ ਮਾੜਾ ਆ। ਹੁਣ ਜਨਵਰੀ ਦੇ ਅੰਦਰ ਇਹਨਾਂ ਨੇ ਝੰਡਾ ਚੜਾਇਆ, ਜੋ ਮੈਂ ਨਵੰਬਰ ਵਿੱਚ ਬੋਲਤਿਆ ਸੀਗਾ, ਕਿਉਂਕਿ ਮੈਨੂੰ ਸਾਰਾ ਪਤਾ ਸੀਗਾ, ਕਿਉਂਕਿ ਜੋ ਖਾਲਿਸਤਾਨ ਦੇ ਜਿਹੜੇ ਨਾਰੇ ਲਾ ਰਹੇ ਸੀ ਨਾ, ਇਹ ਇੱਕ RSS ਦੀ ਬ੍ਰਾਂਚ ਹੈ ਖਾਲਿਸਤਾਨ, ਇਹ ਵੀ ਸਰਕਾਰ ਦੀ ਬ੍ਰਾਂਚ ਹੈ ਖਾਲਿਸਤਾਨ। ਇਹ ਸਾਨੂੰ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ ਆ। ਇਸ ਕਰਕੇ ਇਹਨਾਂ ਚੀਜ਼ਾਂ ਦੀ ਜਾਣਕਾਰੀ ਲੈਣੀ ਆਪਣੀ ਬਹੁਤ ਜ਼ਰੂਰੀ ਆ। ਅੱਜ ਨੌਜਵਾਨ ਕਹਿੰਦਾ ਆ ਅਸੀਂ ਗਹਿਰਾਈ ਵਿੱਚ ਨਹੀਂ ਜਾਣਾ, ਮੈਂ ਗਹਿਰਾਈ ਵਿੱਚ ਗਿਆ ਤੇ ਅੱਜ ਤੁਹਾਡੇ ਸਾਹਮਣੇ ਇਹੋ ਜਿਹਾ ਬਣ ਕੇ ਬਾਹਰ ਆਇਆ। ਅਗਰ ਕੋਈ ਬੰਦਾ ਗਹਿਰਾਈ ਵਿੱਚ ਜਾਏਗਾ ਤਾਂ ਮੇਰੇ ਤੋਂ ਵੀ ਅੱਗੇ ਜਾਏਗਾ, ਉਹ ਮੇਰੇ ਤੋਂ 2 ਕਦਮ ਅੱਗੇ ਜਾਏਗਾ। ਤੇ ਇਹੀ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਆ ਕਿ ਜਿਹੜੇ ਆ ਕਾਨੂੰਨ ਨੇ, ਇਹ ਕਾਨੂੰਨ ਕੱਲੇ ਇਹ 3 ਕਾਨੂੰਨਾਂ ਦਾ ਮਸਲਾ ਨਹੀਂ ਹੈ, ਸਾਰਾ ਸੰਵਿਧਾਨ ਹੀ ਗਲਤ ਹੈ। ਮੇਰੇ ਨਾਲ ਡਿਬੇਟ ਕਰਵਾ ਲਓ, ਅਗਰ ਮੈਂ ਗਲਤ ਹਾਂ ਮੈਂ ਮਾਫੀ ਮੰਗ ਲਾਂਗਾ ਸੰਗਤ ਤੋਂ, ਅਗਰ ਮੈਂ ਸਹੀ ਹੈ ਤਾਂ ਇਸ ਸੰਵਿਧਾਨ ਨੂੰ ਰੱਦ ਹੋਣਾ ਚਾਹੀਦਾ ਹੈ। ਕਿਉਂਕਿ ਭੀਮ ਰਾਓ ਅੰਬੇਡਕਰ ਜੀ ਨੇ 1952 ਦੇ ਅੰਦਰ ਇਹ ਬਿਆਨ ਦਿੱਤਾ ਸੀਗਾ ਕਿ ਇਸ ਸੰਵਿਧਾਨ ਨੂੰ ਜ਼ੋਰ ਜ਼ਬਰਦਸਤੀ ਨਾਲ ਬਣਾਇਆ ਗਿਆ ਆ। ਮੈਂ ਇਸ ਸੰਵਿਧਾਨ ਨੂੰ ਜਲਾ ਕੇ ਰੱਖਣਾ ਚਾਹੁੰਦਾ ਵਾਂ, ਇਸ ਸੰਵਿਧਾਨ ਨੂੰ ਜਲਾਉਣਾ ਚਾਹੁੰਦਾ ਆ। ਕਿਉਂਕਿ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਨਵੰਬਰ ਦਸੰਬਰ ਦੇ ਵਿੱਚ 1890 ਤੋਂ ਬਾਅਦ ਦਾ ਆ, ਤੇ ਜਿਹੜੇ ਇਹ ਕਾਨੂੰਨ ਬਣੇ ਨੇ 1860 ਤੋਂ ਬਾਅਦ ਦੇ ਬਣੇ ਨੇ। 1860 ਵਿੱਚ 376 ਬਣਿਆ ਹੈ, 376 366 ਹੋ ਗਿਆ, 302 ਹੋ ਗਿਆ, 307। ਇਹ ਕ੍ਰਾਈਮ ਸਾਰੇ ਜਿਹੜੇ ਮੇਨ ਜਿਹੜੀਆਂ ਧਾਰਾਵਾਂ ਨੇ ਨਾ, ਇਹ 1860 ਚ ਬਣ ਗਈਆਂ ਸੀਗੀਆਂ। ਸੋ ਇਸ ਕਰਕੇ ਇਹ ਕਿਉਂ ਬਣੀਆਂ ਸੀਗੀਆਂ, ਇਹਨਾਂ ਨੂੰ ਤੁਸੀਂ ਆਪਾਂ ਸਟੱਡੀ ਕਰਾਂਗੇ ਨਾ, ਇਹਦੇ ਸਾਰੀ ਗੁਲਾਮੀ ਦੀ ਝਲਕ ਆਉਂਦੀ ਆ। ਠੀਕ ਹੈ ਜੀ, ਤੁਸੀਂ ਕਹਿੰਦੇ ਸਾਰਾ ਸੰਵਿਧਾਨ ਹੀ ਗਲਤ ਹੈਗਾ, ਤੇ ਸਵਾਮੀਨਾਥਨ ਦੀ ਰਿਪੋਰਟ ਕਹਿ ਰਿਹਾ ਜ਼ਾਹਰ ਕਰਨ ਲਈ ਕਿਸਾਨਾਂ ਦੀ ਵੀ ਮੰਗ ਆ। ਸਰਕਾਰ ਨੂੰ ਇਹ ਕੀ ਗੱਲ ਕਹੀ ਜਾਂਦੀ ਹੈ ਕਿ ਜਦੋਂ ਜਦੋਂ ਪ੍ਰਧਾਨ ਮੰਤਰੀ ਚੁਣਿਆ ਜਾਣਾ ਸੀਗਾ ਤਾਂ ਉਹਨਾਂ ਨੇ ਵੀ ਪਹਿਲਾਂ ਕਿਹਾ ਸੀ ਕਿ ਜੇ ਮੈਂ ਪ੍ਰਧਾਨ ਮੰਤਰੀ ਬਣ ਜਾਣਾ ਵਾ ਤਾਂ ਮੈਂ ਸਵਾਮੀਨਾਥਨ ਦੀ ਰਿਪੋਰਟ ਆ ਜਿਹੜੀ ਉਹ ਵੀ ਰੱਖਾਂਗਾ, ਉਹਨਾਂ ਦੀ ਹੀ ਫਿਲਾਸਫੀ ਤੇ ਮੈਂ ਚੱਲਾਂਗਾ। ਤੁਹਾਨੂੰ ਕੀ ਲੱਗਦਾ ਫਿਰ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਹੈ ਸੰਵਿਧਾਨ ਦੇ ਵਿੱਚ ਉਹ ਵੀ ਗਲਤ ਹੈ? ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਵਾਂ, ਕਦੇ ਵੀ ਕੋਈ ਬੰਦਾ ਕੋਈ ਬ੍ਰਾਂਚ ਓਪਨ ਕਰੇਗਾ ਨਾ, ਕੋਈ ਵੀ ਇਨਸਾਨ, ਉਹ ਸਭ ਤੋਂ ਪਹਿਲਾਂ ਨਾ ਉਹ ਬੰਦਿਆਂ ਨੂੰ ਲਏਗਾ ਜਿਹਦੀ ਫੇਸ ਵੈਲਿਊ ਅੱਛੀ ਆ। ਹੁਣ ਮੈਂ ਕੋਈ ਪ੍ਰੋਜੈਕਟ ਸ਼ੁਰੂ ਕਰਾਂਗਾ, ਮੈਂ ਅਗਰ ਕਿਸੇ ਏਰੀਆ 'ਚ ਕੋਈ ਪ੍ਰੋਜੈਕਟ ਸ਼ੁਰੂ ਕਰਾਂਗਾ ਨਾ, ਤਾਂ ਮੈਂ ਉਸ ਦੇ ਸਰਪੰਚ ਨੂੰ, ਪੰਚ ਨੂੰ, ਪ੍ਰਧਾਨ ਨੂੰ ਮਿਲਾਂਗਾ। ਉਹਨਾਂ ਦੀ ਫੇਸ ਵੈਲਿਊ ਅੱਛੀ ਹੈ, ਉਹਨਾਂ ਨੇ ਮਾਰਕੀਟ ਬਣਾਈ ਹੋਈ ਆਪਣੀ ਉਸ ਏਰੀਆ ਦੇ ਅੰਦਰ, ਫਿਰ ਉਹਨਾਂ ਦੀ ਫੇਸ ਵੈਲਿਊ ਇਸਤੇਮਾਲ ਕਰਕੇ 2-3 ਸਾਲਾਂ ਬਾਅਦ ਮੈਂ ਆਪਣੀਆਂ ਮਰਜ਼ੀਆਂ ਕਰਨੀ ਸ਼ੁਰੂ ਕਰ ਦਾਂਗਾ। ਫਿਰ ਇਹਦੇ ਵਿੱਚੋਂ ਦੱਸੋ, ਅਸੀਂ ਤਾਂ ਉਸ ਬੰਦੇ ਦੀ ਫੇਸ ਵੈਲਿਊ ਇਸਤੇਮਾਲ ਕਰਕੇ ਮਰਜ਼ੀਆਂ ਆਪਾਂ ਨੇ ਉਹੀ ਕਰੀਆਂ, ਦਿੱਤਾ ਆਪਾਂ ਨੇ ਮਿੱਠਾ ਜ਼ਹਿਰ ਹੀ ਹੈ। ਫਿਰ ਇਹਦੇ 'ਚ ਹੁਣ ਸਵਾਮੀਨਾਥਨ ਕੀ ਕਰੂੰਗਾ? ਹੁਣ ਗੱਲ ਸੁਣੋ, ਐਦਾਂ ਇਹੀ ਕੰਮ ਉਹਨਾਂ ਨੇ ਭੀਮ ਰਾਓ ਅੰਬੇਡਕਰ ਜੀ ਨਾਲ ਕੀਤਾ। ਭੀਮ ਰਾਓ ਅੰਬੇਡਕਰ ਜੀ ਨੇ ਸਿਰਫ SC ਐਂਡ ST ਐਕਟ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਆ। ਜਿਹੜੇ ਦਲਿਤ ਸਮਾਜ ਹੈ, ਹਰੀਜਨ ਸਮਾਜ ਹੈ, ਇਹਦੇ ਉੱਤੇ ਜ਼ਿਆਦਾ ਉਹਨਾਂ ਨੇ ਮਤਲਬ ਕਿ ਜ਼ੋਰ ਪਾਇਆ ਆ। ਠੀਕ ਹੈ ਜੀ, ਹੁਣ ਉਹਨਾਂ ਦੀ ਫੇਸ ਵੈਲਿਊ ਇਸਤੇਮਾਲ ਕਰੀ ਆ, ਪਰ ਜਿਹੜਾ ਸੰਵਿਧਾਨ ਹੈ ਉਹ ਟੋਟਲੀ ਬ੍ਰਿਟਿਸ਼ ਲਾਅ ਹੈ। ਟੋਟਲੀ ਲੰਡਨ ਦੀ ਜਿਹੜੀ ਕੋਰਟ ਹੈ, ਲੰਡਨ ਦਾ ਜਿਹੜਾ ਸੁਪਰੀਮ ਕੋਰਟ ਹੈ, ਉੱਥੋਂ ਇਹ ਲਾਅ ਬਣੇ ਹੋਏ ਨੇ ਸਾਰੇ ਉੱਥੇ ਦੇ। ਹੁਣ ਤੁਸੀਂ ਨੋਟ ਕਰਿਓ, ਜਦ ਇਹ ਮੋਦੀ ਨੂੰ ਮਿਲਣ ਵਾਸਤੇ ਜਦੋਂ ਬੁਲਾਇਆ ਗਿਆ ਸੀਗਾ ਕੋਈ 26 ਜਨਵਰੀ ਨੂੰ, ਉਦੋਂ ਬ੍ਰਿਟੇਨ ਦਾ ਕੋਈ ਇੱਕ ਵਕੀਲ ਆਏ ਸੀਗੇ, ਉਹ ਫਿਲੋਸਫਰ ਸੀਗੇ, ਉਹ ਅੱਛੇ ਸੀਗੇ ਵਕੀਲ ਆਏ ਸੀਗੇ। ਉਹ ਕਿਉਂ ਆਏ ਸੀਗੇ? ਤੇ ਸੋਚਿਆ ਆਪਾਂ ਨੇ ਉਹਦਾ ਸਾਡੇ ਨਾਲ ਕਿਆ ਰਿਸ਼ਤਾ ਹੈ? ਉੱਥੇ ਆਣੇ ਚਾਹੀਦੇ ਸੀਗੇ ਸਾਡੇ ਦੇਸ਼ ਦਾ ਕੋਈ ਅੱਛਾ ਬੰਦਾ, ਜਿਹੜਾ ਕੋਈ ਵਧੀਆ ਜਿਹਨੇ ਕਮਾਈ ਕੀਤੀ ਹੋਈ ਹੈ, ਕੋਈ ਕ੍ਰਾਂਤੀਕਾਰੀ ਬੰਦਾ ਹੈ, ਉਹ ਆਉਣਾ ਚਾਹੀਦਾ ਸੀ ਉੱਥੇ। ਉਹ ਬ੍ਰਿਟੇਨ ਦੇ ਉਹ ਵਕੀਲ ਤੋਂ ਜਾਂ ਕਿਸੇ ਜੱਜ ਤੋਂ ਆਪਾਂ ਕੀ ਲੈਣਾ? ਕਿਉਂ? ਕਿਉਂਕਿ ਇਹ ਜਿਹੜੀ ਪੋਲਿਟਿਕਸ, ਜਿਹੜੀ ਡੈਮੋਕ੍ਰੇਸੀ ਚੱਲ ਰਹੀ ਹੈ, ਮੋਦੀ ਦੀ ਹਿੰਮਤ ਨਹੀਂ ਹੈ ਕਿ ਉਹ ਬਿੱਲ ਰੱਦ ਕਰਵਾ ਸਕਦਾ ਆ।
ਇਹ ਸਭ ਪਿੱਛੋਂ ਪ੍ਰੀ ਪਲਾਨਡ ਹੈ, ਸਭ ਉੱਦਾਂ ਹੀ ਚੱਲ ਰਿਹਾ ਹੈ, ਉੱਦਾਂ ਹੀ ਡਿਵਾਈਡ ਐਂਡ ਰੂਲ ਚੱਲ ਰਿਹਾ ਹੈ। ਹਰ ਚੀਜ਼ ਦੇ ਅੰਦਰ ਡਿਵਾਈਡ ਐਂਡ ਰੂਲ ਪਾ ਦਿੱਤਾ ਆ, ਬੱਚਿਆਂ ਦੀ ਪੜ੍ਹਾਈਆਂ ਦੇ ਅੰਦਰ ਡਿਵਾਈਡ ਐਂਡ ਰੂਲ ਪਾ ਦਿੱਤਾ ਆ, ਸਾਡੇ ਡਰੈਸਾਂ ਦੇ ਅੰਦਰ ਡਿਵਾਈਡ ਐਂਡ ਰੂਲ ਕਰ ਦਿੱਤਾ ਆ, ਕਿਸਾਨਾਂ ਦੀ ਜਥੇਬੰਦੀਆਂ ਡਿਵਾਈਡ ਐਂਡ ਰੂਲ 'ਚ ਪਾ ਦਿੱਤੀ ਇਹਨਾਂ ਨੇ, ਸਕੂਲਾਂ ਦੀ ਪੜ੍ਹਾਈ ਡਿਵਾਈਡ ਐਂਡ ਰੂਲ 'ਚ ਕਰ ਦਿੱਤੀ ਇਹਨਾਂ ਨੇ, ਹਰ ਕੰਮ 'ਚ ਡਿਵਾਈਡ ਐਂਡ ਰੂਲ ਕਰ ਦਿੱਤਾ ਹੈ। ਹੁਣ ਆਰਮੀ ਹੈ, ਆਰਮੀ ਦੇ ਅੰਦਰ ਡਿਵਾਈਡ ਐਂਡ ਰੂਲ, ਹੁਣ ਆਪਣਾ ਸਿੱਖ ਰੈਜੀਮੈਂਟ ਹੈ, ਇੱਕ ਬੰਗਾਲ ਰੈਜੀਮੈਂਟ ਹੈ, ਇੱਕ ਗੋਰਖਾ ਰੈਜੀਮੈਂਟ ਹੈ। ਇਹ ਸਾਰੀ ਇੱਕ ਫੋਰਸ ਕਿਉਂ ਨਹੀਂ ਕੀਤੀ? ਕਿਉਂ? ਕਿਉਂਕਿ ਅਗਰ ਬੰਗਾਲ ਵਾਲੇ ਗਲਤੀ ਕਰਨਗੇ ਤਾਂ ਉੱਥੇ ਜਾ ਕੇ ਗੋਰਖਾ ਰੈਜੀਮੈਂਟ ਜਾਏਗਾ। ਅਗਰ ਨੇਪਾਲ ਦੇ ਅੰਦਰ ਕੋਈ ਪ੍ਰੋਬਲਮ ਕ੍ਰੀਏਟ ਹੋਏਗੀ ਜਾਂ ਕਿਸੇ ਹੋਰ ਕੰਟਰੀ 'ਚ ਪ੍ਰੋਬਲਮ ਕ੍ਰੀਏਟ ਕਰਨਗੇ ਤਾਂ ਉੱਥੇ ਬੰਗਾਲ ਰੈਜੀਮੈਂਟ ਜਾਏਗੀ। ਅਗਰ ਜਿੱਥੇ ਸਾਰਾ ਕੁਝ ਟੁੱਟ ਗਿਆ, ਕੋਈ ਸਹਾਰਾ ਨਹੀਂ ਮਿਲ ਰਿਹਾ, ਹੁਣ ਇਹ ਦੇਸ਼ ਹਾਰਨੇ ਵਾਲਾ ਆ, ਆਖਿਰ ਵਾਸਤੇ ਇਹਨਾਂ ਨੇ ਸਿੱਖ ਰੈਜੀਮੈਂਟ ਖੜੀ ਕਰ ਦੇਣੀ ਲਿਆ ਕੇ। ਇਹ ਵੀ ਤਾਂ ਡਿਵਾਈਡ ਐਂਡ ਰੂਲ ਹੈ। ਇਹ ਇੱਕ ਦੂਸਰੇ ਨੂੰ ਲੜਾਉਣ ਵਾਸਤੇ ਹੀ ਚੱਲ ਰਿਹਾ। ਰਹੀ ਗੱਲ ਜਿਹੜੇ ਹੁਣ ਪਾਕਿਸਤਾਨ ਆਪਾਂ ਕਰੀ ਜਾਂਦੇ ਆ, ਪਾਕਿਸਤਾਨ ਵਿਰੋਧੀ ਹੈ, ਇਹ ਪਾਕਿਸਤਾਨ ਤੋਂ ਫੰਡ ਲੈਂਦੇ ਆ। ਹੁਣ ਪਾਕਿਸਤਾਨ ਦੀ ਜੇ ਮੈਂ ਹਿਸਟਰੀ ਖੋਲਾਂਗਾ, ਜਿੰਨਾ ਜਿਹੜਾ ਪਹਿਲਾ ਪ੍ਰਧਾਨ ਮੰਤਰੀ ਹੋਇਆ ਉੱਤੇ ਦਾ, ਉਹਦੀ ਹਿਸਟਰੀ ਆਪਾਂ ਖੋਲਾਂਗੇ ਤਾਂ ਟਾਈਮ ਬੜਾ ਲੰਬਾ ਲੱਗ ਜਾਏਗਾ। ਇਸ ਲਈ ਆਪਾਂ ਅਲੱਗ ਕਨਸੈਪਟ ਛੇੜਾਂਗੇ। ਇਹ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ, ਮੈਨੂੰ ਪੂਰੀ ਸੰਗਤ ਦਾ ਸਹਿਯੋਗ ਚਾਹੀਦਾ। ਮੇਰਾ ਜਿਹੜਾ ਮੇਨ ਟੀਚਾ ਹੈ ਨਾ, ਉਹ ਹੈ ਸੰਵਿਧਾਨ ਦੇ ਉੱਤੇ ਮੈਂ 34,556 ਕਾਨੂੰਨ ਦੇ ਉੱਤੇ ਵਕੀਲ ਆ ਜਾਵੇ, ਕੋਈ ਜੱਜ ਆ ਜਾਵੇ, ਕੋਈ ਫਿਲੋਸਫਰ ਆ ਜਾਵੇ, ਕੋਈ PhD ਪ੍ਰੋਫੈਸਰ ਆ ਜਾਵੇ, ਸੰਗਤ ਦੇ ਸਾਹਮਣੇ ਵਿਚਾਰ ਕਰੇ। ਜਿੱਦਾਂ ਸੰਗਤ ਬੈਠੀ ਹੈ ਨਾ, ਐਦਾਂ ਵਿਚਾਰ ਕਰੇ ਮੇਰੇ ਨਾਲ। ਇਹ ਨਹੀਂ ਕਿ ਕੁੰਡਾ ਲਾ ਲਿਆ ਜੀ, ਅੰਦਰ ਪਤਾ ਨਹੀਂ ਕਿਆ ਚੱਲ ਰਿਹਾ, ਬਾਹਰ ਆ ਕੇ ਰੋਲਾ ਪਾਤਿਆ, ਐਦਾਂ ਨਹੀਂ। ਸਭ ਦੇ ਵਿੱਚ ਵਿਚਾਰ ਚੱਲੇ, ਸੰਗਤ ਡਿਸੀਜਨ ਲਏਗੀ ਕਿ ਉਹ ਸਹੀ ਹੈ ਜਾਂ ਗਲਤ ਹੈ। ਮੈਂ ਕੱਲੇ ਕਾਨੂੰਨ ਬਾਰੇ ਦੱਸਣਾ ਚਾਹੁੰਦਾ ਸਾਰੀ ਸੰਗਤ ਨੂੰ ਕਿ ਜੋ IPS ਬਣੇ ਨੇ, ICP ਬਣੇ ਹੋਏ ਨੇ, ਜਿੰਨੇ ਵੀ ਕਾਨੂੰਨ ਬਣੇ ਹੋਏ ਨੇ, ਇਹ ਸਾਰੇ ਬ੍ਰਿਟਿਸ਼ ਲਾਅ ਨੇ ਸਾਨੂੰ ਗੁਲਾਮ ਬਣਾਉਣ ਵਾਸਤੇ ਬਣਾਏ ਹੋਏ ਨੇ। ਅੱਜ ਆਪਾਂ ਸਾਰੇ ਗੁਲਾਮ ਹੀ ਹੈ। ਤੁਸੀਂ ਆਪਣੀ ਮਰਜ਼ੀ ਨਾਲ ਕੁਝ ਵੀ ਕਰਕੇ ਦਿਖਾ ਦਿਓ ਉਰੇ, ਹੁਣ ਤੁਹਾਨੂੰ ਚੱਕ ਕੇ ਅੰਦਰ ਕਰ ਦੇਗੀ ਪੁਲਿਸ। ਗੁਲਾਮੀ ਹੈ ਇਹ ਆਪਾਂ। ਇਸ ਕਰਕੇ ਇਹ ਸੰਵਿਧਾਨ ਦਾ ਹੀ ਖੰਡਨ ਕਰਨਾ ਆ। ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਵਿਧਾਨ ਬਣਾਇਆ ਹੋਇਆ ਉਹ ਇਹ ਹੈ, पर बेटी को बेटी जाने पर स्त्री को मात बखाने, अपन स्त्री सोरत होई रहत मन गुरु का सिंह है सोई। ਜਿਹੜਾ ਇੰਡੀਪੈਂਡੈਂਟ ਸੰਵਿਧਾਨ ਬਣਾਇਆ ਹੋਇਆ ਇਹਨਾਂ ਨੇ, ਉਹਦੇ ਵਿੱਚ ਇਹ ਬੋਲਿਆ ਗਿਆ ਆ ਤੁਸੀਂ ਆਪਣੀ ਵਾਈਫ ਤੋਂ ਇਲਾਵਾ ਕਿਸੇ ਹੋਰ ਗੱਲ ਵੀ ਰਿਲੇਸ਼ਨ ਬਣਾ ਸਕਦੇ ਹੋ ਕਾਨੂੰਨਨ ਤਰੀਕੇ ਨਾਲ। ਕਿਆ ਇਹ ਸੰਵਿਧਾਨ ਹੈ ਜੀ ਸਾਡਾ? ਕਿਆ ਸਾਡਾ ਸੰਸਕਾਰ ਹੈ? ਇਹ ਸਾਰੇ ਬ੍ਰਿਟਿਸ਼ ਲਾਅ ਹੈ ਜੀ, ਸਭ ਬ੍ਰਿਟਿਸ਼ ਲਾਅ ਹੈ ਇਹ। ਇਹਨੂੰ ਖੰਡਨ ਕਰੋ, ਨਹੀਂ ਸਾਡੀ ਆਉਣ ਵਾਲੀ ਜਨਰੇਸ਼ਨ ਨਾ ਖੁਦ ਫਾਂਸੀਆਂ ਚੜ ਕੇ, ਅੱਜ ਵੀ ਫਾਂਸੀਆਂ ਚੜ ਰਹੇ ਨੇ, ਫਿਰ ਅੱਗੇ ਵੀ ਚੜੇਗੀ। ਹੁਣ ਮੇਰੀ ਕਿਸਾਨਾਂ ਨੂੰ ਇਹੀ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਸਰਕਾਰ ਦੇ ਪਿੱਛੇ ਜ਼ਿਆਦਾ ਨਾ ਪਵੋ, ਆਪਣੇ ਪੈਰਾਂ ਤੇ ਖੜੇ ਹੋਵੋ, ਸੰਵਿਧਾਨ ਨੂੰ ਪੜ੍ਹੋ ਔਰ ਖੁਦ ਕ੍ਰਿਸ਼ੀ ਮੰਤਰੀ ਬਣੋ। ਉਹ ਅੰਨ ਅਸੀਂ ਉਗਾ ਰਹੇ ਆ, ਮਿਹਨਤ ਅਸੀਂ ਕਰ ਰਹੇ ਆ, ਸੱਪਾਂ ਦੀ ਸਿਰੀਆਂ ਦੇ ਖੜ ਕੇ ਨੱਕੇ ਆਪਾਂ ਮੋੜਦੇ ਆ ਔਰ ਫਲ ਕਿਸੇ ਹੋਰ ਨੂੰ ਦਿੰਦੇ ਆ ਤੇ ਦੂਜੇ ਦੇ ਮੂੰਹ ਵੱਲ ਦੇਖਦੇ ਆ ਉਹ ਸਾਨੂੰ ਕਿਆ ਦੇ ਰਿਹਾ। ਨਹੀਂ, ਆਪਾਂ ਦੀ ਮਿਹਨਤ ਹੈ, ਆਪਾਂ ਨੇ ਆਪਣੀ ਮਿਹਨਤ ਨੂੰ ਕਿੰਨੇ ਰੇਟ ਵਿੱਚ ਵੇਚਣਾ ਉਹ ਅਸੀਂ ਫੈਸਲਾ ਲਵਾਂਗੇ। ਸਾਡੀ ਕਣਕ 5 ਜਾਂ 10,000 ਕੁਇੰਟਲ ਵਿਕੀ ਆ, ਉਹ ਤਾਂ ਕਹਿ ਰਹੇ MSP ਦੀ ਗਾਰੰਟੀ ਦੇਵਾਂਗੇ। ਜੇ ਪਿਛਲੇ ਹਾਲਾਤਾਂ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਤਾਂ ਕਿਸਾਨਾਂ ਨੂੰ ਉਦੋਂ ਵੀ MSP ਨਹੀਂ ਮਿਲੀ। ਅੱਜ ਹੀ ਜੇ ਅਸੀਂ ਮੱਕੀ ਦੀ ਫਸਲ ਦੀ ਗੱਲ ਕਰਦੇ 13 ਰੁਪਏ ਕਹਿ ਕੇ ਤੇ 9 ਰੁਪਏ ਉਹਨਾਂ ਨੇ ਚੱਕੀ ਹੈਗੀ ਆ। ਕਿਸ ਤਰ੍ਹਾਂ ਅਸੀਂ ਅੰਦਾਜ਼ਾ ਲਾ ਸਕਦੇ ਕਿਸ ਤਰ੍ਹਾਂ ਦੀ MSP ਦੇਣ ਦੀ ਇਹ ਗੱਲ ਕੀਤੀ ਜਾ ਰਹੀ ਹੈ ਜਿਹੜੀ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਹੋਵੇ? ਦੇਖੋ ਬਿਲਕੁਲ ਸਹੀ ਹੈ ਗੱਲ ਤੁਹਾਡੀ ਗੱਲ। MSP ਜੋ ਇਹ ਮੁੱਦਾ ਹੈ ਨਾ, ਇਹ ਜਿਹੜਾ ਮੁੱਦਾ ਹੈ ਇਹ ਹੁਣ ਨਵਾਂ ਮੁੱਦਾ ਨਹੀਂ ਹੈ ਕੋਈ ਕਿ ਅੱਜ ਇਹ MSP ਬਾਰੇ ਸਾਨੂੰ ਜਾਣਕਾਰੀ ਨਵੀਂ ਪਹਿਲੀ ਵਾਰ ਹੋਈ ਹੈ। ਬਾਕੀ ਨਵਾਂ ਮੁੱਦਾ ਨਹੀਂ ਹੈ, ਇਹ ਮੁੱਦਾ ਪਿਛਲੇ 70 ਸਾਲਾਂ ਤੋਂ ਹੀ ਚੱਲਦਾ ਆ ਰਿਹਾ ਆ ਜੀ। ਪਹਿਲਾਂ ਕਣਕ ਜਿਹੜੀ ਹੈ 1 ਰੁਪਏ ਕੁਇੰਟਲ ਨੂੰ ਵੀ ਵਿਕੀ ਹੈ, ਇੱਕ ਸਮਾਂ ਉਹ ਵੀ ਸੀਗਾ, ਠੀਕ ਹੈ। ਲਗਾਨ ਵੀ ਵਸੂਲ ਹੋਏ ਨੇ ਹੈ ਤੇ ਚੱਕਰਵਰਤੀ ਵਿਆਜ ਵੀ ਲਾਇਆ ਗਿਆ ਸਾਡੇ ਤੇ। ਇਹ ਸਾਰੇ ਕਾਨੂੰਨ ਜਿਹੜੇ ਹੈ ਨਾ ਇਹ ਅੰਗਰੇਜ਼ਾਂ ਦੇ ਸਾਡੇ ਚਲਾਏ ਗਏ ਨੇ। ਦੇਖੋ ਹੁਣ ਗੱਲ ਸੁਣੋ, ਹੁਣ ਆਪਾਂ ਨੂੰ ਕਣਕ 1900 ਰੁਪਏ ਕੁਇੰਟਲ ਅਸੀਂ ਵੇਚ ਦਿੱਤੀ ਆ ਆੜਤੇ ਨੂੰ, ਅੱਗੇ ਉਹੀ ਕਣਕ ਸਾਨੂੰ 2500 ਰੁਪਏ ਕੁਇੰਟਲ ਵਾਪਸ ਆ ਰਹੀ ਹੈ। ਹੁਣ ਵਿੱਚ ਜਿਹੜੇ ਬਏ ਹੋਏ ਨੇ, ਵਿੱਚ ਪਹਿਲਾਂ ਜੋਬਰ ਆ ਗਿਆ, ਫਿਰ ਮੈਨੂਫੈਕਚਰ ਆ ਗਿਆ, ਫਿਰ ਆਪਣਾ ਹੋਲਸੇਲਰ ਆ ਗਏ, ਫਿਰ ਆਪਣਾ ਸੇਲਸ ਡਿਸਟ੍ਰੀਬਿਊਟਰ ਆ ਗਏ, ਉਸ ਤੋਂ ਬਾਅਦ ਆਪਣੇ ਆ ਗਏ ਇਹ ਰਿਟੇਲਰ ਤੋਂ ਬਾਅਦ ਕਸਟਮਰ। ਇਹੀ ਚੱਲ ਰਿਹਾ ਨਾ। ਕਸਟਮਰ ਤੱਕ ਆਂਦੇ ਚੀਜ਼ ਜਿਹੜੀ ਹੈ ਉਹ 3000 ਦੀ ਹੋ ਜਾਂਦੀ ਹੈ, ਜੋ ਚੀਜ਼ 1500 ਦੀ ਸੀ। ਅਗਰ ਆਪਾਂ ਵਿੱਚੋਂ ਜਿਹੜੇ ਵੱਡੀ ਹੁਣ ਇਹਦੇ ਵਿੱਚ ਰਿਟੇਲਰ ਹੋ ਗਏ ਔਰ ਡਿਸਟ੍ਰੀਬਿਊਟਰ, ਆ ਦੋ ਬੰਦਿਆਂ ਨੂੰ ਰੱਖੋ। ਉੱਪਰ ਦੀ ਜਿਹੜੀ ਬੜੀਆਂ ਅਸਾਮੀਆਂ ਉਹਨਾਂ ਨੂੰ ਛੱਡ ਦਿਓ। ਤੁਸੀਂ ਖੁਦ ਅੰਬਾਨੀ ਅਡਾਨੀ ਬਣ ਸਕਦੇ ਹੋ। ਉਹ ਧੀਰੂ ਭਾਈ ਅੰਬਾਨੀ ਜਿਹੜਾ ਸੀਗਾ ਉਹ ਪੈਟਰੋਲ ਪੰਪ ਤੇ ਕੰਮ ਕਰਿਆ, ਉਹਦੇ ਕੋਲ 1500 ਕਰੋੜ ਰੁਪਏ ਇੱਕ ਦਿਨ ਦਾ ਕਿਸ ਤਰ੍ਹਾਂ ਕਮਾਉਣ ਲੱਗ ਗਿਆ? ਉਹ ਕਦੇ ਸੋਚਿਆ ਕਿਸੇ ਨੇ ਇਹ ਗੱਲ?
+2 ਬੰਦੇ ਨੇ ਕੀਤੀ ਹੋਈ ਹੈ, +2 ਪਾਸ ਕੀਤੀ ਹੋਈ ਹੈ, ਉਹ ਅੱਜ 1500 ਕਰੋੜ ਰੁਪਏ ਇੱਕ ਦਿਨ ਦਾ ਕਿੱਦਾਂ ਕਮਾ ਸਕਦਾ ਆ? ਅਗਰ ਉਹ ਮਰ ਵੀ ਗਿਆ ਫਿਰ ਵੀ ਉਹਦੀ ਐਵਰੇਜ 19 ਕਿਉਂ ਆ ਰਹੀ ਹੈ? ਇੱਕ ਬੰਦਾ ਪੈਟਰੋਲ ਪੰਪ ਤੇ ਕੰਮ ਕਰਦਾ ਸੀ, ਕਿਰਾਏ ਤੇ ਰਹਿੰਦਾ ਸੀਗਾ, ਕਿਰਾਏ ਤੇ ਉਹਦੀ ਜ਼ਿੰਦਗੀ ਗੁਜ਼ਾਰੀ ਗਈ ਹੈ। ਔਰ ਰਤਨ ਟਾਟਾ ਵਰਗੇ ਇਹ ਕੌਫੀ ਪੀਣ ਤੋਂ ਤਰਸਦੇ ਆਪਣੀ ਫੈਮਿਲੀ ਨੂੰ ਕਦੇ ਇਹਨਾਂ ਨੇ ਕੌਫੀ ਨਹੀਂ ਪਿਲਾਈ। ਅੱਜ ਇਹ ਅਮੀਰ ਕਿਸ ਤਰ੍ਹਾਂ ਬਣ ਗਏ? ਹੈ ਤਾਂ ਸਾਡੇ ਹੀ ਦੇਸ਼ ਵਿੱਚੋਂ ਨਿਕਲੇ ਹੋਏ ਨੇ, ਸਾਡਾ ਹੀ ਖਾਇਆ, ਸਾਡਾ ਹੀ ਅੰਨ ਖਾਇਆ। ਕਦੇ ਆਪਾਂ ਸੋਚਿਆ ਇਸ ਬਾਰੇ? ਸਾਰਿਆਂ ਨੇ ਇਹ ਸੋਚਣ ਦੀ ਲੋੜ ਹੈ। ਉਹ ਟ੍ਰੇਨਿੰਗ ਜਿਹੜੀ ਹੈ ਉਹਨੂੰ ਕਹਿੰਦੇ ਨੇ ਸੁਪਰ ਮੈਟ੍ਰਿਕਸ ਟ੍ਰੇਨਿੰਗ, ਜਿਹਦੇ ਪਰ ਮੈਂ 4 ਸਾਲ ਅਲੱਗ ਤੋਂ ਲਾਏ ਹੋਏ ਨੇ। ਉਹ ਟ੍ਰੇਨਿੰਗ ਮੈਂ ਇੱਕ ਅਨਪੜ੍ਹ ਕਿਸਾਨ ਤੋਂ ਲੈ ਕੇ ਪੜ੍ਹੇ ਲਿਖੇ ਕਿਸਾਨ ਤੱਕ ਮੀਡੀਆ ਦੇ ਜ਼ਰੀਏ, ਸੋਸ਼ਲ ਮੀਡੀਆ ਦੇ ਜ਼ਰੀਏ ਪਹੁੰਚਾਉਣਾ ਚਾਹੁੰਦਾ ਆ। ਹਰ ਕਿਸਾਨ ਅਡਾਨੀ ਅੰਬਾਨੀ ਬਣ ਸਕਦਾ ਆ। ਜਿਹੜੇ ਆ ਨੌਜਵਾਨ ਬੇਰੋਜ਼ਗਾਰ ਘੁੰਮਦੇ ਫਿਰਦੇ ਆ, ਮੈਨੂੰ 1 ਲੱਖ ਨੌਜਵਾਨ ਸਿਰਫ 2 ਮਹੀਨੇ ਲਈ ਦੇ ਦਿਓ, ਉਹ 1 ਲੱਖ ਨੌਜਵਾਨਾਂ ਦਾ ਤੁਸੀਂ ਕਿਰਦਾਰ ਦੇਖੋ ਕਿਆ ਬਣ ਜਾਏਗਾ। ਐਵੇਂ ਨਹੀਂ ਇਹਨਾਂ ਲੜਾਈਆਂ ਵਿੱਚ ਰੱਖੋ ਜੀ, ਹੱਲੇ ਪਵਾ ਲਓ, ਉਹ ਲਾਲ ਕਿਲੇ ਤੇ ਚੜਾ ਦਿਓ ਜਾ ਕੇ। ਨੌਜਵਾਨਾਂ ਨੂੰ ਇਹ ਗਲਤ ਟਰੈਕ ਤੇ ਤੁਸੀਂ ਲੈ ਕੇ ਜਾ ਰਹੇ ਹੋ। ਨੌਜਵਾਨਾਂ ਨੂੰ ਬਿਜ਼ਨਸਮੈਨ ਬਣਾਓ। ਅੰਬਾਨੀ ਅਡਾਨੀ ਕਿਸ ਤਰ੍ਹਾਂ ਅਮੀਰ ਬਣੇ ਨੇ, ਉਹ ਟਰੈਕ ਤੇ ਲੈ ਕੇ ਚੱਲੋ। ਇਹਨਾਂ ਨੂੰ ਇਤਿਹਾਸ ਨਾਲ ਜੋੜੋ, ਗੁਰਬਾਣੀ ਨਾਲ ਜੋੜੋ, ਇਹਨਾਂ ਦੀ ਜਾਗਰਤ ਆਉਣ ਵਾਲੇ ਸਮੇਂ ਨਾਲ ਇਹਨਾਂ ਨੂੰ ਬਿਜ਼ੀ ਰੱਖੋ। ਇਹਨਾਂ ਨੂੰ ਆਪਾਂ ਮਾੜੇ ਕੰਮਾਂ 'ਚ ਜ਼ਿਆਦਾ ਬਿਜ਼ੀ ਰੱਖਦੇ ਆ। ਹੁਣ ਮੈਂ ਦੇਖ ਰਿਹਾ ਪਿੱਛੇ ਉੱਥੇ ਹੁੱਲੜਬਾਜੀ ਚੱਲਦੀ ਹੈ, ਉੱਥੇ ਡੈਕ ਲਾਏ, ਸ਼ਰਾਬਾਂ ਪੀ ਕੇ ਨੱਚ ਰਹੇ ਨੇ ਨਾ, ਉਹ ਭੰਗੜੇ ਕਿਉਂ ਪਾ ਰਹੇ ਨੇ? 100 ਮੌਤਾਂ ਹੋ ਗਈਆਂ ਇਸ ਕਰਕੇ ਭੰਗੜੇ ਪਾ ਰਹੇ ਆਪਾਂ। ਉਰੇ ਸਾਡੇ ਨਾਲ ਸਰਕਾਰ ਧੱਕਾ ਕਰਦੀ ਹੈ ਤਾਂ ਭੰਗੜੇ ਪਾਉਣ ਲੱਗੇ ਹੋਏ ਆ। ਸਾਡੇ ਕਿਸੇ ਦੀ ਹਿੰਮਤ ਨਹੀਂ ਰੋਕਣ ਦੀ। ਉਹ ਮੋਦੀ ਕੱਲਾ ਬੰਦਾ ਆ। ਮੋਦੀ ਕਿਹੜਾ 100 ਮੋਦੀ ਇਕੱਠੇ ਹੋ ਕੇ ਬਿੱਲ ਪਾਸ ਕਰ ਰਿਹਾ? ਕੱਲਾ ਬੰਦਾ, ਕੱਲਾ ਹੀ ਬੰਦਾ ਬਹੁਤ ਆ ਉਹਦੇ ਲਈ। ਪਰ ਕੱਲਾ ਬੰਦਾ ਉਹ ਚਾਹੀਦਾ ਨਾ ਕਿ ਜਿਹਨੇ ਪੂਰੀ MA ਕੀਤੀ ਹੋਈ ਹੈ ਪ੍ਰਾਈਮ ਮਿਨਿਸਟਰ ਦੀ। ਹੁਣ ਜਿਹੜੇ ਮੁੱਦੇ ਤੇ ਸਾਈਨ ਕਰਦਾ ਹੈ, ਹੁਣ ਮੋਦੀ ਹੈ, ਮੋਦੀ ਕਹਿੰਦਾ ਕਿ ਹੁਣ ਛੋਟੀ ਜਿਹੀ ਮੈਂ ਗੱਲ ਛੇੜਨ ਲੱਗਿਆ, ਵੈਸੇ ਇਹ ਮੁੱਦਾ ਨਹੀਂ ਹੈ ਪਰ ਮੈਂ ਵਿੱਚ ਮੁੱਦਾ ਆਪਣੇ ਆਪ ਲੈ ਕੇ ਆਉਣ ਲੱਗਿਆ। ਮੋਦੀ ਕਹਿੰਦਾ ਹਿੰਦੂ ਰਾਸ਼ਟਰ ਬਣਾਉਣਾ ਹੈ, ਉਹ ਵੀ ਇੱਕ ਡੈਮੋਕ੍ਰੇਸੀ ਹੈ। ਉਹ ਹਿੰਦੂ ਰਾਸ਼ਟਰ ਦੀ ਗੱਲ ਇਸ ਕਰਕੇ ਕਰਦਾ ਆ ਕਿਉਂਕਿ ਜਿਹੜੇ 70% ਲੋਕ ਜਿਹੜੇ ਭਾਰਤ ਵਾਸੀ ਆ ਨਾ, ਉਹ ਇਸ ਕਰਕੇ ਚੁੱਪ ਬੈਠੇ ਨੇ। ਸ਼ਾਇਦ ਮੋਦੀ ਸਾਡੇ ਪੱਖ ਦੀ ਗੱਲ ਕਰਦਾ ਹੈ, ਪਰ ਮੋਦੀ ਤਾਂ ਖੁਦ ਹਿੰਦੂ ਨਹੀਂ ਹੈਗਾ। ਮੋਦੀ ਤਾਂ ਖੁਦ ਹਿੰਦੂ ਨਹੀਂ ਹੈ। ਤੁਸੀਂ ਮੋਦੀ ਦਾ ਲਾਇ ਡਿਟੈਕਟਰ ਕਰਾਓ ਕਿ ਭਾਈ ਤੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ, ਫਿਰ ਆਪਾਂ ਟਿੱਕੇ ਬਹਿ ਜਾਾਂਗੇ। ਮੋਦੀ ਸਿਰਫ ਪਹਿਰਾਵਾ ਉਹ ਜਿਹਾ ਧਾਰ ਕੇ ਉਸ ਨੂੰ ਇਸਤੇਮਾਲ ਕਰਦਾ ਆ ਆਪਣੀ ਰਾਜਨੀਤੀ ਕਰਨ ਵਾਸਤੇ। ਇਹ ਲੋਕ ਕੁਰਸੀ ਨਾਲ ਇੰਨੇ ਚਿੰਬੜ ਚੁੱਕੇ ਆ, ਇਹਨਾਂ ਨੂੰ ਚਾਹੇ ਪੁਲਵਾਮਾ ਵਰਗਾ ਅਟੈਕ ਕਰਨਾ ਪੈ ਜਾਵੇ, ਚਾਹੇ ਕਿਸਾਨਾਂ ਨੂੰ ਮਾਰਨਾ ਪੈ ਜਾਵੇ, ਕੁਝ ਵੀ ਹੱਦ ਤੱਕ ਜਾ ਸਕਦੇ ਨੇ। ਧੀਆਂ ਭੈਣਾਂ ਦੇ ਉੱਪਰ ਇਹ ਮਿੱਟੀ ਦਾ ਤੇਲ ਪਵਾ ਕੇ ਮਰਵਾ ਸਕਦੇ ਆ, ਬਲਾਤਕਾਰ ਕਰਵਾ ਸਕਦੇ ਆ, ਸਾਡੀ ਅੱਖਾਂ ਦੇ ਸਾਹਮਣੇ ਸਭ ਕੁਝ ਕਰਵਾ ਸਕਦੇ ਆ, ਪਰ ਇਹ ਆਪਣੀ ਜਿਹੜੀ ਕੁਰਸੀ ਹੈ ਉਹ ਨਹੀਂ ਛੱਡ ਸਕਦੇ ਜੀ। ਇਸ ਕਰਕੇ ਕੁਰਸੀ ਛਡਾਉਣ ਦਾ ਇੱਕੋ ਇੱਕ ਤਰੀਕਾ ਆ ਸੰਵਿਧਾਨ ਦੇ ਜਿੰਨੇ ਵੀ, ਦੇਖੋ ਮੈਂ ਇਹ ਨਹੀਂ ਗੱਲ ਕਹਿੰਦਾ ਕਿ 1 ਲੱਖ ਸੰਵਿਧਾਨ ਨੂੰ ਆਪਾਂ ਖਤਮ ਕਰੀਏ, ਨਹੀਂ, ਉਹਦਾ ਵਿਸ਼ਲੇਸ਼ਣ ਕਰੀਏ, ਉਹਦੇ ਉੱਪਰ ਸੰਵਾਦ ਕਰੀਏ, ਉਹਦੇ ਉੱਪਰ ਆਪਾਂ ਵਿਚਾਰ ਕਰੀਏ। ਔਰ ਲਿਆਓ ਗ੍ਰੰਥ ਸਾਰੇ ਸੰਵਿਧਾਨ ਦੇ, ਆਪਾਂ ਵਿਚਾਰ ਕਰੀਏ ਕਿ ਕਿਹੜਾ ਕਿਹੜਾ ਸਹੀ ਹੈ, ਕਿਹੜਾ ਕਿਹੜਾ ਗਲਤ ਹੈ। ਜਿਹੜੇ ਕਾਨੂੰਨ ਗਲਤ ਹੈ, ਜਿਹੜੇ ਦੇਸ਼ ਨੂੰ ਨਾਸ਼ ਕਰਦੇ ਨੇ, ਲੋਕਾਂ ਨੂੰ ਤਕਲੀਫ ਪਹੁੰਚਾਉਂਦੇ ਨੇ, ਲੋਕਾਂ ਦੀ ਜ਼ਿੰਦਗੀ ਨੂੰ ਬਰਬਾਦ ਕਰਦੇ, ਉਹ ਕਾਨੂੰਨ ਖਤਮ ਕਰੋ। ਕੱਲਾ ਕਿਸਾਨਾਂ ਦਾ ਕਾਨੂੰਨ ਨਹੀਂ, ਹੋਰ ਬੜੇ ਕਾਨੂੰਨ ਨੇ। ਹੁਣ ਇੱਕ ਦੇਖੋ, ਇੱਕ LLB ਦੀ ਕਿਤਾਬ ਹੈ, ਕਿਤਾਬ ਹੁੰਦੀ ਹੈ ਇੱਕ LLB ਦੀ ਐਡੀ ਕਿਤਾਬ ਹੈ। ਉਹ ਕਿਤਾਬ ਨੂੰ ਮੈਂ ਵੀ ਪੜ੍ਹਿਆ ਹੋਇਆ ਆ, ਇੱਕ ਵਕੀਲ ਨੇ ਵੀ ਪੜ੍ਹਿਆ ਹੋਇਆ, ਇੱਕ ਹੋਰ ਵਕੀਲ ਅੱਛੇ ਵਕੀਲ ਨੇ ਵੀ ਪੜ੍ਹਿਆ ਹੋਇਆ। ਹੁਣ 2 ਵਕੀਲ ਹੈ, ਇੱਕ ਪਬਲਿਕ ਪ੍ਰੋਸੀਕਿਊਟਰ ਹੈ PP ਹੈ, ਇੱਕ ਜਿਹੜਾ ਸਰਕਾਰੀ ਵਕੀਲ ਹੈ, ਇੱਕ ਜਿਹੜਾ ਪ੍ਰਾਈਵੇਟ ਵਕੀਲ ਹੈ। ਪ੍ਰਾਈਵੇਟ ਵਕੀਲ ਕੋਲ ਦੇ ਕੋਲ BMW ਗੱਡੀ ਹੁੰਦੀ ਹੈ ਜੀ, Audi ਗੱਡੀ ਹੁੰਦੀ ਹੈ, ਹੁਣ ਕਹਿੰਦੇ ਨੇ ਵੱਡਾ ਵਕੀਲ ਹੈ। ਜਿਹੜਾ ਪਬਲਿਕ ਪ੍ਰੋਸੀਕਿਊਟਰ ਹੁੰਦਾ ਹੈ ਉਹ ਵਿਚਾਰਾ ਕਰਜ਼ੇ ਭਰੇ ਬੈਠਾ ਆ, ਉਹ ਲੋਨ ਭਰੇ, ਉਹ ਆਪਣੀ ਕਿਸ਼ਤਾਂ ਹੀ ਭਰੀ ਜਾਂਦਾ ਆ। ਹੁਣ ਜਿਹੜੇ ਦੋਨੇ ਵਕੀਲ ਹੈ, ਦੋਨਾਂ ਨੇ ਕਿਤਾਬ ਤਾਂ ਇੱਕ ਹੀ ਪੜ੍ਹੀ ਹੈ, ਕਾਨੂੰਨ ਤਾਂ ਇੱਕ ਹੀ ਪੜ੍ਹਿਆ। ਹੁਣ ਇੱਕ ਗਰੀਬ ਬੰਦਾ ਆ, ਗਰੀਬ ਬੰਦੇ ਦੀ ਧੀ ਦੇ ਨਾਲ ਬੁਰਾ ਕਰਮ ਹੋਇਆ, ਉਹ ਕੋਰਟ ਵਿੱਚ ਇਨਸਾਫ ਵਾਸਤੇ ਗਿਆ, ਤੇ ਜਿਹੜੇ ਪਾਰਟੀ ਨੇ, ਜਿਹੜੇ ਦੂਜੇ ਮੁਦਈ ਨੇ, ਮੁਦਈ ਤੋਂ ਇਲਾਵਾ ਜਿਹੜੇ ਮੁਜ਼ਲਿਮ ਨੇ, ਉਹਨਾਂ ਦੇ ਉੱਪਰ ਜਿਹੜਾ ਕੇਸ ਪਾਇਆ ਗਿਆ ਆ, ਉਹ ਕੇਸ ਪਾਇਆ ਗਿਆ ਆ ਕਿ ਇਹ ਬੰਦਿਆਂ ਨੇ ਸਾਡੇ ਧੀ ਦੇ ਨਾਲ ਕੁਕਰਮ ਕੀਤਾ ਆ। ਤੇ ਉੱਥੇ ਜਿਹੜੇ ਗਰੀਬ ਲੋਕ ਸੀ, ਬੱਚੀ ਦੇ ਮਾਪੇ ਤੇ ਉਹਨਾਂ ਨੇ ਸਰਕਾਰੀ ਵਕੀਲ ਕਰ ਲਿਆ। ਜਿਹੜੇ ਬੜੇ ਠਾਠ ਵਾਲੇ ਸੀਗੇ, IPS ਦੇ ਬੱਚੇ ਕਹਿ ਲਓ ਜਾਂ ਕਿਸੇ ਹੋਰ ਦੇ ਬੱਚੇ ਕਹਿ ਲਓ, ਉਹਨਾਂ ਨੇ ਵੱਡਾ ਵਕੀਲ ਕਰ ਲਿਆ 5 ਲੱਖ ਰੁਪਏ ਦੇ ਕੇ। ਠੀਕ ਹੈ, ਹੁਣ ਉੱਥੇ ਡਿਬੇਟ ਚੱਲਣ ਲੱਗ ਗਈ, ਕ੍ਰੋਸ ਚੱਲਣ ਲੱਗ ਗਿਆ। ਇੱਕ ਨਾ ਜਦੋਂ ਡਿਬੇਟ ਚੱਲਦੀ ਹੈ ਨਾ, ਜਦੋਂ ਉੱਥੇ ਕ੍ਰੋਸਿੰਗ ਚੱਲਦੀ ਹੈ ਵਕੀਲਾਂ ਦੀ, ਜੱਜ ਫੈਸਲਾ ਲੈਂਦਾ ਆ ਕਿ ਕੌਣ। ਰਹੀ ਗੱਲ ਜੱਜ ਦੀ ਇੰਨੀ ਜਜਮੈਂਟ ਹੁੰਦੀ ਹੈ ਨਾ, ਉਹ ਸ਼ਕਲ ਦੇ ਕੇ ਦੱਸ ਦਿੰਦਾ ਵੀ ਇਸ ਕੁੜੀ ਨਾਲ ਰੇਪ ਹੋਇਆ। ਜੱਜ ਨੂੰ ਪਤਾ ਹੁੰਦਾ ਆ, ਪਰ ਉਹ ਫਸਿਆ ਹੋਇਆ, ਉਹ ਕੁਝ ਕਰ ਨਹੀਂ ਸਕਦਾ। ਉਹਨੂੰ ਜੱਜ, ਮੈਂ ਤਾਂ ਇਹੋ ਜਿਹੇ ਜੱਜਾਂ ਨੂੰ ਕੁਝ ਸਮਝਦਾ ਹੀ ਨਹੀਂ ਹੈਗਾ। ਉਹਨੂੰ ਪਤਾ ਹੈ ਕਿ ਇਸ ਬੰਦੇ ਦੀ ਕਟਾਈ ਹੋਈ ਹੈ, ਇਹਨੂੰ ਮਾਰਿਆ ਗਿਆ ਆ, ਇਹਦੀ ਬਾਂਹ ਤੋੜੀ ਗਈ ਆ, ਪਰ ਜੱਜ ਕੇਸ ਫੜ ਲੈਂਦਾ ਆ। ਹੈ ਮੂਰਖ ਵਾਲਾ ਕੰਮ, ਕੇਸ ਫੜ ਲਿਆ।
ਜਿਹੜੇ ਸਾਡੇ ਰਾਜੇ, ਸਾਡੇ ਧਾਰਮਿਕ ਰਾਜੇ ਅਕਾਲ ਤਖਤ ਦੇ ਜਿਹੜੇ ਬੈਠਦੇ ਸੀ 6ਵੇਂ ਪਾਤਸ਼ਾਹ, ਉਹ ਨਹੀਂ ਇੰਨਾ ਟਾਈਮ ਲਾਉਂਦੇ ਸੀ। ਉਹ ਤਾਂ ਦੇਖ ਕੇ ਦੱਸ ਦਿੰਦੇ ਸੀਗੇ ਇਹ ਬੰਦਾ ਗਲਤ ਹੈ, ਉਹਦਾ ਔਨ ਸਪੋਰਟ ਫੈਸਲਾ ਹੁੰਦਾ ਸੀਗਾ। ਇੱਥੇ 10-10 20-20 ਸਾਲ ਲੱਗ ਜਾਂਦੇ ਆ। ਹੁਣ ਜਿਹੜੇ ਵਕੀਲ ਨੇ ਅਮੀਰ ਵਕੀਲ ਕਰਿਆ ਆ, ਇੱਕ ਗਰੀਬ ਵਕੀਲ ਹੈ, ਜਿਹੜਾ ਅਮੀਰ ਵਕੀਲ ਹੈ ਉਹਨੂੰ 5 ਲੱਖ ਰੁਪਏ ਦਿੱਤਾ ਗਿਆ, ਉਹਨੇ ਇਹੋ ਜਿਹੇ ਡਾਕੂਮੈਂਟ ਤਿਆਰ ਕੀਤੇ ਉਸੇ ਕਿਤਾਬ ਦੇ ਵਿੱਚੋਂ, ਜਿਹੜੀ ਕਿਤਾਬ ਦੋਨੇ ਵਕੀਲਾਂ ਨੇ ਪੜ੍ਹੀ। ਉਹਨੇ ਉਸੇ ਕਿਤਾਬ ਵਿੱਚੋਂ ਐਸੇ ਪੁਆਇੰਟ ਇਕੱਠੇ ਕਰਕੇ ਨਾ ਉਹ ਜਿਹੜੀ ਬੱਚੀ ਨਾਲ ਕੁਕਰਮ ਹੋਇਆ ਸੀ, ਮਾੜਾ ਹੋਇਆ ਸੀਗਾ, ਉਹਨਾਂ ਨੂੰ ਝੂਠਾ ਸਾਬਤ ਕਰਤਿਆ। ਉਹ ਬਰੀ ਹੋ ਗਏ ਨੇ ਤੇ ਉਹ ਮੂੰਹ ਲਟਕਾ ਕੇ ਘਰਾਂ ਨੂੰ ਆ ਗਏ ਨੇ। ਇਹ ਸੰਵਿਧਾਨ ਹੈ ਜੀ ਸਾਡਾ, ਇਹ LLB ਹੈ ਸਾਡੀ। ਸੋ ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਤੋਂ ਜਾਗਰਤ ਹੋਣਾ। ਮੈਂ ਇਹਨਾਂ ਚੀਜ਼ਾਂ ਤੋਂ ਲਾਈਏ ਵੀਰ ਜੀ ਕਿ ਤੁਹਾਨੂੰ ਕੀ ਲੱਗਦਾ ਕਿ ਹੁਣ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ ਵੀ ਹੋ ਰਹੀ ਹੈ ਪਰ ਹੱਲ ਕੋਈ ਦਿਖ ਨਹੀਂ ਰਿਹਾਗਾ, ਕਿਸਾਨ ਵੀ ਬੈਠੇ ਹੋਏ ਨੇ, ਉਧਰ ਸਰਕਾਰ ਵੀ ਅੜੀ ਹੋਈ ਹੈ, ਤਾਂ ਹੁਣ ਤੁਹਾਨੂੰ ਪਤਾ ਸਰਦੀ ਵੀ ਟੱਪ ਗਈ ਤੇ ਗਰਮੀ ਵੀ ਆਉਣੀ, ਅੱਤ ਦੀ ਗਰਮੀ ਵੀ, ਕਿਸਾਨ ਹੁਣ ਸੜਕਾਂ ਤੇ ਚੱਲ ਰਹੇ ਨੇ। ਤੁਹਾਨੂੰ ਕੀ ਲੱਗਦਾ ਹੱਲ ਕੀ ਹੋਣਾ ਚਾਹੀਦਾ? ਇਹਦਾ ਹੱਲ ਇੱਕੋ ਇੱਕ ਹੱਲ ਹੈ ਜੀ, ਜਾਂ ਸੰਵਿਧਾਨ ਨੂੰ ਪੜ੍ਹਨ ਵਾਲਾ ਬੰਦਾ ਇਹਦਾ ਹੱਲ ਕਰ ਸਕਦਾ ਆ, ਠੀਕ ਹੈ ਜੀ, ਜਾਂ ਫਿਰ ਸੰਵਿਧਾਨ ਦਾ ਖੰਡਨ ਕਰਕੇ ਇਹਦਾ ਹੱਲ ਹੋ ਸਕਦਾ ਹੈ। ਜੇ ਤੁਸੀਂ ਸੋਚਦੇ ਹੋ ਕਿ 3 ਬਿੱਲ ਰੱਦ ਹੋ ਗਏ, ਮੰਨ ਲਓ, ਇਸ ਗੱਲ ਦੀ ਗਾਰੰਟੀ ਹੈ ਕੋਈ ਅਗਲੇ 3 ਬਿੱਲ ਹੋਰ ਨਹੀਂ ਖੜੇ ਹੋਣਗੇ? ਕੋਈ ਗਾਰੰਟੀ ਹੈ ਇਸ ਚੀਜ਼ ਦੀ? ਕੋਈ ਗਾਰੰਟੀ ਨਹੀਂ ਹੈ। ਪਹਿਲੀ ਗੱਲ ਤਾਂ ਇਹਦੀ ਗਾਰੰਟੀ ਨਹੀਂ ਕਿ 3 ਬਿੱਲ ਰੱਦ ਹੋਣਗੇ ਕਿ ਨਹੀਂ ਹੋਣਗੇ। ਮੇਰੀ ਇੱਕ ਡਿਮਾਂਡ ਹੈ, ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਮੈਂ ਆਪਣੀ ਫੈਮਿਲੀ ਦੀ ਗੱਲ ਨਹੀਂ ਕਰਦਾ, ਮੈਂ ਸਿਰਫ ਆਪਣੀ ਇਕੱਲੇ ਦੀ ਗੱਲ ਕਰਦਾ ਆ। ਮੇਰੇ ਨਾਲ ਸਿਰਫ 1.25 ਲੱਖ ਕਿਸਾਨ ਨੌਜਵਾਨ, 1.25 ਲੱਖ ਮੇਰੇ ਨਾਲ ਖੜ ਜਾਵੇ ਤੇ ਵਾਹਿਗੁਰੂ ਦੀ ਕਿਰਪਾ ਸਦਕਾ ਅਸੀਂ 72 ਘੰਟੇ 'ਚ 3 ਦਿਨਾਂ ਦੇ ਅੰਦਰ ਇਹ ਕਾਨੂੰਨ ਕਿਹਾ ਸੰਵਿਧਾਨ ਹੀ ਰੱਦ ਕਰਾ ਸਕਦੇ ਹਾਂ। ਪਰ ਮੈਂ ਹੁਣ ਕੱਲਾ ਜਣਾ ਚਲਾਂ, ਪਿੱਛੇ ਤੋਂ ਕੋਈ ਗੋਲੀ ਮਾਰ ਦੇਵੇ, ਇਹਨਾਂ ਦੇ ਜਿਗਰੇ ਤਾਂ ਹੈ ਨਹੀਂ, ਸਾਹਮਣੇ ਗੋਲੀ ਮਾਰਨਗੇ, ਪਿੱਠ ਪਿੱਛੇ ਹੀ ਗੋਲੀ ਮਾਰਨਗੇ, ਮੇਰੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਕਿਡਨੈਪ ਕਰ ਲੈਣਗੇ, ਮੈਨੂੰ ਟੌਰਚਰ ਕਰਨਗੇ। ਉਸ ਤੋਂ ਪਹਿਲਾਂ ਮੈਨੂੰ ਚਾਹੀਦਾ ਕਿ ਸੰਗਤ ਮੇਰੇ ਨਾਲ ਜੁੜ ਜਾਵੇ ਤੇ ਮੈਂ ਇਹ ਲੜਾਈ ਨੂੰ ਆਪਣੇ ਤਰੀਕੇ ਨਾਲ ਲੜਨਾ ਚਾਹੁੰਦਾ ਵਾਂ, ਕਿਉਂਕਿ ਇਹ ਲੋਕ ਮੂੰਹ ਤੋਂ ਬੋਲਦੇ ਆ, ਦਿਮਾਗ ਨਾਲ, ਅਸੀਂ ਹੱਥਾਂ ਪੈਰਾਂ ਨਾਲ ਲੜ ਰਹੇ ਆ। ਫਰਕ ਇਹ ਆ, ਜਿੱਥੇ ਲੜਾਈ ਦੀ ਗੱਲ ਆ ਜਾਂਦੀ ਹੈ AK-47 ਵਾਲੇ ਡੰਡੇ ਵਾਲੇ ਖੜੇ ਕਰ ਦਿੰਦੇ ਸਾਡੇ ਸਾਹਮਣੇ, ਅਸੀਂ ਫਿਰ ਇਕੱਠੇ ਨਿਹੱਤੇ ਹੁੰਦੇ ਆ। ਸੋ ਇਸ ਕਰਕੇ ਮੈਂ ਆਪਣੀ ਗੱਲ ਕਰਦਾ, ਮੈਂ ਆਪਣੀ ਸਮਝ ਰੱਖਦਾ ਵਾਂ, ਜੋ ਮੈਂ ਪੜ੍ਹਿਆ ਆ, ਜੋ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸਰਚ ਕਰੀ ਹੈ, ਮੇਰੇ ਵਾਸਤੇ 3 ਕਾਨੂੰਨ ਜ਼ਿਆਦਾ ਵੱਡੀ ਗੱਲ ਨਹੀਂ ਹੈ, ਅਗਰ ਮੇਰੇ ਨਾਲ ਸੰਗਤ ਦਾ ਸਹਿਯੋਗ ਹੋਵੇ। ਬਾਕੀ ਸੰਗਤ ਦੀ ਮਰਜ਼ੀ ਹੈ, ਜੋ ਸੰਗਤ ਕਰ ਰਹੀ ਉਹ ਤਾਂ ਕਰੀ ਰਹੀ ਹੈ। ਇਹੀ ਮੈਂ ਗੱਲ ਕਹਿਣਾ ਚਾਹੁੰਦਾ, ਆਪਾਂ ਕਰੋੜਾਵਾਲ ਮੁਰਦਾਬਾਦ ਕਰ ਦਿੱਤੀ ਹੈ। ਅਗਰ ਆਪਾਂ ਕਰੋੜਾਵਾਲ ਵਾਹਿਗੁਰੂ ਕਿਹਾ ਹੁੰਦਾ ਤਾਂ ਕਿੰਨਾ ਰਿਜ਼ਲਟ ਵਧੀਆ ਨਿਕਲਣਾ ਸੀਗਾ। ਹੁਣ ਸੰਗਤ ਇਕੱਠੀ ਹੋਈ ਹੈ, ਇੱਕ ਬੰਦੇ ਦਾ ਵਾਹਿਗੁਰੂ ਜਪਿਆ ਉਹਨਾਂ ਮਾਇਨੇ ਨਹੀਂ ਰੱਖਦਾ, ਜਦ ਹਜ਼ਾਰਾਂ ਬੰਦਾ ਵਾਹਿਗੁਰੂ ਇਕੱਠਾ ਜਪੇਗਾ, ਇਹ ਵਾਯੂ ਮੰਡਲ ਹੀ ਬਦਲ ਜਾਏਗਾ ਸਾਰਾ, ਇਹ ਆਭਾ ਮੰਡਲ ਹੀ ਬਦਲ ਜਾਏਗਾ ਸਾਰਾ, ਇਹ ਧਰਤੀ ਦਾ ਨੇਚਰ ਹੀ ਬਦਲ ਜਾਏਗਾ ਸਾਰਾ। ਸੋ ਇਸ ਕਰਕੇ ਆਪਾਂ ਧਰਤੀ ਦੇ ਨੇਚਰ ਤੋਂ ਟੁੱਟ ਕੇ ਆ ਜਿਹੜਾ ਹੈ ਨਾ ਹੱਲੇ ਵਿੱਚ ਨਿਕਲ ਚੁੱਕੇ ਆ। ਇਹ ਸਾਡਾ ਇਹ ਰਕਸ਼ਤਾ ਨਹੀਂ ਹੈਗਾ। 552 ਸਾਲਾਂ ਦੇ ਅੰਦਰ ਦਿਖਾਓ ਕਿਸੇ ਸਿੱਖ ਨੇ ਕਿਹਾ ਹੋਵੇ ਔਰੰਗਜ਼ੇਬ ਮੁਰਦਾਬਾਦ? ਕਿਸੇ ਨੇ ਕਿਹਾ ਜੀ? ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਸੀਗਾ ਕਿ ਫਰੋਕਸਕੀਅਰ ਮੁਰਦਾਬਾਦ ਹੋਵੇ, ਜਾਂ ਜਹਾਂਗੀਰ ਮੁਰਦਾਬਾਦ ਹੋਵੇ, ਕਿ ਜਾਂ ਬਹਾਦਰ ਸ਼ਾਹ ਮੁਰਦਾਬਾਦ ਹੋਵੇ? ਕਿਸੇ ਨੇ ਕਿਹਾ? ਕਿਸੇ ਨੇ ਕਿਹਾ ਹੀ ਨਹੀਂ। ਇਹ ਤਾਂ ਆਪਾਂ ਇੱਕ ਟ੍ਰੈਂਡ ਚਲਾ ਲਿਆ, ਜੋ ਸੰਵਿਧਾਨ 'ਚ ਲੈ ਗਿਆ ਆਪਾਂ ਉਹਦੇ ਤਰੀਕੇ ਨਾਲ ਚੱਲ ਰਿਹਾ, ਤਾਂ ਸਾਡੀ ਇਹ ਹਾਲਤ ਹੈ। ਇਸ ਕਰਕੇ ਸੰਵਿਧਾਨ ਦਾ ਖੰਡਨ ਹੋਣਾ ਜ਼ਰੂਰੀ ਹੈ। ਮੈਂ ਸੰਗਤ ਦੇ ਵੱਲੋਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਦੁਨੀਆ ਦੇ ਵਿੱਚੋਂ ਕੋਈ ਬੰਦਾ ਇੱਕ ਬੰਦਾ ਲਿਆ ਦਿਓ ਜਿਹੜਾ ਕਹਿੰਦਾ ਕਿ ਮੈਂ ਸੰਵਿਧਾਨ ਨੂੰ ਚੰਗੇ ਤਰੀਕੇ ਨਾਲ ਪੜ੍ਹਿਆ ਹੋਇਆ, ਉਹਦੇ ਨਾਲ ਮੇਰੀ ਡਿਬੇਟ ਕਰਵਾ ਦਿਓ। ਉਹ ਡਿਬੇਟ ਦੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਵਾਕਿਆ ਹੀ ਬੰਦਾ ਸਿੰਘ ਬਹਾਦਰ ਹੋ ਗਏ, ਪੁਰਾਤਨ ਇਤਿਹਾਸ ਦੀ ਸੀ ਗੱਲ ਕਰਦੇ ਆ, ਤਾਂ ਕਿਸੇ ਨੇ ਵੀ ਕਦੇ ਜਿਵੇਂ ਨਹੀਂ ਇਦਾਂ ਦੇ ਸ਼ਬਦ ਆ ਜਿਹੜੇ ਵਰਤੇ ਹੈਗੇ ਆ, ਪਰ ਕਿਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਬਾਬਰ ਨੂੰ ਜਾਬਰ ਕਿਹਾ ਸੀ ਨਾ, ਤਾਂ ਕਿਸ ਤਰ੍ਹਾਂ ਲੱਗਦਾ ਤੁਹਾਨੂੰ? ਪਰ ਉਹ ਖੁਦ ਆਪ ਲੜੇ ਨੇ, ਠੀਕ ਹੈ, ਲੜ ਕੇ ਉਹਨਾਂ ਨੇ ਸ਼ਹੀਦੀਆਂ ਵੀ ਪ੍ਰਾਪਤ ਕੀਤੀ ਤੇ ਜਿੱਤ ਵੀ ਪ੍ਰਾਪਤ ਕੀਤੀ। ਦੇਖੋ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਤਾਂ ਉਹ ਤਾਂ ਗੱਲ ਬੜੀ ਉੱਚੀ ਹੋ ਗਈ ਹੈ, ਉਹ ਤਾਂ ਇਹਨਾਂ ਚੀਜ਼ਾਂ ਮੁੱਦਿਆਂ ਤੋਂ ਬਹੁਤ ਉੱਪਰ ਨੇ, ਪਰ ਉਹਨਾਂ ਨੇ ਜਾਬਰ ਇੱਕ ਵਾਰ ਕਿਹਾ, ਕਰੋੜਾਂ ਵਾਰ ਨਹੀਂ ਕਿਹਾ ਜੀ। ਆਪਾਂ ਮੁਰਦਾਬਾਦ ਇੱਕ ਵਾਰ ਕਰਤਾ ਠੀਕ ਹੈ, ਉਸ ਤੋਂ ਬਾਅਦ ਆਪਾਂ ਨੂੰ ਵਾਹਿਗੁਰੂ ਸਿਮਰਨ ਕਰਨਾ ਚਾਹੀਦਾ ਆ। ਇਸ ਮੁਰਦੇ ਨੂੰ ਜਾਂ ਤਾਂ ਫੂਕ ਦਿਓ, ਹੁਣ ਮੁਰਦਾ ਹੋ ਗਿਆ, ਫੂਕੋ ਉਹਨੂੰ। ਹੁਣ ਆਪਾਂ ਨਕਲੀ ਪੁਤਲੇ ਬਣਾ ਕੇ ਫੂਕਦੇ ਆ, ਇਹਦੇ ਨਾਲ ਮਤਲਬ ਨਹੀਂ ਆ। ਸੰਵਿਧਾਨ ਨੂੰ ਫੂਕੋ, ਸੰਵਿਧਾਨ ਗਲਤ ਹੈ ਸਾਡਾ। ਸੰਵਿਧਾਨ ਸਾਡੀ ਧੀਆਂ ਭੈਣਾਂ ਦੀ ਇੱਜ਼ਤ ਨੂੰ ਮਿੱਟੀ 'ਚ ਰੋਲ ਦੇਗਾ, ਸਾਨੂੰ ਰੋਲ ਚੁੱਕਿਆ ਆ। ਅਸੀਂ ਨਹੀਂ ਚਾਹੁੰਦੇ ਸਾਡੀ ਹੁਣ ਕਾਰਪੋਰੇਟ ਘਰਾਣਿਆਂ ਦੇ ਅੰਡਰ ਖੇਤੀ ਨੂੰ ਦੇਣ ਦਾ ਇਹਨਾਂ ਨੇ ਕਾਨੂੰਨ ਬਣਾਇਆ, ਤੁਹਾਨੂੰ ਲੱਗਦਾ ਕਿ ਉਹ ਸੰਵਿਧਾਨ 'ਚ ਸੀ ਪਹਿਲਾਂ?
ਇਹ ਤਾਂ ਹੁਣ ਬਣਾ ਕੇ ਉਹਨਾਂ ਨੇ ਸੰਵਿਧਾਨ 'ਚ ਲਾਗੂ ਕੀਤਾ। ਉਹ ਇਸ ਕਰਕੇ ਬਣਾਇਆ ਗਿਆ ਆ ਕਿਉਂਕਿ ਕੋਈ ਪ੍ਰਧਾਨ ਮੰਤਰੀ ਬਣਦਾ ਹੈ ਨਾ, ਜਿਹੜੀਆਂ ਉੱਪਰੋਂ ਏਜੰਡੇ ਪਾਸ ਹੁੰਦੇ ਨੇ, ਹੁਣ ਜਿਵੇਂ ਲੰਡਨ ਦੀ ਜਿਹੜੀ ਹੁਣ ਪਾਰਲੀਮੈਂਟ ਹੈ ਜਾਂ ਫਿਰ ਬ੍ਰਿਟੇਨ ਦੀ ਪਾਰਲੀਮੈਂਟ ਹੈ, ਇਹ ਜਿਹੜੇ ਈਵੀਐਮ ਦੇ ਕੋਡ ਹੁੰਦੇ ਨੇ, ਕੁਝ ਈਵੀਐਮ ਦੇ ਕੋਡ ਹੁੰਦੇ ਨੇ, ਈਵੀਐਮ ਦੇ ਇੱਕ ਕੋਡ ਹੁੰਦੇ ਨੇ, ਉਹ ਈਵੀਐਮ ਨੂੰ ਕੋਡ ਉਹੀ ਦੇ ਸਕਦਾ ਆ ਜਿਹਨੇ ਮਤਲਬ ਕਿ ਜਿਹਦੇ ਕੋਲੇ ਪਾਵਰ ਹੈ। ਈਵੀਐਮ ਮਸ਼ੀਨ ਨਹੀਂ ਬਣਾਉਂਦੀ, ਈਵੀਐਮ ਮਸ਼ੀਨ ਪ੍ਰਧਾਨ ਨਹੀਂ ਕਿਸੇ ਨੂੰ ਬਣਾਉਂਦੀ, ਪ੍ਰਧਾਨ ਜਿਹੜਾ ਹੈ ਪਿੱਛੋਂ ਬ੍ਰਿਟਿਸ਼ ਸਰਕਾਰ ਵੱਲੋਂ ਹੀ ਬਣਾਏ ਜਾਂਦੇ ਨੇ। ਠੀਕ ਹੈ, ਮੋਦੀ ਇਸ ਕਰਕੇ ਚੁਣਿਆ ਗਿਆ ਕਿਉਂਕਿ ਮੋਦੀ ਦੇ ਨਾ ਕੋਈ ਅੱਗੇ ਆ ਨਾ ਕੋਈ ਪਿੱਛੇ ਆ, ਇਸ ਕਰਕੇ ਮੋਦੀ ਨੂੰ ਚੁਣਿਆ ਗਿਆ। ਸਭ ਤੋਂ ਜ਼ਾਲਮ ਬੰਦਾ ਦੁਨੀਆ ਦਾ ਮੋਦੀ ਹੈ, ਇਤਿਹਾਸ ਦੇ ਅੰਦਰ ਇਹ ਦਰਜ ਹੋ ਚੁੱਕਿਆ ਆ, ਸਭ ਤੋਂ ਜ਼ਾਲਮ ਬੰਦਾ ਮੋਦੀ ਹੈ। ਔਰ 35 ਸਾਲਾਂ ਬਾਅਦ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਆ। ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ 1984 ਤੱਕ ਹਰ 35 ਸਾਲਾਂ ਬਾਅਦ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ। ਪਹਿਲੇ ਸਰਤਾਜ ਸਾਡੇ ਹੋਏ ਨੇ ਸ਼ਹੀਦਾਂ ਦੇ, ਉਹ ਹੈ ਗੁਰੂ ਅਰਜਨ ਦੇਵ ਮਹਾਰਾਜ, ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ, ਫਿਰ 35 ਸਾਲਾਂ ਬਾਅਦ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ। ਐਵੇਂ 35 ਸਾਲਾਂ ਬਾਅਦ ਨਨਕਾਣਾ ਸਾਹਿਬ ਦਾ ਸਾਕਾ ਆ ਗਿਆ, ਫਿਰ 35 ਸਾਲਾਂ ਬਾਅਦ 1984 ਦੰਗੇ ਆ ਗਏ। ਅੱਜ 1984 ਨੂੰ 35 ਸਾਲ ਪੂਰੇ ਹੋ ਗਏ ਨੇ, ਫਿਰ ਨਸਲਕੁਸ਼ੀ ਵੱਲ ਆਪਾਂ ਫਿਰ ਵੱਧ ਗਏ ਨੇ। ਇਸ ਕਰਕੇ ਆਪਣੇ ਆਪ ਨੂੰ ਬਚਾਈਏ। ਸੋ ਇਸ ਕਰਕੇ ਸਰਕਾਰ ਜਿਹੜੀ ਹੈ ਹੁਣ ਈਵੀਐਮ ਮਸ਼ੀਨ ਦੀ ਮੈਂ ਗੱਲ ਕਰਦਾ, ਈਵੀਐਮ ਮਸ਼ੀਨ ਤੇ ਕਿੰਨੇ ਕੇਸ ਹੈ ਉਹਨੂੰ ਆਪਾਂ ਇਸਤੇਮਾਲ ਕਰਦੇ ਆ। ਲਾਈ ਡਿਟੈਕਟਰ ਦਾ ਇੱਕ ਵੀ ਕੇਸ ਨਹੀਂ, ਉਹ ਮੈਡੀਕਲ ਸਾਇੰਸ ਦਾ ਬਣਾਇਆ ਹੋਇਆ ਗੈਜਟ ਹੈ। ਐਕਸਰੇ ਮਸ਼ੀਨ ਤੁਸੀਂ ਚੈੱਕ ਕਰੋ, ਹੱਡੀ ਦੱਸ ਦਿੰਦੀ ਹੈ। ਅਲਟਰਾਸਾਊਂਡ ਤੇ ਪਤਾ ਲੱਗ ਜਾਂਦਾ ਆ ਵੀ ਕਿਆ ਪ੍ਰੋਬਲਮ ਹੈ ਪੇਟ ਦੇ ਅੰਦਰ, ਸੀਟੀ ਸਕੈਨ 'ਚ ਪਤਾ ਲੱਗ ਜਾਂਦਾ ਆ ਵੀ ਦਿਮਾਗ 'ਚ ਕਿਆ ਪ੍ਰੋਬਲਮ ਹੈ। ਉਹੀ ਜਿਨ੍ਹਾਂ ਨੇ ਆ ਐਕਸਰੇ ਮਸ਼ੀਨਾਂ ਬਣਾਈਆਂ ਆ, ਇਹ ਗੈਜਟ ਬਣਾਏ ਨੇ, ਉਹਨਾਂ ਨੇ ਤਾਂ ਮੈਡੀਕਲ ਸਾਇੰਸ ਨੇ ਤਾਂ ਲਾਈ ਡਿਟੈਕਟਰ ਬਣਾਇਆ। ਦੁਨੀਆ ਦੇ ਅੰਦਰ ਪਹਿਲਾ ਬੰਦਾ ਮੈਂ ਆ, ਮੇਰਾ ਸਭ ਤੋਂ ਪਹਿਲਾਂ ਲਾਈ ਡਿਟੈਕਟਰ ਕਰਾਓ। ਮੈਂ ਉਗਰਵਾਦੀ ਨਹੀਂ ਹੈਗਾ, ਮੈਂ ਗੁਰੂ ਦਾ ਸਿੱਖ ਹਾਂ, ਗੁਰੂ ਦਾ ਬੰਦਾ ਆ, ਮੇਰੇ ਇਹ ਟੈਸਟ ਕਰਾ ਲਓ, ਮੈਂ ਸੱਚ ਬੋਲ ਰਿਹਾ ਵਾਂ। ਮੈਂ ਕਿਸਾਨਾਂ ਨੂੰ ਡੁਬੋਣ ਵਾਸਤੇ ਮੇਰੀ ਵਿਚਾਰ ਕਿਸਾਨਾਂ ਨੂੰ ਡੁਬੋਏਗੀ ਨਹੀਂ, ਕਿਸਾਨਾਂ ਨੂੰ ਤਾਰੇਗੀ। ਇਹ ਮੇਰੀ ਜਿਹੜੀ ਹੈ ਮੇਰੀ ਟੈਸਟ ਕਰਵਾ ਸਕਦੇ ਹੋ। ਪਹਿਲਾ ਟੈਸਟ ਕਰਾਉਣ ਵਾਲਾ ਬੰਦਾ ਮੈਂ ਆ। ਔਰ ਮੈਂ ਕੋਈ ਆਪਣਾ ਕੋਈ ਖਾਲਿਸਤਾਨ ਨਹੀਂ ਬਣਾਉਣ ਆਇਆ, ਕੋਈ ਮੈਂ ਆਪਣਾ ਸਿੱਖਾਂ ਦਾ ਅਲੱਗ ਗੜ ਨਹੀਂ ਬਣਾਉਣ ਆਇਆ। ਮੈਂ ਚਾਹੁੰਦਾ ਕਿ ਚਾਰੇ ਧਰਮ ਜਿਹੜੇ ਹੈ ਉਹ ਮਿਲ ਜੁਲ ਕੇ ਆਪਸ 'ਚ ਇਕੱਠੇ ਰਹਿਣ, ਹਰ ਇੱਕ ਦੂਜੇ ਦਾ ਸਤਿਕਾਰ ਹੋਵੇ। ਇਹ ਮੇਰੇ 3 ਸਵਾਲ ਨੇ, ਇਹ ਮੇਰੀ ਵੀ ਟੈਸਟ ਕਰੋ, ਕਿਸਾਨਾਂ ਦੇ ਵੀ ਟੈਸਟ ਕਰੋ, ਜਿਹੜਾ ਸਿੱਖ ਉਹਦਾ ਵੀ ਟੈਸਟ ਕਰੋ। ਜਿਹੜੇ ਸੱਚੇ ਹੋਣਗੇ ਤੁਹਾਨੂੰ ਲਾਈ ਡਿਟੈਕਟਰ ਮਸ਼ੀਨ ਨੇ ਦੱਸੇ ਦੇਣਾ ਹੈ ਜੀ, ਉੱਥੇ ਕੋਈ ਚੁੱਪ ਨਹੀਂ ਸਕਦਾ। ਲਾਈ ਡਿਟੈਕਟਰ ਮਸ਼ੀਨ ਤੇ ਬਗੈਰ ਆਪਾਂ ਅਧੂਰੇ ਆ। ਇੱਕ ਸੰਵਿਧਾਨ ਦਾ ਖੰਡਨ ਹੋਣਾ ਚਾਹੀਦਾ ਹੈ ਔਰ ਲਾਈ ਡਿਟੈਕਟਰ ਮਸ਼ੀਨ ਚਾਲੂ ਹੋਣੀ ਚਾਹੀਦੀ ਹੈ। 2018 ਤੋਂ ਮੈਂ ਰੋਲਾ ਪਾ ਰਿਹਾ, ਲਾਈ ਡਿਟੈਕਟਰ ਲਾਈ ਡਿਟੈਕਟਰ ਲਾਈ ਡਿਟੈਕਟਰ, ਔਰ ਮੇਰੀ ਗੱਲ ਨੂੰ ਸੁਣ ਨਹੀਂ ਰਹੇ ਸਾਰੇ। ਔਰ ਇੱਕ ਦਿਨ ਫਿਰ ਆਪਣੇ ਆਪ ਨੂੰ ਰਸਾਤਲ ਦੇ ਅੰਦਰ ਲੈ ਕੇ ਜਾ ਰਹੇ ਆ, ਪਰ ਇੱਕ ਦਿਨ ਮੇਰੀ ਗੱਲ ਮੰਨਣੀ ਪੈਣੀ ਹੈ। ਤਾਂ ਪਹਿਲੀ ਮੰਨ ਲਓ ਗੱਲ ਕਿ ਲਾਈ ਡਿਟੈਕਟਰ ਮਸ਼ੀਨਾਂ ਦਾ ਉਪਯੋਗ ਕਰੋ, ਆਪਣੇ ਆਪ ਨੂੰ ਬਚਾਓ, ਆਪਣੀ ਧੀਆਂ ਨੂੰ ਬਚਾਓ, ਬੱਚੇ ਨੂੰ ਬਚਾਓ, ਆਉਣੇ ਵਾਲੀ ਜਨਰੇਸ਼ਨ ਨੂੰ ਬਚਾਓ। ਬਸ ਇਹੀ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਦਰਸ਼ਕੋ, ਤੁਸੀਂ ਦੇਖਿਆ ਕਿ ਸਾਡੇ ਨਾਲ ਜਿਹੜੇ ਵੀਰ ਮੌਜੂਦ ਸੀ, ਤੀਰ ਵਾਲੇ ਵੀਰ ਵੱਜਦੇ ਨੇ, ਤਾਂ ਅੱਜ ਸੰਵਿਧਾਨ ਦੇ ਅਨੁਸਾਰ ਗੱਲ ਕਰ ਰਹੇ ਨੇ ਕਿਉਂਕਿ ਸੰਵਿਧਾਨ ਹੀ ਇਦਾਂ ਦਾ ਬਣਿਆ ਜਿਹਦੇ ਵਿੱਚ ਬੜੇ ਕਾਨੂੰਨ ਇਦਾਂ ਦੇ ਨੇ ਜਿਹੜੇ ਅਜੇ ਉਹ ਪਾਸ ਕਰਨੇ ਬਾਕੀ ਨੇ। ਲੱਗਦਾ ਹੈ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਕਿ ਬਹੁਤ ਕਾਨੂੰਨ ਇਦਾਂ ਦੇ ਨੇ ਜਿਨ੍ਹਾਂ ਨੂੰ ਰੱਦ ਕਰਵਾਉਣਾ ਚਾਹੀਦਾ। ਇਸ ਲਈ ਸੰਵਿਧਾਨ ਹੀ ਗਲਤ ਹੈਗਾ। ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ ਤਾਂ ਜੋ ਸੰਵਿਧਾਨ ਲਾਗੂ ਕਰਦੇ ਨੇ, ਤਾਂ ਫਿਰ ਜਿੱਥੇ ਆ ਕਿਸਾਨ ਵਿਰੋਧੀ ਕਾਨੂੰਨ ਦੀ ਅਸੀਂ ਗੱਲ ਕਰਦੇ ਹਾਂ ਤਾਂ ਇਹ ਇਹਨਾਂ ਨੇ ਪਾਸ ਕਰਕੇ ਹੁਣ ਸੰਵਿਧਾਨ ਦੇ ਵਿੱਚ ਲਾਗੂ ਕਰ ਦਿੱਤਾ, ਪਰ ਸੰਵਿਧਾਨ ਹੀ ਕਹਿੰਦਾ ਕਿ ਇਸ ਨੂੰ ਤੁਸੀਂ ਖਾਰਜ ਵੀ ਕਰ ਸਕਦੇ। ਸੋ ਬਣੇ ਰਹੋ ਸਿੱਖ ਚੈਨਲ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਫਤਿਹ ਸਾਡਾ ਹੋਣਾ ਤਾਂ ਹੋਣਾ ਹੀ ਹੈ, ਲਾਜ਼ਮੀ ਹੈ। ਇਹ ਤਾਂ ਜਿਹੜੇ ਹੋਰ ਧਰਮਾਂ ਦੇ ਮੇਰੇ ਵੀਰ ਭੈਣ ਭਰਾ ਹੈ ਉਹਨਾਂ ਨੂੰ ਵੀ ਪਤਾ ਕਿ ਜਿੱਥੇ ਖਾਲਸਾ ਖੜ ਗਿਆ ਫਿਰ ਖਾਲਸਾ ਤਾਂ ਫਿਰ ਹੱਕ ਲੈ ਕੇ ਹੀ ਜਾਂਦਾ ਹੈ ਆਪਣੇ, ਕਿਉਂਕਿ ਸਭ ਕੁਝ ਅੰਨਦਾਤਾ ਹੀ ਦੇ ਰਿਹਾ ਸਾਨੂੰ। ਕੋਈ ਬੰਦਾ ਇਹ ਗੱਲ ਕਹਿੰਦਾ ਕਿ ਹਾਂ ਜੀ ਅਸੀਂ ਪੈਸੇ ਲੈ ਕੇ ਅੰਨ ਖਰੀਦਦੇ ਹਾਂ, ਪੈਸੇ ਲੈ ਕੇ ਰੋਟੀ ਖਾਂਦੇ ਹਾਂ। ਬਾਕੀ ਦੇਖੋ ਜੇ ਅੰਨ ਹੋਏਗਾ ਤਾਂ ਹੀ ਰੋਟੀ ਮਿਲੇਗੀ, ਤਾਂ ਹੀ ਪੈਸਾ ਵਰਤੇ ਜਾਏਗਾ। ਉਹ ਵਾ ਮੋਦੀ ਦਾ ਇੰਨਾ ਕੁ ਮੈਂ ਮੁਰਦਾਬਾਦ ਨਹੀਂ ਕਹੂੰਗਾ, ਧੰਨਵਾਦ ਕਰੂੰਗਾ। ਉਹਨੇ ਜਿਹੜੇ ਸਿੱਖ ਸਾਡੇ ਟੁੱਟ ਚੁੱਕੇ ਸੀਗੇ, ਉਹਨੇ ਇਹੋ ਜਿਹੇ ਏਜੰਡੇ ਪਾਸ ਕਰੇ, ਸਾਰੇ ਫੇਰ ਜੋੜਤੇ ਨੇ। ਉਹ ਪਾਵਰਾਂ ਸਾਰੀਆਂ ਫੇਰ ਇਕੱਠੀਆਂ ਹੋ ਗਈਆਂ। ਹੁਣ ਉਹ ਸਰਕਾਰ ਕਿਤੇ ਤੱਕ ਭੱਜ ਸਕਦੀ ਤਾਂ ਭੱਜ ਲਵੇ। ਜਿੱਤ ਖਾਲਸੇ ਦੀ ਹੀ